ਜਿਸ ਕਿਸਮ ਦੇ ਸਿਸਟਮ ਵਿੱਚੋਂ ਨਰਿੰਦਰ ਮੋਦੀ ਪੈਦਾ ਹੋਏ ਆ, ਜਿਹਨੂੰ RSS ਦਾ ਸਿਸਟਮ ਕਿਹਾ ਜਾਂਦਾ, ਉਹ ਸਿਸਟਮ ਡੈਮੋਕ੍ਰੈਟਿਕ ਸੈਟਅਪ ਲਈ ਉਸਾਰਿਆ ਹੀ ਨਹੀਂ ਗਿਆ। ਸੋ RSS ਦੇ ਸਮੁੱਚੇ ਸੈਟਅਪ ਦਾ ਜਿਹੜਾ ਡੈਮੋਕ੍ਰੇਸੀ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇੰਦਰਾ ਗਾਂਧੀ ਦੀ BBC ਨਾਲ ਇੰਟਰਵਿਊ ਦੇਖ ਰਹੇ ਹਾਂ, ਜਿਹੜੀ 1975 ਦੀ ਐਮਰਜੈਂਸੀ ਵੇਲੇ ਆ। ਠੀਕ ਹੈ। ਇੰਦਰਾ ਗਾਂਧੀ ਲਗਾਤਾਰ ਜਸਟੀਫਾਈ ਕਰ ਰਹੀ ਆ ਵੀ ਹਾਂ ਮੈਂ ਤਾਂ ਡੈਮੋਕ੍ਰੇਸੀ ਨੂੰ ਬਚਾਉਣ ਲਈ ਇਹ ਕਰਨ ਲਈ ਉਹ ਕਰਨ ਲਈ, ਜਿਹੜੀ ਉਹ 100 ਸਵਾਲਾਂ ਦੇ 100 ਜਵਾਬ ਵੀ ਦਿੰਦੀ ਆ। ਬੇਸ਼ੱਕ ਉਹ ਤਾਨਾਸ਼ਾਹ ਲੀਡਰ ਸੀ, ਪਰ ਫਿਰ ਵੀ ਡੈਮੋਕ੍ਰੈਟਿਕ ਸੈਟਅਪ ਵਿੱਚ ਉਹ ਘੱਟੋ ਘੱਟ ਪ੍ਰੈਸ ਨਾਲ ਇੰਟਰੈਕਟ ਤਾਂ ਕਰਦੀ ਸੀ ਨਾ। ਹੁਣ ਨਰਿੰਦਰ ਮੋਦੀ ਆ, ਉਹਨਾਂ ਦੀ ਸਰਕਾਰ ਫਸੀ ਹੋਈ ਆ ਡੈਮੋਕ੍ਰੇਸੀ ਵਿੱਚ। ਦੇ ਆਰ ਨਾਟ ਡੈਮੋਕ੍ਰੇਟ। ਉਹ ਡੈਮੋਕ੍ਰੇਟ ਹੈ ਹੀ ਨਹੀਂ। ਜਿਹੜੇ ਕੋਈ ਵੀ ਡੈਮੋਕ੍ਰੇਸੀ ਸਿਰਫ ਪ੍ਰਧਾਨ ਮੰਤਰੀ ਬਣ ਕੇ ਤਾਕਤ ਅਜਮਾਉਣ ਦਾ ਹੀ ਕੰਮ ਨਹੀਂ ਹੈ, ਲੋਕਾਂ ਲਈ ਤੁਹਾਡੀ ਰਿਸਪੌਂਸਿਬਿਲਿਟੀ ਵੀ ਹੈ। ਕਹਿੰਦਾ ਵੀ ਸਰਕਾਰਾਂ ਆਪਣੇ ਅਫਸਰਾਂ ਦੀ ਮਾਨਸਿਕਤਾ ਨੂੰ ਇਸ ਤਰ੍ਹਾਂ ਘੜ ਦਿੰਦੀਆਂ ਵੀ ਸਰਕਾਰਾਂ ਨੂੰ ਵਾਰ-ਵਾਰ ਹੁਕਮ ਨਹੀਂ ਦੇਣੇ ਪੈਂਦੇ ਕਤਲੇਆਮ ਦੇ। ਅਫਸਰਾਂ ਨੂੰ ਪਤਾ ਹੁੰਦਾ ਵੀ ਸਰਕਾਰਾਂ ਨੇ ਕੀ ਤੈਅ ਕਰ ਰੱਖਿਆ। ਨਾਨ ਡੈਮੋਕ੍ਰੈਟਿਕ ਸੰਸਥਾਵਾਂ ਨਾ, ਉਹਨਾਂ ਲਈ ਸਟੇਟ ਤੇ ਕਬਜ਼ਾ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਵੀ ਇੱਕ ਵਾਰੀ ਸਟੇਟ ਤੇ ਕਬਜ਼ਾ ਕਰ ਲਈਏ ਅਸੀਂ, ਉਹ ਤੋਂ ਬਾਅਦ ਸਟੇਟ ਦੀਆਂ ਸਾਰੀਆਂ ਸੰਸਥਾਵਾਂ ਨੂੰ ਆਪਣੇ ਘਟੀਆ ਜਿਹੜੀਆਂ ਲਾਲਸਾਵਾਂ ਨੇ ਉਹਦੇ ਲਈ ਵਰਤਾਂਗੇ। ਜਿਹੜਾ ਕਿ ਦੂਜੇ ਪਾਸੇ ਜਿਹੜੇ ਜੁਝਾਰੂ ਹੁੰਦੇ ਆ, ਸ਼ੁੱਧ ਖਾਲਸਾਈ ਜਾਂ ਸ਼ੁੱਧ ਜਿਹੜੇ ਮਨੁੱਖਤਾਵਾਦੀ ਜੁਝਾਰੂ ਆ, ਉਹਨਾਂ ਲਈ ਬੇਸ਼ੱਕ ਸਟੇਟ ਉਹਨਾਂ ਦੇ ਇੱਕ ਨਿਸ਼ਾਨਾ ਹੁੰਦਾ, ਪਰ ਅੰਤਮ ਨਿਸ਼ਾਨਾ ਨਹੀਂ। ਉਹ ਸਟੇਟ ਤੋਂ ਬਿਨਾਂ ਵੀ ਲੋਕਾਂ ਦੀ ਭਲਾਈ ਜਾਂ ਲੋਕਾਂ ਦੀ ਵਿਲੱਖਣਤਾ ਜਾਂ ਆਪਣੀ ਹੋਂਦ ਦੀ ਲੜਾਈ, ਆਪਣੇ ਇਤਿਹਾਸ ਨੂੰ ਬਚਾਉਣ ਦਾ ਜਿਹੜਾ ਸੰਘਰਸ਼ ਆ, ਉਹ ਸੱਚੇ ਦਿਲੋਂ ਕਰਦੇ ਆ ਤੇ ਉਹਦੇ ਲਈ ਸ਼ਹਾਦਤਾਂ ਵੀ ਪਾਉਂਦੇ। ਜੇ ਹੁਣ ਕੋਈ ਅਦਾਲਤ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਜਿਹੜੀ ਹੈਗੀ ਕਾਕਰੋਚ ਕਹਿੰਦੀ ਆ, ਵਿਹਲੜ ਕਹਿੰਦੀ ਹੈ ਕਿ ਉਹਦਾ ਤਾਂ ਮਜ਼ਾਕ ਉਡਾਉਂਦੀ ਹੈਗੀ ਆ। ਸੋ ਇਹ ਉਹਦੀ ਸਿਧਾਂਤਕ ਗਰਮਾ ਤੇ ਜਿਹੜੀ ਸੰਵਿਧਾਨਕ ਗਰਮਾ ਹੈ, ਉਹਦਾ ਆਪਣੇ ਆਪ ਭੋਗ ਪਾਉਣ ਵਾਲੀ ਗੱਲ ਹੈਗੀ ਆ। ਸੋ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਹੀ ਇਹ ਟਿੱਪਣੀਆਂ ਹੀ ਦੱਸਦੀਆਂ ਹੈਗੀਆਂ। ਉਸ ਪੋਲੀਟੀਕਲ ਟਾਈਮ ਬੰਬ ਨੂੰ ਡਾਇਫਿਊਜ਼ ਰੱਖਣ ਲਈ ਫਿਰ ਸਟੇਟ ਕਰ ਕੀ ਰਹੀ ਆ। 3 ਜਾਂ 4 ਮਹੀਨੇ ਕ੍ਰਿਕਟ ਦੀ IPL ਚੱਲਦੀ ਆ, 4 ਮਹੀਨੇ ਨੌਜਵਾਨਾਂ ਨੂੰ ਉੱਧਰ ਲਾਈ ਰੱਖਦੇ ਆ ਵੀ ਉਹ ਰਿਐਲਿਟੀ ਵੱਲ ਆਉਣ। ਬੰਦੇ ਇਹੀ ਆ ਵੀ ਮੈਂ ਉਹ ਕਲੱਬ ਨੂੰ ਫੋਲੋ ਕਰਦਾ, ਮੈਂ ਉਹ ਕਲੱਬ ਨੂੰ, ਉਹਨੇ ਮੈਚ ਜਿੱਤ ਲਿਆ ਨਹੀਂ, ਫਿਰ ਟਿਕਟੌਕ ਤੇ ਜਾਂ ਹੋਰ ਸੋਸ਼ਲ ਮੀਡੀਆ ਚੈਨਲਾਂ ਤੇ ਆ ਕੇ ਦੂਜਿਆਂ ਨੂੰ ਗਾਲਾਂ ਕੱਢਦੇ ਆ। ਸੋ ਜਿਹੜੇ ਨੌਜਵਾਨਾਂ ਨੇ ਕ੍ਰੀਏਟੀਵਿਟੀ ਕਰਨੀ ਸੀ, ਜਿਨ੍ਹਾਂ ਨੇ ਕੁਝ ਸਿਰਜਣਾ ਸੀ ਦੇਸ਼ ਲਈ, ਜਿਨ੍ਹਾਂ ਨੇ ਦੇਸ਼ ਦੀ ਆਰਥਿਕਤਾ ਲਈ, ਐਜੂਕੇਸ਼ਨ ਲਈ, ਦੇਸ਼ ਦੀ ਸੋਸ਼ਲ ਸੁਸਾਇਟੀ ਲਈ, ਦੇਸ਼ ਦੀ ਪੋਲਿਟਿਕਸ ਲਈ, ਦੇਸ਼ ਦੇ ਮੀਡੀਆ ਲਈ, ਦੇਸ਼ ਦੀ ਫਿਲਮਾਂ ਲਈ ਜੋ ਕੁਝ ਸਿਰਜਣਾ ਸੀ, ਉਹ ਨੌਜਵਾਨ ਬੱਚੇ ਨੂੰ ਤੁਸੀਂ 4 ਮਹੀਨੇ ਸਾਲ ਵਿੱਚ ਆ ਕ੍ਰਿਕਟ ਦੇ ਮਗਰ ਪਾ ਕੇ, ਤਾਂ ਕਿ ਉਹਦੇ ਵਿੱਚ ਉਹ ਕ੍ਰੀਏਟੀਵਿਟੀ ਨਾ ਆਵੇ। ਜਦੋਂ ਕ੍ਰੀਏਟੀਵਿਟੀ ਆਵੇਗੀ ਫਿਰ ਉਹ ਪੋਲਿਟਿਕਸ ਵਿੱਚ ਆਪਣੇ ਹੱਕ ਪਾਉਂਦੇ। ਪਾਕਿਸਤਾਨ 'ਚ ਦੇਖਿਆ, ਬੰਗਲਾਦੇਸ਼ 'ਚ ਦੇਖਿਆ, ਹੋਰ ਮੁਲਕਾਂ ਦੇ ਵਿੱਚ ਜਿਹੜੇ ਉਹ ਦੇਖੇ ਆ ਕਿ ਭਾਰਤ ਵਿੱਚ ਅਸਲ 'ਚ ਜੈਨ ਜੀ ਰੈਵੋਲੂਸ਼ਨ ਆ ਰਿਹਾ। ਹਾਂਜੀ, ਉਹਦੀ ਪਹਿਲਾ ਸਟੈਪ ਆ ਜਿਹੜਾ ਸ਼ੁਰੂ ਹੋਇਆ, ਜਿੰਨੇ ਪੋਲਿਟਿਕਸ ਦੇ ਮੈਨੂੰ ਸਮਝ ਆ। ਸੋ ਪਹਿਲੇ ਸਟੈਪ 'ਚ ਸਰਕਾਰ ਆ ਜਿਹੜੀ ਉਹ ਰਿਐਕਸ਼ਨਰੀ ਹੋ ਗਈ ਆ। ਸੋ ਪਹਿਲੇ ਸਟੈਪ ਵਿੱਚ ਹੋ ਸਕਦਾ ਸਰਕਾਰ ਸਕਸੈਸਫੁਲ ਹੋ ਜੇ, ਉਹਨਾਂ ਨੂੰ ਡਰਾ ਲੇ। ਟੋਨੀ ਬਲੇਅਰ ਦਾ ਬਿਲਕੁਲ ਕਹਿਣਾ ਵੀ ਲੀਡਰ ਨਹੀਂ ਬਦਲਨੇ, ਹੁਣ ਪਾਲਿਸੀ ਬਦਲਣੀ ਪੈਣੀ ਹੈ। ਯੂ ਨੀਡ ਟੂ ਸ਼ਿਫਟ ਇਹ ਪੈਰਾਡਾਈਮ ਸ਼ਿਫਟ ਇਨ ਪੋਲਿਟਿਕਸ। ਹੁਣ ਪੈਰਾਡਾਈਮ ਸ਼ਿਫਟ ਚਾਹੀਦੀ ਹੈ ਇੰਡੀਆ ਵਿੱਚ, ਤਾਂ ਅੱਗੇ ਜਾ ਕੇ ਗੱਲ। ਭਾਰਤ ਦਾ ਜਿਹੜਾ ਨੌਜਵਾਨ ਹੈਗਾ, ਜਿਹੜਾ ਦੱਬਿਆ ਹੋਇਆ ਸਿਸਟਮ ਨੇ, ਕਿਉਂਕਿ ਅਸੀਂ ਉਹਦਾ ਵੀ ਦਰਦ ਦੇਖ ਰਹੇ ਹਾਂ। ਅਸੀਂ ਵੀ ਇਸ ਉਮਰ ਚੋਂ ਲੰਘੇ ਹੈਗੇ ਆ, ਜਿਸ ਪੀੜਾ ਚੋਂ ਉਹ ਨੌਜਵਾਨ ਲੰਘ ਰਹੇ, ਅਸੀਂ ਸਮਝਦਾ ਵੀ ਉਹਨਾਂ ਨੂੰ ਉਸ ਪੀੜਾ ਤੋਂ ਮੁਕਤੀ ਚਾਹੀਦੀ ਹੈ। ਸੋ ਇਹ ਉਹਨਾਂ ਲਈ ਬਹੁਤ ਵਧੀਆ ਹੋ ਸਕਦਾ ਸਿਸਟਮ, ਪਰ ਸਿੱਖਾਂ ਲਈ ਨਹੀਂ। ਸਿੱਖਾਂ ਨੂੰ ਆਪਣੀ ਪੰਥਕ ਪੋਲਿਟਿਕਸ ਜਿਹੜੀ ਹੈਗੀ ਆ, ਸਿੱਖ ਮਸਲਿਆਂ ਦੇ ਦੁਆਲੇ, ਪੰਜਾਬੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਉਹਦੇ ਦੁਆਲੇ, ਸੋ ਪਿਓਰਲੀ ਸਿੱਖਾਂ ਦੀ ਪੋਲਿਟਿਕਸ ਕਰਨੀ ਚਾਹੀਦੀ ਆ। ਕਿਸੇ ਦੇ ਮਗਰ ਲੱਗ ਕੇ ਆਮ ਆਦਮੀ ਪਾਰਟੀ ਵਾਂਗੂ ਆਪਣੇ ਪੈਰਾਂ ਤੇ ਕੁਹਾੜਾ ਨਹੀਂ ਮਾਰਨਾ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਵਾਗਤ ਹੈ ਸਰੋਤੇ ਪ੍ਰੋਗਰਾਮ ਪੰਥਕ ਪੈਰਾਡਾਈਮ ਦੇ ਵਿੱਚ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਸਰਦਾਰ ਅਵਤਾਰ ਸਿੰਘ ਜੀ, ਉੱਘੇ ਲੇਖਕ ਤੇ ਵਿਸ਼ਲੇਸ਼ਕ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਆਪਾਂ ਦੁਨੀਆ ਭਰ ਦੇ ਵਿੱਚ ਜੀਓ ਪੋਲਿਟਿਕਸ ਨੂੰ ਲੈ ਕੇ ਵੀ ਗੱਲਬਾਤ ਕਰਦੇ ਹਾਂ। ਹੋਰ ਜਿਹੜੇ ਅਹਿਮ ਮਸਲੇ ਚੱਲ ਰਹੇ ਹੁੰਦੇ ਆ ਉਹਨਾਂ ਦੇ ਉੱਤੇ ਆਪਾਂ ਨਜ਼ਰਸਾਨੀ ਜਿਹੜੀ ਉਹ ਕਰਦੇ ਹਾਂ। ਅਵਤਾਰ ਸਿੰਘ ਜੀ ਆਪਣੇ ਨਾਲ ਉਹ ਸਾਰੀ ਚੀਜ਼ਾਂ ਦਾ ਜਿਹੜਾ ਐਨਾਲਿਸਿਸ ਕਰਦੇ ਆ। ਖਬਰਾਂ ਦੀਆਂ ਜਿਹੜੀਆਂ ਹੈਡਲਾਈਨਸ ਆ ਉਹਨਾਂ ਦੇ ਪਿੱਛੇ ਕੀ ਕੁਛ ਛਿਪਿਆ ਹੁੰਦਾ ਆ, ਉਹਨਾਂ ਖਬਰਾਂ ਦੇ ਪਿੱਛੇ ਅਸਲ ਕੀ ਆ, ਉਹਦੇ ਜਿਹੜੀ ਡੂੰਘਾਈ 'ਚ ਜਾਣਨ ਦੀ ਜਿਹੜੀ ਉਹ ਆਪਾਂ ਕੋਸ਼ਿਸ਼ ਕਰਦੇ ਹਾਂ।
ਅਵਤਾਰ ਸਿੰਘ ਜੀ, ਸ਼ੁਰੂਆਤ ਕਰਦੇ ਹਾਂ ਆਪਾਂ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਦੇ ਵਿੱਚ ਨਾਰਵੇ ਦੇ ਵਿੱਚ ਫੇਰੀ ਹੋਈ। ਉੱਥੇ ਉਹਨਾਂ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਨਾਲ, ਜਿਹੜੇ ਲੀਡਰ ਦੇ ਨਾਲ ਸਾਂਝੇ ਤੌਰ ਦੇ ਉੱਤੇ ਬਿਆਨ ਦਿੱਤੇ। ਮੋਹਰੇ ਪੱਤਰਕਾਰ ਬੈਠੇ ਸੀ। ਇੱਕ ਜਿਹੜੀ ਪੱਤਰਕਾਰ ਹੈਲਨ ਸੀ, ਉਸਨੇ ਸਵਾਲ ਜਿਹੜਾ ਪੁੱਛ ਲਿਆ ਵੀ ਦੁਨੀਆ ਦੀ ਸਭ ਤੋਂ ਆਜ਼ਾਦ ਜਿਹੜੀ ਪ੍ਰੈਸ ਆ, ਕੀ ਤੁਸੀਂ ਉਹਦੇ ਸਵਾਲਾਂ ਦਾ ਜਵਾਬ ਦਓਗੇ? ਇਹ ਜਿਹੜਾ ਭਾਰਤੀ ਪ੍ਰਧਾਨ ਮੰਤਰੀ ਦੇ ਨਾਲ ਜੋ ਹੋਇਆ ਵਿਹਾਰ ਆ, ਇਹ ਕਿਸ ਗੱਲ ਦਾ ਸੰਕੇਤ ਆ? ਹਾਂਜੀ, ਸੋ ਆਪਾਂ ਸਾਰਿਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਨਾਰਵੇ ਵਿੱਚ ਇੱਕ ਬੀਬੀ ਜੀ ਨੇ ਇਹਨਾਂ ਨੂੰ ਸਵਾਲ ਪੁੱਛੇ ਸੀ, ਪਰ ਜਿਸ ਤਰ੍ਹਾਂ ਬਿਲਕੁਲ ਹੀ ਖਾਮੋਸ਼ ਰਹਿ ਕੇ ਉਹ ਉੱਥੋਂ ਨਿਕਲਦੇ ਚਲੇ ਗਏ। ਸੋ ਇਹਨੇ ਭਾਰਤ ਦੀ ਰਾਜਨੀਤੀ ਦੇ ਜਿਹੜੇ ਵਜੂਦ ਸਮੂਹੀਆਂ ਕਮਜ਼ੋਰੀਆਂ ਨੇ ਸਿਧਾਂਤਕ ਸਵਾਲਾਂ ਦੇ ਸਾਹਮਣੇ ਲਿਆਂਦੀਆਂ, ਤੇ ਜਿਹੜੀ ਵਰਤਮਾਨ ਲੀਡਰਸ਼ਿਪ ਆ ਉਹਨੂੰ ਵੀ, ਉਹਦੀਆਂ ਵੀ ਕਮਜ਼ੋਰੀਆਂ ਨੇ ਸਾਹਮਣੇ ਲਿਆਂਦੀਆਂ ਹੈਗੀਆਂ। ਸੋ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਲਾਂ ਤੋਂ ਭੱਜਣਾ ਹੈ, ਜਿਹੜਾ ਵਾਰ-ਵਾਰ ਭੱਜਣਾ ਹੈ, ਉਹਦੇ ਦੋ ਤਰ੍ਹਾਂ ਦੇ ਸਿਧਾਂਤਕ ਕਾਰਨ ਨੇ, ਹਨਾ। ਸੋ ਵੱਡਾ ਸਿਧਾਂਤਕ ਕਾਰਨ ਆ ਤੇ ਦੂਜਾ ਸੈਕੰਡ ਨਿੱਜੀ ਕਾਰਨ ਆ, ਜਿਹੜਾ ਆਪਾਂ ਦੂਜੀ ਵਾਰ ਜਾ ਕੇ ਡਿਸਕਸ ਕਰਾਂਗੇ। ਸਿਧਾਂਤਕ ਕਾਰਨ ਇਹ ਹੈਗਾ ਵੀ ਜਿਸ ਕਿਸਮ ਦੇ ਸਿਸਟਮ ਵਿੱਚੋਂ ਨਰਿੰਦਰ ਮੋਦੀ ਪੈਦਾ ਹੋਏ ਆ, ਜਿਹਨੂੰ RSS ਦਾ ਸਿਸਟਮ ਕਿਹਾ ਜਾਂਦਾ, ਉਹ ਸਿਸਟਮ ਡੈਮੋਕ੍ਰੈਟਿਕ ਸੈਟਅਪ ਲਈ ਉਸਾਰਿਆ ਹੀ ਨਹੀਂ ਗਿਆ। ਸੋ RSS ਦੇ ਸਮੁੱਚੇ ਸੈਟਅਪ ਦਾ ਜਿਹੜਾ ਡੈਮੋਕ੍ਰੇਸੀ ਨਾਲ ਕੋਈ ਵੀ ਸੰਬੰਧ ਨਹੀਂ ਹੈ। ਭਾਰਤ ਵਿੱਚ ਚਾਹੇ ਆਪਾਂ ਵੀ ਮਾੜੀ ਮੋਟੀ ਟੁੱਟੀ ਭੱਜੀ ਆ ਲੰਗੜੀ ਡੈਮੋਕ੍ਰੇਸੀ ਆਪਾਂ ਕਹਿ ਸਕਦੇ ਆ ਵੀ ਹੈਗੀ ਆ, ਪਰ ਫਿਰ ਵੀ ਇੱਕ ਡੈਮੋਕ੍ਰੈਟਿਕ ਸੈਟਅਪ ਥੋੜਾ ਜਿਹਾ ਜਿਹੜਾ ਹੈਗਾ। ਪਰ ਜਿਹੜੀ RSS ਓਰੀਐਂਟਡ ਲੀਡਰਸ਼ਿਪ ਆ, ਇਹਦੇ ਨਾ ਤਾਂ ਸਿਧਾਂਤ ਡੈਮੋਕ੍ਰੇਸੀ ਨਾਲ ਜੁੜਦੇ ਆ। ਤੁਸੀਂ ਦੇਖੋ ਵੀ ਇਹ ਸਾਰੀ ਇਨਸਪੀਰੇਸ਼ਨ ਆ ਜਿਹੜੀ ਹਿਟਲਰ ਤੋਂ ਤੇ ਤਾਨਾਸ਼ਾਹੀ ਤੋਂ ਲੈਂਦੇ ਹੈਗੇ ਆ। ਸੋ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਆ ਜਿਹੜੀ, ਉਹ ਡੈਮੋਕ੍ਰੈਟਿਕ ਸੈਟਅਪ ਲਈ ਉਸਾਰੀ ਨਹੀਂ ਜਾਂਦੀ, ਉਹ ਤਾਨਾਸ਼ਾਹ ਸੈਟਅਪ ਲਈ ਉਸਾਰੀ ਜਾਂਦੀ ਹੈਗੀ। ਸੋ ਤਾਨਾਸ਼ਾਹ ਸੈਟਅਪ ਵਿੱਚ ਜਿਹੜਾ ਹੁੰਦਾ, ਮੈਂ ਆਪਣੀ ਕਿਤਾਬ ਵਿੱਚ ਵੀ ਇੱਕ ਮੇਰਾ ਚੈਪਟਰ ਹੈਗਾ ਫਾਸ਼ੀਵਾਦ ਤੇ ਕੌਮਵਾਦ ਦਾ ਜਿਹੜਾ ਫਰਕ ਹੈ, ਉਹਦੇ ਵਿੱਚ ਮੈਂ ਡਿਸਕਸ ਕਰਿਆ ਹੈਗਾ ਵੀ ਜਿਹੜੀ ਡੈਮੋਕ੍ਰੈਟਿਕ ਲੀਡਰਸ਼ਿਪ ਆ ਉਹ ਬਕਾਇਦਾ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਚੁਣ ਕੇ ਆਉਂਦੀ ਹੈਗੀ ਹੈ, ਪਰ ਜਿਹੜੀ ਤਾਨਾਸ਼ਾਹ ਲੀਡਰਸ਼ਿਪ ਆ ਉਹ ਥੋਪੀ ਜਾਂਦੀ ਹੈਗੀ ਆ। ਸੋ ਇਹ ਜਿਹੜੀ ਥੋਪੀ ਹੋਈ ਲੀਡਰਸ਼ਿਪ ਆ, ਫਿਰ ਉਹ ਆਪਣੇ ਆਪ ਨੂੰ ਸਾਰੇ ਸਿਸਟਮ ਤੋਂ ਉੱਪਰ ਸਮਝਦੀ ਹੈ। ਸਾਰੇ ਕੁਝ ਤੋਂ ਜਿਹੜਾ ਹੈਗਾ ਵੀ ਉਹਦੇ ਵਿੱਚ ਹੁੰਦਾ ਵੀ ਲੀਡਰ ਦੀ ਭਗਤੀ ਆ। ਸੋ ਤਾਨਾਸ਼ਾਹੀ ਵਿੱਚ ਲੀਡਰ ਸਭ ਤੋਂ ਵੱਡਾ ਹੁੰਦਾ ਹੈ, ਸੈਟਅਪ ਸਿਸਟਮ ਤੇ ਉਹਦੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਬਹੁਤ ਛੋਟੀਆਂ ਰਹਿ ਜਾਂਦੀਆਂ, ਲੀਡਰ ਨੂੰ ਇੰਨਾ ਵੱਡਾ ਕਰ ਦਿੰਦੇ ਹੈਗੇ। ਸੋ ਲੀਡਰ ਆਪਣੇ ਆਪ ਨੂੰ, ਤੇ ਦੂਸਰਾ ਫਿਰ ਇਹ ਹੈਗਾ ਵੀ ਹੰਕਾਰ ਆ ਜਿਹੜਾ, ਵੀ ਸਾਨੂੰ ਕੌਣ ਸਵਾਲ ਪੁੱਛ ਸਕਦਾ ਹੈ ਨਾ ਵੀ ਉਹ ਫਿਰ ਉਸੇ ਚੋਂ ਨਿਕਲਦਾ, ਕਿਉਂਕਿ ਡੈਮੋਕ੍ਰੈਟਿਕ ਸੈਟਅਪ ਲਈ ਉਸ ਲੀਡਰਸ਼ਿਪ ਦੀ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਆ ਤਿਆਰੀ ਨਹੀਂ ਹੁੰਦੀ। RSS ਦਾ ਸਮੁੱਚਾ ਸਿਸਟਮ ਨਾਨ ਡੈਮੋਕ੍ਰੈਟਿਕ ਆ, ਲੀਡਰ ਥੋਪੇ ਜਾਂਦੇ ਹੈਗੇ ਆ, ਹਨਾ। ਸੋ ਸਿਰਫ ਕੁਝ ਲੋਕ ਨੇ ਉਹ ਉੱਪਰ ਬਹਿੰਦੇ ਨੇ ਤੇ ਉਹ ਲੀਡਰ ਆ ਜਿਹੜੇ ਥੋਪ ਦਿੰਦੇ ਹੈਗੇ। ਸੋ ਇਹਨਾਂ ਦਾ ਜਮਹੂਰੀ ਸੰਸਥਾਵਾਂ ਲਈ ਹੁਣ ਇਹ ਹੋਇਆ ਵੀ ਇੱਕ ਤਾਨਾਸ਼ਾਹੀ ਵਿੱਚ ਪੈਦਾ ਹੋਈ ਲੀਡਰਸ਼ਿਪ ਨੇ ਜਮਹੂਰੀ ਸੰਸਥਾਵਾਂ ਤੇ ਕਬਜ਼ਾ ਕਰ ਲਿਆ, ਬਾਈ ਹੁੱਕ ਔਰ ਕਰੁੱਕ। ਕਬਜ਼ਾ ਬੇਸ਼ੱਕ ਕਰ ਲਿਆ ਹੋਇਆ, ਪਰ ਜਿਹੜਿਆ ਜਦੋਂ ਤੁਸੀਂ ਗਲੋਬਲ ਪੋਲਾਈਟੀ ਆ ਜਿਹੜੀ ਡੈਮੋਕ੍ਰੈਟਿਕ ਆ, ਜਿਹੜੀ ਬਹੁਤ ਲਿਬਰਲ ਆ, ਹੁਣ ਨਾਰਵੇ ਦਾ ਕੰਟਰੀ ਆ ਜਿਹੜਾ ਦੁਨੀਆ ਦਾ ਸਭ ਤੋਂ 1 ਨੰਬਰ ਕੰਟਰੀ ਆ। ਸੋ ਦੁਨੀਆ ਦੇ ਹਰ ਕਿਸਮ ਦੇ ਹਿਊਮਨ ਇੰਡੈਕਸ ਵਿੱਚ ਨਾਰਵੇ ਦਾ ਨੰਬਰ 1 ਹੈਗਾ। ਸੋ ਜੇ ਉੱਥੋਂ ਦੇ ਲੋਕਾਂ ਨਾਲ ਹੁਣ ਤੁਸੀਂ ਇੰਟਰੈਕਟ ਸਿਰਫ ਤਾਨਾਸ਼ਾਹ ਨਾਲ ਤਾਂ ਨਹੀਂ ਕਰਨਾ, ਇੰਟਰੈਕਟ ਤੁਸੀਂ ਕਰਨਾ ਹੈਗਾ ਡੈਮੋਕ੍ਰੈਟਿਕ ਸਿਸਟਮ ਨਾਲ, ਜਿਹੜੇ ਇੰਨਾ ਪੂਰਾ ਗਲੋਬ ਹੈਗਾ। ਗਲੋਬ ਵਿੱਚ ਜਿਹੜਾ ਹੈਗਾ, ਜਦੋਂ ਤੁਸੀਂ ਜਾਣਾ ਉੱਥੇ ਤੁਹਾਡੀ ਜਿਹੜੀ ਇਨਪੁਟਸ ਆ ਜਾਂ ਤੁਹਾਡੇ ਜਿਹੜੇ ਵਿਚਾਰ ਆ ਉਹ ਦੇਣੇ ਪੈਂਦੇ ਆ। ਈਵਨ ਹੁਣ ਤੁਸੀਂ ਦੇਖੋ ਵੀ ਚਾਹੇ ਲੀਡਰ ਦੇ ਵਿੱਚ ਆਪਣੀ ਤਾਨਾਸ਼ਾਹੀ ਵੀ ਹੋਵੇ ਨਾ, ਪਰ ਉਹ ਸਵਾਲਾਂ ਤੋਂ ਕਦੇ ਨਹੀਂ ਭੱਜਦਾ। ਈਵਨ ਹੁਣ ਨਾ BBC ਦੇ ਆਰਕਾਈਵਜ਼ ਆ ਜਿਹੜੇ ਉਹ ਫ੍ਰੀ ਹੋ ਰਹੇ ਆ, ਬਹੁਤ ਸਾਰੇ ਆਰਕਾਈਵਜ਼ ਹੁਣ ਫ੍ਰੀ ਆਫ ਕਾਸਟ ਆ ਰਹੇ ਹੈਗੇ ਸੋਸ਼ਲ ਮੀਡੀਆ ਤੇ। ਉਹਦੇ ਵਿੱਚ ਮੈਂ ਇੰਦਰਾ ਗਾਂਧੀ ਦੀ BBC ਨਾਲ ਇੰਟਰਵਿਊ ਦੇਖ ਰਿਹਾ, ਜਿਹੜੀ 1975 ਦੀ ਐਮਰਜੈਂਸੀ ਵੇਲੇ ਆ। ਠੀਕ ਹੈ। ਇੰਦਰਾ ਗਾਂਧੀ ਲਗਾਤਾਰ ਜਸਟੀਫਾਈ ਕਰ ਰਹੀ ਆ ਵੀ ਹਾਂ ਮੈਂ ਤਾਂ ਡੈਮੋਕ੍ਰੇਸੀ ਨੂੰ ਬਚਾਉਣ ਲਈ ਇਹ ਕਰਨ ਲਈ ਉਹ ਕਰਨ ਲਈ, ਜਿਹੜੀ ਉਹ 100 ਸਵਾਲਾਂ ਦੇ 100 ਜਵਾਬ ਵੀ ਦਿੰਦੀ ਆ। ਬੇਸ਼ੱਕ ਉਹ ਤਾਨਾਸ਼ਾਹ ਲੀਡਰ ਸੀ, ਪਰ ਫਿਰ ਵੀ ਡੈਮੋਕ੍ਰੈਟਿਕ ਸੈਟਅਪ ਵਿੱਚ ਉਹ ਘੱਟੋ ਘੱਟ ਪ੍ਰੈਸ ਨਾਲ ਇੰਟਰੈਕਟ ਤਾਂ ਕਰਦੀ ਸੀ ਨਾ, ਵੀ ਉਹਦੀ ਘੱਟੋ ਘੱਟ ਜਿਹੜੀ ਮਾੜੀ ਮੋਟੀ ਉਦੋਂ ਤੱਕ ਇਹ ਸੀਗਾ ਵੀ ਉਦੋਂ ਤੱਕ ਭਾਰਤ ਇੰਨਾ ਤਾਨਾਸ਼ਾਹੀ ਵੱਲੋਂ ਨਹੀਂ ਸੀ ਵਧਿਆ। ਹਾਲਾਂਕਿ ਉਦੋਂ ਸ਼ੁਰੂਆਤ ਕਰੀ ਇੰਦਰਾ ਗਾਂਧੀ ਨੇ ਤਾਨਾਸ਼ਾਹੀ ਵੱਲ ਜਦੋਂ ਐਮਰਜੈਂਸੀ ਲਾ ਕੇ, ਪਰ ਜਿਹੜੀ ਹੁਣ ਦੀ ਲੀਡਰਸ਼ਿਪ ਹੈਗੀ ਆ ਇਹ ਤਾਂ ਸਮੁੱਚੀ ਆਈਓ ਉਸ
ਉਸ ਪਰੰਪਰਾ ਚੋਂ ਆ ਜਿਹਦਾ ਜਮਹੂਰੀਅਤ ਨਾਲ ਇੱਟ ਕੁੱਤੇ ਦਾ ਵੈਰ ਆ। ਸੋ ਜਿਹੜੀ ਜਮਹੂਰੀਅਤ ਲਈ ਪੈਦਾ ਹੀ ਨਹੀਂ ਹੋਈ, ਜਿਹੜੀ ਸਟੇਟ ਨੂੰ ਪੁਲਿਸ ਬਣਾਉਣ ਲਈ ਪੈਦਾ ਹੋਈ ਹੈਗੀ। ਸੋ ਅੱਗੇ ਜਾ ਕੇ ਆਪਾਂ ਜਿਹੜਾ ਇਹ ਡਿਸਕਸ ਕਰਾਂਗੇ। ਹੁਣ ਇਹਦੇ ਨਾਲ ਇੱਕ ਹੋਰ ਹੈਗਾ, 2003 ਵਿੱਚ ਇਰਾਕ ਦੀ ਵਾਰ ਲੱਗਦੀ ਹੈਗੀ ਆ। ਹਾਂਜੀ। ਇਰਾਕ ਦੀ ਵਾਰ ਤੋਂ ਪਹਿਲਾਂ ਟੋਨੀ ਬਲੇਅਰ ਉਦੋਂ ਜਿੱਦਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਸੀ। ਟੋਨੀ ਬਲੇਅਰ ਦੀ ਇੱਕ ਬਹੁਤ ਵੱਡੇ ਟੀਵੀ ਚੈਨਲ ਨਾਲ ਜਿਹੜੀ ਹੈਗੀ ਆ, ਬਰਤਾਨੀਆ ਦਾ ਦੂਜੇ ਨੰਬਰ ਦਾ ਟੈਲੀਵਿਜ਼ਨ ਆ BBC ਤੋਂ ਬਾਅਦ, ਉੱਥੇ 1 ਜਾਂ 1.5 ਘੰਟੇ ਦੀ ਇੰਟਰਵਿਊ ਆ, ਜਿਹਦਾ ਇੰਟਰਵਿਊ ਨਹੀਂ, ਸਵਾਲਾਂ ਦੇ ਜਵਾਬ ਹੈਗੇ ਆ। ਠੀਕ ਹੈ। ਉਹਦੇ ਸਾਹਮਣੇ 8 ਜਾਂ 9 ਔਰਤਾਂ ਬੈਠੀਆਂ ਨੇ। 8 ਜਾਂ 9 ਔਰਤਾਂ ਸਵਾਲ ਕਰ ਰਹੀਆਂ ਨੇ ਉਹਨੂੰ, ਹਨਾ, ਪੜ੍ਹੀਆਂ ਲਿਖੀਆਂ ਔਰਤਾਂ ਸਵਾਲ ਕਰ ਰਹੀਆਂ ਨੇ। ਔਰ ਉਹਨਾਂ ਔਰਤਾਂ ਵਿੱਚੋਂ 2 ਔਰਤਾਂ ਉਹ ਸੀ ਜਿਨ੍ਹਾਂ ਦੇ ਬੱਚੇ 9/11 ਦੇ ਹਮਲੇ ਵਿੱਚ ਮਾਰੇ ਗਏ ਸੀ। ਉਹ ਜਹਾਜ਼ਾਂ ਨਾਲ ਜਿਹੜਾ ਟਵਿਨ ਟਾਵਰਸ ਤੇ ਹਮਲਾ ਹੋਇਆ ਸੀ। ਉਹ ਬੀਬੀਆਂ ਲਗਾਤਾਰ ਪਲੀਡ ਕਰ ਰਹੀਆਂ ਵੀ ਅਸੀਂ ਆਪਣੇ ਬੱਚੇ ਗਵਾਏ ਆ, ਪਰ ਫਿਰ ਵੀ ਅਸੀਂ ਤੁਹਾਨੂੰ ਕਹਿ ਰਹੀਆਂ ਵੀ ਜੰਗ ਨਾ ਲਾਓ, ਜੰਗ ਨਾਲ ਕੁਝ ਨਹੀਂ ਬਣਨਾ, ਜੰਗ ਨਾਲ ਜਿੱਦਾਂ ਸਾਡੇ ਬੱਚੇ ਮਰੇ ਆ ਕਿਸੇ ਹੋਰ ਦੇ ਬੱਚੇ ਮਰਨਗੇ। ਪਰ ਟੋਨੀ ਬਲੇਅਰ ਨੇ 1.5 ਘੰਟੇ ਦੇ ਪ੍ਰੋਗਰਾਮ ਵਿੱਚ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਇਟ ਮੀਨਸ ਬੇਸ਼ੱਕ ਉਹਦੇ ਵਿਚਾਰਾਂ ਨਾਲ ਆਪਾਂ ਸਹਿਮਤ ਹੋਈਏ ਜਾਂ ਨਾ ਹੋਈਏ, ਹਨਾ, ਪਰ ਉਹ ਇੱਕ ਡੈਮੋਕ੍ਰੈਟਿਕ ਸੈਟਅਪ ਵਿੱਚ ਪੈਦਾ ਹੋਇਆ ਲੀਡਰ ਆ, ਜਿਹੜਾ 1.5 ਘੰਟੇ ਤੱਕ ਆਪਣੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਸਾਹਮਣਾ ਕਰ ਗਿਆ। ਜਿਹੜਾ ਬੰਦਾ ਉਹਦੇ ਵਿੱਚ ਕਿੰਨਾ ਜਿਗਰਾ ਹੋਏਗਾ ਔਰ ਕਿੰਨੀ ਉਹਦੀ ਇੰਟੈਲੀਜੈਂਸ ਹੋਊਗੀ। ਇਟ ਮੀਨਸ ਚਾਹੇ ਡੈਮੋਕ੍ਰੈਟਿਕ ਸੈਟਅਪ ਵਿੱਚ ਲੀਡਰ ਆ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਤੋਂ ਉਲਟ ਫੈਸਲੇ ਲੈਂਦੇ ਆ, ਪਰ ਉਹਨਾਂ ਕੋਲ ਜਸਟੀਫਾਈ ਕਰਨ ਦੀ ਤਾਂ ਕੋਈ ਕੁਛ ਨਾ ਕੁਛ ਇੰਟੈਲੀਜੈਂਸ ਤਾਂ ਹੈ ਨਾ। ਜਿਹੜਾ ਨਾਰਵੇ ਵਿੱਚ ਹੋਇਆ ਉਹ ਤਾਂ ਬੰਦਿਆਂ ਕੋਲ ਜਸਟੀਫਾਈ ਕਰਨ ਦੀ ਵੀ ਇੰਟੈਲੀਜੈਂਸ ਆ ਜਿਹੜੀ ਨਹੀਂ ਹੈ, ਹਨਾ। ਸੋ ਇਹਦੇ ਤੋਂ ਜਿਹੜੇ ਇਹ ਸਾਰੇ ਸਿਸਟਮ ਚੋਂ, ਤੇ ਦੂਸਰਾ ਹੈਗਾ ਵੀ ਜਿਹੜਾ ਲਿਬਰਲ ਡੈਮੋਕ੍ਰੇਸੀ ਹੈਗੀ ਆ, ਉਹ ਫਿਰ ਇਹ ਹੈਗੀ ਆ ਵੀ ਉਹਦੇ ਵਿੱਚ ਜੇ ਲੀਡਰ ਗਲਤੀ ਕਰਦਾ ਤਾਂ ਉਹਨੂੰ ਪੇ ਕਰਨਾ ਪੈਂਦਾ। ਤੁਸੀਂ ਦੇਖੋ ਉਹ ਤੋਂ ਬਾਅਦ ਟੋਨੀ ਬਲੇਅਰ ਦੀ ਗੱਦੀ ਜਾਂਦੀ ਰਹੀ 2003 ਵਾਲੇ ਡਿਬੇਕਲ ਤੋਂ ਬਾਅਦ ਆ, ਜਿਹੜੀ ਲੇਬਰ ਉਦੋਂ ਦੀ ਹਾਰੀ ਹੋਈ, ਮਸੀਂ ਜਾ ਕੇ ਪੈਰਾਂ ਸਿਰ ਹੋਈ ਹੈਗੀ ਆ। ਔਰ ਬਹੁਤ ਵੱਡਾ ਜਿਹੜਾ ਉਹ ਆਇਆ ਸੀਗਾ ਉਹ ਸੀ। ਸੋ ਲਿਬਰਲ ਡੈਮੋਕ੍ਰੇਸੀ ਦਾ ਔਰ ਜਿਹੜੀ ਤਾਨਾਸ਼ਾਹ ਡੈਮੋਕ੍ਰੇਸੀ ਆ, ਜਿਹੜੀ ਨਾਨ ਲਿਬਰਲ ਹੈਗੀ ਆ ਔਰ ਜਿਹੜੀ ਨਾਨ ਡੈਮੋਕ੍ਰੈਟਿਕ ਆ, ਉਹਦੇ ਸੈਟਅਪ ਦਾ ਵੀ ਫਰਕ ਆ ਤੇ ਉਹਦੀ ਲੀਡਰਸ਼ਿਪ ਦਾ ਵੀ ਫਰਕ ਆ। ਉਹਦੀ ਲੀਡਰਸ਼ਿਪ ਇੱਕ ਤਾਂ ਹੰਕਾਰੀ ਹੁੰਦੀ ਆ, ਤੇ ਦੂਸਰਾ ਕੈਪੇਬਲ ਨਹੀਂ ਹੁੰਦੀ, ਤੇ ਤੀਸਰਾ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਫਸੀ ਹੋਈ ਆ। ਹੁਣ ਨਰਿੰਦਰ ਮੋਦੀ ਆ, ਉਹਨਾਂ ਦੀ ਸਰਕਾਰ ਫਸੀ ਹੋਈ ਆ ਡੈਮੋਕ੍ਰੇਸੀ ਵਿੱਚ। ਦੇ ਆਰ ਨਾਟ ਡੈਮੋਕ੍ਰੇਟ, ਉਹ ਡੈਮੋਕ੍ਰੇਟ ਹੈ ਹੀ ਨਹੀਂ। ਜਿਹੜੇ ਕੋਈ ਵੀ ਡੈਮੋਕ੍ਰੇਸੀ ਸਿਰਫ ਪ੍ਰਧਾਨ ਮੰਤਰੀ ਬਣ ਕੇ ਤਾਕਤ ਅਜਮਾਉਣ ਦਾ ਹੀ ਕੰਮ ਨਹੀਂ ਹੈ, ਲੋਕਾਂ ਲਈ ਤੁਹਾਡੀ ਰਿਸਪੌਂਸਿਬਿਲਿਟੀ ਵੀ ਹੈ। ਹੁਣ ਪਿਛਲੇ 12-13 ਸਾਲਾਂ 'ਚ ਰਿਸਪੌਂਸਿਬਿਲਿਟੀ ਤਾਂ ਕਿਤੇ ਵੀ ਨਜ਼ਰ ਨਹੀਂ ਆ ਰਹੀ। ਸੋ ਇਹ ਜਿਹੜਾ ਫਲਾਅ ਹੈਗਾ ਇਹ ਲਗਾਤਾਰ ਉਹਨਾਂ ਦੇ ਸਾਹਮਣੇ ਆਵੇਗਾ, ਇਹ ਹੋਰ ਵੀ ਤਾਨਾਸ਼ਾਹਾਂ ਦੇ ਸਾਹਮਣੇ ਆਵੇਗਾ। ਹਾਲਾਂਕਿ ਪੂਤਨ ਸਵਾਲਾਂ ਦੇ ਜਵਾਬ ਤਾਂ ਦਿੰਦਾ ਨਾ, ਹਾਲਾਂਕਿ ਤਾਨਾਸ਼ਾਹ ਉਹ ਹੈਗਾ ਨਾ। ਸੋ ਇਟ ਮੀਨਸ ਉਹ ਹਲੇ ਘੱਟ ਤਾਨਾਸ਼ਾਹ ਹੈ। ਸੋ ਇਹ ਜਿਹੜੇ ਹੈਗੇ ਆ ਇਹ ਬੜੀ ਹਾਰਡ ਤਾਨਾਸ਼ਾਹੀ ਵੱਲ ਵਧ ਰਹੇ ਆ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਜਿਹੜਾ ਨਾਰਵੇ ਦੇ ਵਿੱਚ ਇਹਨਾਂ ਦਾ ਕੋਈ ਕੌਂਸਲੇਟ ਦਾ ਬੰਦਾ ਸੀ, ਕਿੱਦਾਂ ਉਂਗਲਾਂ ਕਰ ਕਰਕੇ ਉਹ ਜਿਹੜਾ ਉਹ ਸਮਝਾ ਰਿਹਾ, ਉਹ ਸੇਮ ਉਹੀ ਚੀਜ਼ਾਂ ਜਿਹੜੀਆਂ ਹੁਣ ਨਜ਼ਰ ਆਈਆਂ। ਉਹਦੇ ਵਿੱਚ ਤੁਸੀਂ ਦੇਖੋ, ਇੱਕ ਮਾਨਚੈਸਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਗੇ ਇਲਾਨ ਪਾਪੇ ਹਿਊਮਨ ਰਾਈਟਸ ਤੇ ਕੰਮ ਕਰਦੇ ਆ। ਉਹਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ। ਉਹਨਾਂ ਨੇ ਜਿਹੜਾ ਫਲਸਤੀਨ ਵਿੱਚ ਜੈਨੋਸਾਈਡ ਹੋਇਆ ਉਹਦੇ ਤੇ ਕਿਤਾਬ ਲਿਖੀ ਆ, ਹਨਾ। ਉਹਦੇ ਵਿੱਚ ਉਹਨੇ ਲਿਖਿਆ, ਕਹਿੰਦਾ ਵੀ ਸਰਕਾਰਾਂ ਆਪਣੇ ਅਫਸਰਾਂ ਦੀ ਮਾਨਸਿਕਤਾ ਨੂੰ ਇਸ ਤਰ੍ਹਾਂ ਘੜ ਦਿੰਦੀਆਂ ਵੀ ਸਰਕਾਰਾਂ ਨੂੰ ਵਾਰ-ਵਾਰ ਹੁਕਮ ਨਹੀਂ ਦੇਣੇ ਪੈਂਦੇ ਕਤਲੇਆਮ ਦੇ। ਅਫਸਰਾਂ ਨੂੰ ਪਤਾ ਹੁੰਦਾ ਵੀ ਸਰਕਾਰਾਂ ਨੇ ਕੀ ਤੈਅ ਕਰ ਰੱਖਿਆ। ਸੋ ਜਿਸ ਤਰ੍ਹਾਂ ਉਹ ਬੋਲਿਆ, ਹਨਾ, ਜਦੋਂ ਬੀਬੀ ਜੀ ਨੇ ਉੱਥੇ ਸਵਾਲ ਕਰਿਆ ਵੀ ਵਾਈ ਵੀ ਟਰਸਟ ਯੂ, ਹਨਾ, ਵੀ ਅਸੀਂ ਤੁਹਾਡੇ ਤੋਂ ਟਰਸਟ ਕੀ ਕਰਿਆ, ਉਹਨੂੰ ਕਿਹਾ ਗਿਆ ਵੀ ਆਰ ਕੰਡਕਟਿੰਗ ਦੀ ਪ੍ਰੈਸ ਕਾਨਫਰੰਸ। ਇਟ ਮੀਨਸ ਵੀ ਅਸੀਂ ਮਾਲਕ ਹਾਂ, ਵੀ ਅਸੀਂ ਕੰਡਕਟ ਕਰ ਰਹੇ ਹੈਗੇ, ਸਾਡਾ ਇਟ ਮੀਨਸ ਵੀ ਸਾਡਾ ਇਰਾਦਾ ਹੋਊਗਾ ਤਾਂ ਜਵਾਬ ਦੇਵਾਂਗੇ, ਤਾਂ ਨਹੀਂ ਦੇਵਾਂਗੇ। ਸੋ ਇਹ ਅਫਸਰਸ਼ਾਹੀ ਵੀ ਹੈ ਜਿਹੜੀ ਉਸੇ ਲੀਹ ਤੇ ਜਿੱਦਾਂ ਚੱਲੀ ਹੋਈ ਹੈ। ਸੋ ਜੋ ਕੁਝ ਪੋਲਿਟਿਕਸ ਮਿਥ ਦਿੰਦੀ ਅਫਸਰਸ਼ਾਹੀ ਲਈ, ਜੇ ਡੈਮੋਕ੍ਰੇਸੀ ਮਿਥੂਗੀ ਤਾਂ ਆਫੀਸਰ ਵੀ ਡੈਮੋਕ੍ਰੈਟਿਕ ਲੀਹਾਂ ਤੇ ਚੱਲਣਗੇ। ਜੇ ਪੋਲਿਟਿਕਸ ਆ ਜਿਹੜੀ ਉਹ ਨਾਨ ਡੈਮੋਕ੍ਰੈਟਿਕ ਲੀਹਾਂ ਪਾਉਗੀ ਤਾਂ ਅਫਸਰਸ਼ਾਹੀ ਵੀ ਨਾਨ ਡੈਮੋਕ੍ਰੈਟਿਕ ਲੀਹਾਂ ਤੇ। ਜਿਹੜੀ ਅਫਸਰਸ਼ਾਹੀ ਦੋਹਾਂ ਪ੍ਰਧਾਨ ਮੰਤਰੀਆਂ ਦੀ ਮਿਲਣੀ ਵੇਲੇ ਡਰੀ ਹੋਈ ਸੀ, ਉਹ ਅੰਬੈਸੀ ਵਿੱਚ ਜਾ ਕੇ ਜਿਹੜੀ ਤੁਸੀਂ ਦੇਖੋ ਵੀ ਉਹ ਸ਼ੇਰ ਬਣ ਜਾਂਦੀ ਹੈ, ਤੇ ਫਿਰ ਉਹ ਜਿਹੜਾ ਉਹੀ ਇੰਡੀਅਨਾਈਜੇਸ਼ਨ ਆ ਜਿਹੜੀ ਉਹ ਸਿਸਟਮ ਦੀ ਕਰਦੀ ਹੈ। ਬਿਲਕੁਲ। ਉਹ ਕਹਿੰਦੇ ਜੀ ਅਦਾਲਤਾਂ ਤੋਂ ਜਾ ਕੇ ਜਵਾਬ ਤੁਸੀਂ ਲਓ, ਵੀ ਫਿਰ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਕਿਸ ਕੰਮ ਨੂੰ ਜਿਹੜੀ ਉਹ ਕਰ ਰਹੇ ਆ, ਇੱਥੇ ਤਾਂ ਪਤਾ ਲੱਗ ਹੀ ਰਿਹਾ। ਤੇ ਅਵਤਾਰ ਸਿੰਘ ਜੀ, ਜਿਹੜੀ ਗੱਲ ਕੀਤੀ ਤੁਸੀਂ ਵਿੱਚ ਵੀ ਜਿਹੜੀ ਤਾਨਾਸ਼ਾਹੀ ਸਟੇਟ ਆ, ਜਿਹੜੇ ਹਾਕਮ ਹੁੰਦੇ ਆ ਜਿਨ੍ਹਾਂ ਦੇ ਤੁਸੀਂ ਜ਼ਿਕਰ ਕਰ ਰਹੇ ਆ, ਕੀ ਇਹ ਇੱਕ ਸਟੇਟ ਨੂੰ ਪੁਲਿਸ ਵਾਂਗ ਚਲਾਉਣਾ ਚਾਹੁੰਦੇ?
ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਇਹ ਸਾਰਾ ਲਿਖਤੀ ਆਉਂਦਾ ਹੈਗਾ। ਸੋ ਜਿਹੜੇ ਮੁਸੋਲੋਨੀ ਆ, ਜਿਹੜੇ ਇਟਲੀ ਦੇ ਹੋਏ ਆ ਸ਼ਾਸਕ, ਉਹਨਾਂ ਦੀ ਉਹ ਹਿਟਲਰ ਦੇ ਬਰਾਬਰ ਦੇ ਲਾਗੇ ਭਾਗੇ ਸਮਕਾਲੀ ਹੋਈ ਜਿਹੜਾ ਹੈਗੇ ਇਹ ਤਿੰਨੇ, ਸਪੇਨ ਦਾ ਵੀ ਜਿਹੜਾ ਤਾਨਾਸ਼ਾਹੀ ਦਾ, ਇਹ ਤਿੰਨੇ ਸਮਕਾਲੀ ਨੇ। ਸੋ ਮੁਸੋਲੋਨੀ ਦੀਆਂ ਇੱਕ ਕਿਤਾਬ ਹੈਗੀ ਹੈ, 3 ਫੇਸਿਸ ਆਫ ਫਾਸ਼ਿਜ਼ਮ। ਸੋ ਫਾਸ਼ਿਜ਼ਮ ਦਾ ਉਹਦੇ ਵਿੱਚ ਹਿਟਲਰ ਦਾ, ਮੁਸੋਲੋਨੀ ਦਾ ਤੇ ਸਪੇਨ ਵਾਲਿਆਂ ਦਾ, ਤਿੰਨਾਂ ਦਾ ਫਾਸ਼ਿਜ਼ਮ ਦੇ ਜਿਹੜੇ, ਉਹ ਬਹੁਤ ਵਧੀਆ ਕਿਤਾਬ ਆ। ਮੁਸੋਲੋਨੀ ਦੀ ਉਹਨਾਂ ਨੇ ਕੋਟੇਸ਼ਨ ਦਿੱਤੀਆਂ ਨੇ। ਉਹ ਕਹਿੰਦਾ ਵੀ ਜਿਹੜੀ ਸਟੇਟ ਆ ਬਿਲਕੁਲ ਕਲੋਜ਼ ਹੋਵੇਗੀ, ਕੋਈ ਓਪਨਨੈਸ ਨਹੀਂ ਹੋਊਗੀ। ਸਟੇਟ ਵਿਲ ਬੀ ਐਨ ਆਰਗੇਨਾਈਜ਼ਡ ਪੁਲਿਸ ਫੋਰਸ। ਮੁਸੋਲਿਨੀ ਨੇ ਲਿਖਿਆ ਹੈ ਬਿਲਕੁਲ, ਹੈ। ਉਹ ਕਹਿੰਦਾ ਵੀ ਹਰ ਚੀਜ਼ ਆ ਜਿਹੜੀ ਉਹ ਪੁਲਿਸ ਵਾਂਗ ਵਰਕ ਕਰੇਗੀ। ਬੈਂਕ ਵੀ, ਮੀਡੀਆ ਵੀ, ਇਲੈਕਸ਼ਨ ਕਮਿਸ਼ਨ ਵੀ, ਇੰਟੈਲੀਜੈਂਸ ਵੀ, ਪੁਲਿਸ ਵੀ, ਅਦਾਲਤਾਂ ਵੀ, ਮਤਲਬ ਕਿ ਐਵਰੀਥਿੰਗ, ਜਿੰਨੀਆਂ ਵੀ ਡੈਮੋਕ੍ਰੈਟਿਕ ਸਿਸਟਮ ਦੀਆਂ ਸੰਸਥਾਵਾਂ ਨੇ, ਦੇ ਵਿਲ ਵਰਕ ਐਜ਼ ਆਰਗੇਨਾਈਜ਼ਡ ਪੁਲਿਸ ਫੋਰਸ। ਹੁਣ ਆਪਾਂ ਦੇਖ ਸਕਦੇ ਹਾਂ, ਤੁਸੀਂ ਭਾਰਤ ਦੀਆਂ ਅਦਾਲਤਾਂ, ਸਰਕਾਰ ਦੇ ਖਿਲਾਫ ਕੋਈ ਫੈਸਲਾ ਨਹੀਂ ਆਉਂਦਾ। ਜੋ ਕੁਝ ਪੁਲਿਸ ਕਹਿੰਦੀ ਆ, ਅਦਾਲਤਾਂ ਉਹਨੂੰ ਸੱਚ ਮੰਨ ਲੈਂਦੀਆਂ। ਇਟ ਮੀਨਸ ਇਟ ਇਜ਼ ਐਨ ਆਰਗੇਨਾਈਜ਼ਡ ਪੁਲਿਸ। ਜਿਹੜਾ ਇਲੈਕਸ਼ਨ ਕਮਿਸ਼ਨ ਆ, ਇਟ ਇਜ਼ ਐਨ ਆਰਗੇਨਾਈਜ਼ਡ ਪੁਲਿਸ। ਜਿਹੜਾ ਮੀਡੀਆ ਹੈ, ਇਟ ਇਜ਼ ਐਨ ਆਰਗੇਨਾਈਜ਼ਡ ਪੁਲਿਸ। ਜਿਹੜੀ ਅਫਸਰਸ਼ਾਹੀ ਆ, ਇਟ ਇਜ਼ ਐਨ ਆਰਗੇਨਾਈਜ਼ਡ ਪੁਲਿਸ। ਜਿਹੜੇ ਲੀਡਰ ਆ, ਉਹ ਤਾਂ ਆਰਗੇਨਾਈਜ਼ਡ ਪੁਲਿਸ ਹੈਗੀ ਆ। ਸੋ ਮੁਸੋਲਿਨੀ ਦੀਆਂ ਜਿਹੜੀਆਂ ਲੀਹਾਂ ਪਾਈਆਂ ਹੋਈਆਂ ਨੇ ਵੀ ਸਟੇਟ ਵਿਲ ਬੀ ਐਨ ਆਰਗੇਨਾਈਜ਼ਡ ਪੁਲਿਸ ਫੋਰਸ। ਜਿਹੜੀ ਪਾਰਟੀ ਆ, ਕਹਿੰਦਾ ਉਹ ਪਾਰਟੀ ਸਟੇਟ ਤੇ ਵੀ ਭਾਰੂ ਹੋਊਗੀ ਤੇ ਪੁਲਿਸ ਤੇ ਵੀ ਭਾਰੀ ਹੋਊਗੀ। ਹੁਣ ਦੇਖ ਸਕਦੇ ਆ ਵੀ ਸਟੇਟ ਕਮਜ਼ੋਰ ਆ। ਜਿਹੜਾ ਸਟੇਟ ਦਾ ਪ੍ਰਧਾਨ ਮੰਤਰੀ ਆ, ਉਹ RSS ਦੇ ਮੁਖੀ ਦੇ ਦਫ਼ਤਰ ਵਿੱਚ ਜਾ ਕੇ ਹੱਥ ਜੋੜ ਕੇ ਉਹਨੂੰ ਜਿਹੜਾ ਹੈਗਾ ਉਹ ਰਿਪੋਰਟ, ਕਾਰ ਦੀ ਰਿਪੋਰਟ ਦਿੰਦਾ। ਇਟ ਮੀਨਸ ਦਾ ਲੀਡਰ ਵਿਲ ਬੀ ਦੀ ਟਾਪ ਮੋਸਟ ਪ੍ਰਾਇੋਰਟੀ। ਉਹਦੇ ਲਈ ਡੈਮੋਕ੍ਰੈਟਿਕ ਸੰਸਥਾਵਾਂ ਦਾਅ ਤੇ ਲਾਈਆਂ ਜਾ ਸਕਦੀਆਂ। ਸੋ ਇਹ ਆਰਗੇਨਾਈਜ਼ਡ ਪੁਲਿਸ ਵਾਲਾ ਸਿਸਟਮ ਆ ਜਿਹੜਾ, ਇਹ ਹੌਲੀ ਹੌਲੀ ਅੱਗੇ ਵੱਧ ਰਿਹਾ ਹੈ। ਸੋ ਜੇ ਨਾ ਇਹਨੂੰ ਨੱਥ ਪਈ ਤਾਂ ਇਹ ਜ਼ਿਆਦਾ ਖਤਰਨਾਕ ਜਿਹੜਾ ਰੂਪ ਆ ਉਹ ਅਖਤਿਆਰ ਕਰ ਸਕਦਾ। ਸੋ ਬਿਲਕੁਲ ਮੁਸੋਲਿਨੀ ਦੀਆਂ ਜਿਹੜੀਆਂ ਕੋਟੇਸ਼ਨਸ ਆ, ਉਹਦੇ ਤੇ ਜਿਹੜਾ ਹੈਗਾ ਅੱਗੇ ਵਧਾਇਆ ਜਾ ਰਿਹਾ। ਆਪਾਂ ਦੇਖਿਆ ਸੀਗਾ ਅਵਤਾਰ ਸਿੰਘ ਜੀ, ਪਿੱਛੇ ਜੇ ਰਿਪੋਰਟ ਆਈ ਸੀ ਸਾਹਮਣੇ ਵੀ ਭਾਰਤ ਵਿੱਚ ਜਿਹੜੀ ਮੀਨ ਕੈਂਪ ਹਿਟਲਰ ਦੀ ਜਿਹੜੀ ਸਵੈ ਜੀਵਨੀ ਆ, ਉਹ ਬਹੁਤ ਜ਼ਿਆਦਾ ਵਿਕ ਰਹੀ ਆ। ਉਹ ਵੀ ਕਿਉਂਕਿ ਉਹ ਜਿੱਦਾਂ ਤੁਸੀਂ ਕਿਹਾ ਵੀ ਉਹ ਫਿਰ ਸਮਝਾਉਣਾ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੁੰਦਾ ਵੀ ਕਿੱਦਾਂ ਆਪਾਂ ਤਾਨਾਸ਼ਾਹ ਆ ਜਿਹੜੇ ਉਹ ਬਣਨੇ ਆ। ਇਹ ਜਿਹੜੇ ਹਾਕਮ ਆ, ਇਹਨਾਂ ਦੀ ਜਿਹੜੀ ਸੋਚ ਆ, ਇਹਨਾਂ ਦਾ ਸਿਧਾਂਤਿਕ ਨਜ਼ਰੀਆ ਹੁੰਦਾ ਕੀ ਆ? ਹਾਂਜੀ ਹਾਂਜੀ, ਇਹ ਸਿਧਾਂਤਕ ਤੌਰ ਤੇ ਆਪਾਂ ਕਿਹਾ ਵੀ ਵਨ ਸਾਈਡਡ ਆ, ਜਾਂ ਜਿੱਦਾਂ ਵੀ ਵਨ ਵੇ ਟ੍ਰੈਫਿਕ ਹੁੰਦਾ। ਉਹਦੇ ਚ ਉਹ ਹੁੰਦਾ ਵੀ ਇੱਕ ਤਾਂ ਗਰੀਬ ਆਦਮੀਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਹਰਾ ਕੇ ਜਿਹੜੀ ਜਿੱਤ ਹਾਸਲ ਕਰਦੇ ਆ, ਉਹ ਜਿੱਤ ਦਾ ਨਸ਼ਾ ਚੜ੍ਹਦਾ ਵੀ ਗਰੀਬਾਂ ਤੇ ਜਿਹੜੀ ਜਿੱਤ ਆ ਉਹਦਾ ਜਿਹੜਾ ਹੈਗਾ ਉਹਨਾਂ ਨੂੰ ਨਸ਼ਾ ਚੜਾਉਂਦੇ ਹੈਗੇ। ਜਿਹੜੀ ਉਹ ਜਿਹੜੇ ਬਹੁਤ ਹੀ ਆਪਾਂ ਕਹਿੰਦੇ ਵੀ ਨਿਤਾਣੇ ਲੋਕ ਆ, ਉਹਨਾਂ ਤੇ ਆਪਣੀ ਜ਼ੋਰ ਅਜਮਾਈ ਕਰਕੇ ਖੁਸ਼ੀਆਂ ਲੈਂਦੇ ਹੈਗੇ। ਸੋ ਇਹ ਮੈਂ ਕਿਤਾਬ ਵਿੱਚ ਵੀ ਪੂਰਾ ਜਿਹੜਾ ਚੈਪਟਰ ਆ ਇਹਦੇ ਤੇ ਜਿਹੜਾ ਜ਼ਿਕਰ ਕਰਿਆ ਹੈਗਾ। ਸੋ ਦੂਸਰਾ ਵੀ ਜਿਹੜੀ ਇੱਕ ਸਹਿਜ ਹੁੰਦਾ, ਇੱਕ ਸਿਆਣਪ ਹੁੰਦੀ ਹੈ, ਇੱਕ ਸਬਰ ਹੁੰਦਾ। ਸਬਰ ਉੱਤੇ ਚਲਾਕੀ ਦੀ ਜਿੱਤ ਆ, ਜਿਹੜੀ ਆਪਾਂ ਕਹੇ ਚਤਰਾਈਆਂ ਦੀ ਜਿੱਤ ਆ, ਉਹਦੇ ਵਿੱਚ ਉਹ ਖੁਸ਼ੀਆਂ ਲੈਂਦੇ ਹੈਗੇ। ਸੋ ਇਹ ਸਿਧਾਂਤ ਹੀ ਇਸ ਤਰ੍ਹਾਂ ਦੇ ਘੜਦੇ ਆ। ਜਿਹੜੇ ਸ਼ੁਕਰ ਸਬਰ ਵਾਲੀ ਜਿਹੜੇ ਲੋਕ ਹੁੰਦੇ ਆ, ਉਹਨਾਂ ਤੇ ਚਤਰਾਈਆਂ ਅਤੇ ਜਿਹੜੀਆਂ ਚਲਾਕੀਆਂ ਉਹਦੀ ਜਿੱਤਾਂ ਦਾ ਜਿਹੜਾ ਇਹ ਜਸ਼ਨ ਮਨਾਉਂਦੇ ਹੈਗੇ ਆ। ਗਰੀਬਾਂ ਦਾ ਕਤਲੇਆਮ ਕਰਕੇ, ਔਰ ਖਾਸ ਕਰਕੇ ਜਿੰਦਾ ਸਾੜ ਕੇ, ਕਹਿੰਦਾ ਹਨਾ, ਉਹ ਕਿਤਾਬ ਵਿੱਚ ਮੈਂ ਜ਼ਿਕਰ ਕਰਿਆ ਵੀ ਜਿੰਦਾ ਸਾੜ ਕੇ ਜਿਹੜਾ ਹੈਗਾ। ਸੋ ਜਿਹੜਾ ਸਿਵਲਾਈਜ਼ਡ ਸੁਸਾਇਟੀ ਦੀਆਂ ਬਹੁਤ ਚੰਗੀਆਂ ਆਦਤਾਂ ਨੇ, ਸਿਆਣਪ, ਭੋਲਾਪਣ, ਸਾਦਗੀ, ਸੱਚਾਈ, ਸੁਹਿਰਦਤਾ, ਠਰਮਾ, ਠਹਿਰਾਓ, ਉਹ ਸਾਰੀਆਂ ਨੂੰ ਜਿਹੜੀ ਘਟੀਆ ਕਿਸਮ ਦੀ ਸ਼ਬਦਾਂ ਦਾ ਜਾਲ ਬੁਣ ਕੇ, ਚਲਾਕੀਆਂ, ਚਤਰਾਈਆਂ, ਬਦਮਾਸ਼ੀ, ਹੈਂਕੜਪੁਣੇ ਦੀਆਂ ਉਹਦੇ ਨਾਲ ਮਸਲ ਕੇ ਔਰ ਮਿੱਧ ਕੇ ਉਹਦੀਆਂ ਫਿਰ ਜਿਹੜੀਆਂ ਜਿੱਤਾਂ ਹਾਸਲ ਹੁੰਦੀਆਂ ਨੇ, ਆਪਾਂ ਦੇਖੀਏ ਵੀ ਜਿਹੜੀਆਂ ਜਿੱਤਾਂ ਹਾਸਲ ਹੋ ਰਹੀਆਂ ਚੋਣਾਂ ਵਿੱਚ, ਇਹ ਸਾਰੀਆਂ ਚਲਾਕੀਆਂ, ਚਤਰਾਈਆਂ ਦੇ ਉੱਤੇ, ਭੋਲੇਪਣ ਦੇ ਉੱਤੇ, ਗਰੀਬ ਲੋਕਾਂ ਦੇ ਭੋਲੇਪਣ ਦੇ ਉੱਤੇ ਜਿਹੜੀਆਂ ਚਤਰਾਈਆਂ ਦੀ ਜਿੱਤ ਆ, ਉਹਦਾ ਫਿਰ ਜਸ਼ਨ ਮਨਾਇਆ ਜਾਂਦਾ। ਫਿਰ ਲੀਡਰ ਆਉਂਦੇ ਆ ਆਪਣੇ ਦਫ਼ਤਰਾਂ ਵਿੱਚ, ਉਹਨਾਂ ਦੇ ਫੁੱਲਾਂ ਦੀ ਵਰਖਾ ਹੁੰਦੀ ਆ, ਇੱਕ ਖਾਸ ਅੰਦਾਜ਼ ਵਿੱਚ ਉਹ ਐਂਟਰ ਹੁੰਦੇ ਆ। ਤੁਸੀਂ ਦੇਖੋ, ਸੋ ਇਹ ਸਾਰਾ ਕੁਛ ਆ ਜਿਹੜਾ ਇੱਕ ਖਾਸ ਕਿਸਮ ਦੀ ਜਿਹੜੀ ਤਰਜ਼ੇ ਜ਼ਿੰਦਗੀ ਆ, ਜਿਹੜੀ ਮੈਂ ਡਿਸਕਸ ਕਰੀ ਆ ਕਿਤਾਬ ਵਿੱਚ, ਜਿਹੜਾ ਇੱਕ ਚੈਪਟਰ ਵਿੱਚ। ਸੋ ਉਹਦੇ ਚੋਂ ਸਾਰੀ ਇਹ ਰਿਫਲੈਕਟ ਹੁੰਦੀ ਹੈਗੀ ਆ ਵੀ ਇਹਨਾਂ ਨੇ ਉਹਦੇ ਵਿੱਚ ਉਹ ਮੁਸੋਲਿਨੀ ਕਹਿੰਦਾ ਵੀ ਅਸੀਂ ਸਾਰੀਆਂ ਡੈਮੋਕ੍ਰੈਟਿਕ ਸੰਸਥਾਵਾਂ ਤੇ ਕਬਜ਼ਾ ਕਰਕੇ, ਸੋ ਜਿਹੜੀਆਂ ਨਾਨ ਡੈਮੋਕ੍ਰੈਟਿਕ ਸੰਸਥਾਵਾਂ ਨਾ, ਉਹਨਾਂ ਲਈ ਸਟੇਟ ਤੇ ਕਬਜ਼ਾ ਕਰਨਾ ਸਭ ਤੋਂ ਜ਼ਰੂਰੀ ਹੁੰਦਾ। ਵੀ ਇੱਕ ਵਾਰੀ ਸਟੇਟ ਤੇ ਕਬਜ਼ਾ ਕਰ ਲਈਏ ਅਸੀਂ, ਉਹ ਤੋਂ ਬਾਅਦ ਸਟੇਟ ਦੀਆਂ ਸਾਰੀਆਂ ਸੰਸਥਾਵਾਂ ਨੂੰ ਆਪਣੇ ਘਟੀਆ ਜਿਹੜੀਆਂ ਲਾਲਸਾਵਾਂ ਹੈ ਉਹਦੇ ਲਈ ਵਰਤਾਂਗੇ। ਜਿਹੜਾ ਕਿ ਦੂਜੇ ਪਾਸੇ ਜਿਹੜੇ ਜੁਝਾਰੂ ਹੁੰਦੇ ਆ, ਸ਼ੁੱਧ ਖਾਲਸਾਈ ਜਾਂ ਸ਼ੁੱਧ
ਜਿਹੜੇ ਮਨੁੱਖਤਾਵਾਦੀ ਜੁਝਾਰੂ ਆ ਉਹਨਾਂ ਲਈ ਬੇਸ਼ੱਕ ਸਟੇਟ ਉਹਨਾਂ ਦੇ ਇੱਕ ਨਿਸ਼ਾਨਾ ਹੁੰਦਾ ਪਰ ਅੰਤਮ ਨਿਸ਼ਾਨਾ ਨਹੀਂ ਹੁੰਦਾ। ਉਹ ਸਟੇਟ ਤੋਂ ਬਿਨਾਂ ਵੀ ਲੋਕਾਂ ਦੀ ਭਲਾਈ ਜਾਂ ਲੋਕਾਂ ਦੀ ਵਿਲੱਖਣਤਾ ਜਾਂ ਆਪਣੀ ਹੋਂਦ ਦੀ ਲੜਾਈ, ਆਪਣੇ ਇਤਿਹਾਸ ਨੂੰ ਬਚਾਉਣ ਦਾ ਜਿਹੜਾ ਸੰਘਰਸ਼ ਆ ਉਹ ਸੱਚੇ ਦਿਲੋਂ ਕਰਦੇ ਆ ਤੇ ਉਹਦੇ ਲਈ ਸ਼ਹਾਦਤਾਂ ਵੀ ਪਾਉਂਦੇ ਹੈਗੇ ਆ। ਉਹਨਾਂ ਦੀ ਸੱਚਾਈ ਆ ਜਿਹੜੀ ਇੱਕ ਵੱਖਰੀ ਕਿਸਮ ਦੀ ਸੱਚਾਈ ਹੈਗੀ ਆ। ਪਰ ਜਿਹੜੇ ਤਾਨਾਸ਼ਾਹ ਨੇ ਉਹ ਸਟੇਟ ਤੇ ਕਬਜ਼ਾ ਕਰਕੇ ਫਿਰ ਸਟੇਟ ਨੂੰ, ਉਹਦੀ ਜਮਹੂਰੀਅਤ ਨੂੰ ਖਤਮ ਕਰਦੇ ਹੈਗੇ ਆ ਔਰ ਫਿਰ ਉਹਦੇ ਤੇ ਤਾਨਾਸ਼ਾਹੀ ਦੇ ਲੇਬਲ ਲਗਾ ਕੇ ਸਮੁੱਚੀਆਂ ਸੰਸਥਾਵਾਂ ਨੂੰ, ਚਾਹੇ ਚੋਣ ਕਮਿਸ਼ਨ ਆ, ਚਾਹੇ ਮੀਡੀਆ, ਚਾਹੇ ਅਫਸਰਸ਼ਾਹੀ ਹੈਗੀ ਆ, ਚਾਹੇ ਅਦਾਲਤਾਂ ਨੇ, ਚਾਹੇ ਹੋਰ ਜਿੰਨੀਆਂ ਵਿਦਿਆਰਥੀ ਸੰਸਥਾਵਾਂ ਨੇ, ਉਹਨਾਂ ਨੂੰ ਕਰਪਟ ਕਰਦੇ ਹੈਗੇ ਹਨ। ਸੋ ਉਹਦੇ ਵਿੱਚੋਂ ਹੁਣ ਤੁਸੀਂ ਦੇਖੋ 1997 ਵਿੱਚ ਦਾ ਹਿੰਦੂ ਵਿੱਚ ਇੱਕ ਆਰਟੀਕਲ ਛਪਿਆ ਸੀਗਾ ਅਸਗਰ ਅਲੀ ਇੰਜੀਨੀਅਰ ਦਾ। 1997 ਵਿੱਚ ਹਲੇ ਬੀਜੇਪੀ ਦੀ ਸਰਕਾਰ ਆਈ ਨਹੀਂ ਸੀ, 98 ਵਿੱਚ ਵਾਜਪੇਈ ਦੀ ਸਰਕਾਰ ਬਣੀ ਆ। ਉਹ ਕਹਿੰਦਾ ਬੀਜੇਪੀ ਦੇ ਆਉਣ ਦਾ ਖਤਰਾ ਇਹ ਨਹੀਂ ਹੈਗਾ ਵੀ ਇਹ ਰਾਮ ਮੰਦਿਰ ਬਣਾ ਦੇਗੀ ਜਾਂ ਸਾਂਝਾ ਸਿਵਲ ਕੋਡ ਲਾਗੂ ਕਰ ਦੇਗੀ। ਕਹਿੰਦਾ ਸਭ ਤੋਂ ਵੱਡਾ ਖਤਰਾ ਹੈਗਾ ਵੀ ਇਹ ਕ੍ਰਿਮੀਨਲਾਈਜੇਸ਼ਨ ਆਫ ਸੁਸਾਇਟੀ ਕਰ ਦੇਗੀ। ਸੁਸਾਇਟੀ ਕ੍ਰਿਮੀਨਲਾਈਜ਼ ਹੋ ਜੂਗੀ। ਸੋ ਉਹਦੇ ਬੋਲ ਆ ਜਿਹੜੇ ਅੱਜ 20-25 ਸਾਲਾਂ ਬਾਅਦ, 97 ਸੀਗਾ ਤੇ ਅੱਜ ਦੇਖ ਲਓ ਵੀ 30 ਸਾਲ ਹੋ ਗਏ, 30 ਸਾਲਾਂ ਬਾਅਦ ਉਹਦੇ ਜਿਹੜੇ ਬੋਲ ਆ ਉਹ ਸਾਹਮਣੇ ਆ ਰਹੇ। ਸੋ ਸਾਡੇ ਕੋਲ ਇੱਕ ਵੀਡੀਓ ਆਈ ਆ, ਉਹ ਹੁਣ ਮੇਰਾ ਖਿਆਲ ਇਹਨਾਂ ਨੇ ਹਟਾ ਦਿੱਤੀ ਆ ਸੋਸ਼ਲ ਮੀਡੀਆ ਤੋਂ। ਇੱਕ ਚੌਥੀ ਚ ਪੜ੍ਹਦਾ ਬੱਚਾ ਹੈ, ਉਹ ਕਿਸੇ ਹਿੰਦੀ ਭਾਸ਼ੀ ਸਟੇਟ ਚੋਂ ਜਿਹੜੀ ਆ ਉਹ ਕੀਤੀ ਹੋਈ ਆ। ਇੱਕ ਪੱਤਰਕਾਰ ਨੂੰ ਪੁੱਛ ਰਿਹਾ, ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦਾ। ਉਹ ਕਹਿੰਦਾ ਮੈਂ ਤਾਂ ਕਤਲ ਕਰੂੰਗਾ ਬੰਦਿਆਂ ਨੂੰ। ਉਹ ਕਹਿੰਦਾ ਤੂੰ ਕਾਹਦੋਂ ਕਤਲ ਕਰੂੰਗਾ? ਕਹਿੰਦਾ ਜਿਹੜੇ ਮੇਰੇ ਲੋਕਾਂ ਦੇ ਬਾਰੇ ਬੋਲੂਗੇ ਮੈਂ ਤਾਂ ਕਤਲ, ਮੈਂ ਤਾਂ ਮਾਰੂੰਗਾ ਬੰਦਿਆਂ ਨੂੰ। ਹਨਾ, ਹਿੰਦੀ ਚ ਬੋਲਦਾ, ਚੌਥੀ ਕਲਾਸ ਚ ਪੜ੍ਹਦਾ ਬੱਚਾ ਉਹ। ਹਨਾ ਵੀ ਚੌਥੀ ਕਲਾਸ ਚ ਪੜ੍ਹਦਾ। ਉਹ ਕਹਿੰਦਾ ਵੀ ਤੂੰ ਸਕੂਲ ਜਾਂਦਾ, ਕਹਿੰਦਾ ਮੈਂ ਚੌਥੀ ਤੱਕ ਗਿਆ, ਹੁਣ ਨਹੀਂ ਮੇਰਾ ਜਾਣ ਨੂੰ ਜੀ ਨਹੀਂ ਕਰਦਾ। ਤੁਸੀਂ ਦੇਖੋ ਵੀ ਤੁਸੀਂ ਤਿਆਰ ਕੀ ਕਰ ਰਹੇ ਹੋ। ਇੱਕ ਚੌਥੀ ਕਲਾਸ ਚ ਪੜ੍ਹਦਾ ਬੱਚਾ, ਉਹਨੇ ਧਰਮ ਦਾ ਝੰਡਾ ਚੁੱਕਿਆ ਹੋਇਆ, ਉਹ ਕਹਿ ਰਿਹਾ ਵੀ ਮੈਂ ਬੰਦੇ ਮਾਰੂੰਗਾ। ਉਹਦੀ ਉਮਰ ਕੀ ਆ? ਤੁਸੀਂ ਕਿੰਨੀ ਮਨ ਦੇ ਵਿੱਚ ਹਿੰਸਾ ਉਹਦੇ ਪਾ ਦਿੱਤੀ ਗਈ ਹੈ। ਵਾਇਲੈਂਸ ਆ ਜਿਹੜੀ ਅਸੀਂ ਆਪਣੇ ਬੱਚਿਆਂ ਦੇ ਮਨਾਂ ਵਿੱਚ, ਹੁਣ ਮੇਰਾ ਖਿਆਲ ਉਹਨਾਂ ਨੂੰ ਲੱਗਿਆ ਹੋਊਗਾ ਵੀ ਇਹ ਬੈਕ ਫਾਇਰ ਕਰੂਗੀ। ਉਹ ਸਾਰੇ ਸੋਸ਼ਲ ਮੀਡੀਆ ਤੋਂ ਡਿਲੀਟ ਕਰਤੀ ਹੋਈ ਆ। ਮੇਰੇ ਕੋਲ ਪਿਛਲੇ ਹਫ਼ਤੇ ਉਹ ਆਈ ਸੀਗੀ, ਮੈਂ ਇਹ ਹੋਇਆ ਵੀ ਮੈਂ ਸੇਵ ਨਹੀਂ ਕਰ ਸਕਿਆ ਉਹ ਨਾ। ਤੇ ਇਸ ਤਰ੍ਹਾਂ ਦਾ ਹੈਗਾ ਵੀ ਇਸ ਕਿਸਮ ਦੀ ਸੁਸਾਇਟੀ ਸਿਰਜਦੀ ਆ ਫਿਰ ਜਿਹੜੀ ਤਾਨਾਸ਼ਾਹੀ ਸਰਕਾਰਾਂ ਨੇ, ਜਿਹੜੀਆਂ ਨਾਨ ਡੈਮੋਕ੍ਰੈਟਿਕ ਨਹੀਂ, ਜਿਹੜੀਆਂ ਡੈਮੋਕ੍ਰੈਟਿਕ ਸੰਸਥਾਵਾਂ ਨੇ। ਤੁਸੀਂ ਦੇਖੋ ਵੈਸਟ ਵਿੱਚ ਆ, ਉਹਨਾਂ ਨੇ ਕਿੰਨੇ ਰੀਹੈਬਿਲਿਟੇਸ਼ਨ ਸੈਂਟਰ ਜਾਂ ਕੰਪਿਊਟਰ ਸੈਂਟਰ ਜਾਂ ਲਾਇਬ੍ਰੇਰੀਆਂ ਖੋਲੀਆਂ ਹੋਈਆਂ ਨੇ ਵੀ ਸਾਡੇ ਬੱਚੇ ਨਾ ਭਟਕ ਜਾਣ, ਨਸ਼ਿਆਂ ਵਿੱਚ ਨਾ ਜਾਣ, ਵਾਇਲੈਂਸ ਵਿੱਚ ਨਾ ਜਾਣ। ਉਹਨਾਂ ਨੂੰ ਕੋਈ ਇੱਕ ਚੰਗਾ ਪੋਜ਼ਿਟਿਵ ਐਗਜ਼ਿਟ ਦੇਣ ਲਈ ਉਹਨਾਂ ਦੀ ਲਾਈਫ ਨੂੰ ਕਿੰਨੀਆਂ ਸਾਰੀਆਂ ਸੰਸਥਾਵਾਂ ਉਸਾਰੀਆਂ। ਸਾਡੇ ਕੋਲ ਸਿਰਫ ਉੱਥੇ ਹੈਗਾ ਵੀ ਵਾਇਲੈਂਸ ਆ, ਵੀ ਅਸੀਂ ਜਿਹੜਾ ਵੀ ਸਾਡੀ ਸਪੋਰਟ, ਸਾਡੀ ਪਾਰਟੀ ਦੇ ਖਿਲਾਫ ਬੋਲੂਗਾ ਅਸੀਂ ਬੰਦਾ ਮਾਰ ਦਿਆਂਗੇ। ਚੌਥੀ ਕਲਾਸ ਚ ਪੜ੍ਹਦਾ ਬੱਚਾ ਉਹ ਬੋਲ ਰਿਹਾ ਹੈਗਾ, ਫਿਰ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਿਹਾ ਹੈਗਾ। ਸੋ ਇਸ ਕਿਸਮ ਦਾ ਸਿਸਟਮ ਆ ਜਿਹੜਾ ਉਹ ਸਾਫ਼ ਹੈ। ਨਹੀਂ, ਬਿਲਕੁਲ ਇਹ ਤਾਂ ਬਹੁਤ ਜਿਹੜੀ ਸਿਚੁਏਸ਼ਨ ਜਿਹੜੀ ਉਹ ਬੈਡ ਆ। ਸੋ ਦੇਖੋ ਵੀ ਇਹਨਾਂ ਦੇ ਇਸ ਸਿਧਾਂਤਕ ਨਜ਼ਰੀਏ ਦੇ ਫਰਕ ਦੇ ਨਾਲ ਕਿੱਥੇ ਤੱਕ ਜਿਹੜੀ ਸਿਚੁਏਸ਼ਨ ਆ ਉਹ ਪਹੁੰਚ ਜਿਹੜੀ ਉਹ ਜਾ ਚੁੱਕੀ ਹੈਗੀ ਆ। ਉੱਥੇ ਆਰਥਿਕ ਮੰਦਹਾਲੀ ਇਸ ਟਾਈਮ ਬਹੁਤ ਆ। ਹੁਣ ਜਦੋਂ ਇਲੈਕਸ਼ਨਾਂ ਬੰਗਾਲ ਦੀਆਂ ਮੁੱਕੀਆਂ, ਤੇਲ ਦੀਆਂ ਕੀਮਤਾਂ ਉੱਥੇ ਵਧਣੀਆਂ ਸ਼ੁਰੂ ਹੋ ਚੁੱਕੀਆਂ। ਲੋਕਾਂ 'ਚ ਕਾਫੀ ਜਿਹੜੇ ਕਹਿ ਲਓ ਵੀ ਅਸੰਤੁਸ਼ਟ ਹੈਗੇ ਨੇ ਇਸ ਟਾਈਮ। ਉਹਦੇ ਵਿੱਚ ਉਹ ਲਗਾਤਾਰ ਉਹ ਜਿਹੜੀ ਭਾਵਨਾ ਆ ਉਹ ਵੱਧ ਰਹੀ ਆ ਅਸੰਤੁਸ਼ਟੀ ਦੀ। ਸੋ ਕੀ ਇਸ ਦੇ ਕੋਈ ਸਿਆਸੀ ਝਟਕੇ ਵੀ ਲੱਗ ਸਕਦੇ? ਹਾਂਜੀ। ਸੋ ਆਰਥਿਕ ਤੌਰ ਤੇ ਆਪਾਂ ਕਿਹਾ ਵੀ ਉਹਨਾਂ ਦਾ ਜਿਹੜੀਆਂ ਤਾਨਾਸ਼ਾਹ ਸਰਕਾਰਾਂ ਨੇ ਉਹਨਾਂ ਦਾ ਆਪਣੇ ਲੋਕਾਂ ਪ੍ਰਤੀ ਜਾਂ ਡੈਮੋਕ੍ਰੈਟਿਕ ਸੰਸਥਾਵਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਰਹਿੰਦੀ। ਹੁਣ ਆਰਥਿਕਤਾ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ, ਆਰਥਿਕਤਾ ਜਿਸ ਇੱਕ ਤਰ੍ਹਾਂ ਨਾਲ ਸੰਕਟ ਵਿੱਚ ਹੈ, ਰੁਪਏ ਦੀ ਕੀਮਤ ਆ ਜਿਹੜੀ ਲਗਾਤਾਰ ਡਿੱਗਦੀ ਜਾ ਰਹੀ ਹੈ, ਲਗਾਤਾਰ ਡਿੱਗਦੇ ਹੋਏ ਰੁਪਏ ਨੇ ਜਿਹੜਾ ਸੰਕਟ ਖੜਾ ਕਰਨਾ। ਹੁਣ ਤੁਸੀਂ ਦੇਖੋ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਸਲਾਹ ਕਰ ਰਹੇ ਆ ਮਿਸਟਰ ਮਲਹੋਤਰਾ, ਉਹਨਾਂ ਦਾ 2-3 ਦਿਨ ਪਹਿਲਾਂ ਜਿਹੜਾ ਹੈਗਾ ਇੰਡੀਅਨ ਐਕਸਪ੍ਰੈਸ ਵਿੱਚ ਆਰਟੀਕਲ ਛਪਿਆ ਹੈਗਾ। ਉਹ ਕਹਿੰਦਾ ਬੀਜੇਪੀ ਇਜ਼ ਵਿਨਿੰਗ ਇਲੈਕਸ਼ਨਸ ਬਟ ਲੂਜ਼ਿੰਗ ਇਕੋਨਮੀ। ਉਹਨੇ ਲਗਾਤਾਰ ਪੂਰੇ, ਉਹ ਇਕੋਨੋਮਿਸਟ ਆ, ਬਹੁਤ ਵੱਡਾ ਇਕੋਨੋਮਿਸਟ ਹੈਗਾ ਮਿਸਟਰ ਮਲਹੋਤਰਾ। ਉਹਨਾਂ ਨੇ ਜਿਸ ਤਰ੍ਹਾਂ ਇਹ ਬਹੁਤ ਸਾਰੀਆਂ ਜਿਹੜੀਆਂ 10-12 ਸਾਲਾਂ ਵਿੱਚ ਤੁਸੀਂ ਵੱਡੀਆਂ ਬਲੰਡਰਸ ਕਰਕੇ ਆਏ ਹੋ, ਜਿਹੜੇ ਬਕਾਇਦਾ ਡਾਟਾ ਦੇ ਕੇ ਵੀ 10 ਸਾਲ ਪਹਿਲਾਂ ਆ ਸੀ, ਅੱਜ ਇਹ ਹਾਲਾਤ ਆ। ਬਹੁਤ ਵਧੀਆ ਜਿਹੜਾ ਹੈਗਾ ਆਰਟੀਕਲ ਉਹਨਾਂ ਨੇ ਲਿਖਿਆ। ਸੋ ਇਕੋਨਮੀ ਦੇ ਖੇਤਰ ਵਿੱਚ ਆ ਜਿਹੜਾ ਹੋਰ ਵੀ ਜਿੰਨੇ ਵੀ ਜਿਹੜੇ ਇਕੋਨੋਮਿਸਟ ਆ ਸਾਹਮਣੇ ਆ ਰਹੇ ਹੈਗੇ ਆ, ਉਹਨਾਂ ਦਾ ਇਹ ਕਹਿਣਾ ਹੈਗਾ ਵੀ ਆਰਥਿਕਤਾ ਬੜੀ ਵੱਡੀ ਜਿਹੜੀ ਹੈਗੀ ਆ ਸਿਸਟਮ ਚੋਂ ਲੰਘ ਰਹੀ ਹੈ। ਸੋ ਮੇਰਾ ਇੱਕ ਦੋਸਤ ਕੱਲ ਪਰਸੋਂ ਮੈਂ ਉਹਦੇ ਨਾਲ ਗੱਲ ਕਰ ਰਿਹਾ ਸੀ। ਸੋ ਉਹਨੇ ਨਾਰਮਲ ਜਿੱਦਾਂ ਇੱਕ ਆਮ ਸ਼ਹਿਰੀ ਤੇ ਕਿੱਦਾਂ ਅਸਰ ਪਾ ਰਹੀ ਹੈ, ਉਹ ਕਹਿੰਦਾ ਮੈਂ ਕੱਪੜੇ ਧੋਣ ਵਾਲਾ ਸਰਫ ਆ ਜਿਹੜਾ ਉਹ ਲੈਣ ਗਿਆ,
ਅੱਛਾ। ਉਹ 300 ਰੁਪਏ ਦਾ ਡੱਬਾ, ਮੈਨੂੰ ਨਹੀਂ ਪਤਾ ਕਿਹੜੀ ਕੁਆਂਟੀਟੀ ਦਾ ਡੱਬਾ ਹੈਗਾ, ਉਹਨੇ ਮੈਨੂੰ ਕੁਝ ਦੱਸਿਆ। ਕਹਿੰਦਾ ਉਹ ਦੁਕਾਨਦਾਰ ਮੇਰਾ ਦੋਸਤ ਸੀ, ਕਹਿੰਦਾ ਭਾਜੀ ਵੀ ਇੱਕ ਨਾ ਲਾਓ, 3 ਲੈ ਜਾਓ। ਹਾਂ, ਹਾਂ। ਕਹਿੰਦਾ ਮੈਂ ਕਿਹਾ ਵੀ 3 ਕਾਹਤੋਂ ਲੈ ਜਾਵਾਂ? ਕਹਿੰਦਾ ਭਾਜੀ ਜਿਹੜਾ ਨਵਾਂ ਰੇਟ ਆ ਰਿਹਾ ਉਹ 390 ਦਾ ਆ ਰਿਹਾ ਹੈਗਾ, ਉਹ ਅੱਛਾ। ਹੁਣ 300 ਦਾ। ਕਹਿੰਦਾ ਆਹ 300 ਦਾ ਸੀਗਾ, ਇਟ ਮੀਨਸ ਕੱਲ ਨੂੰ ਜਾਂ ਪਰਸੋਂ ਨੂੰ ਉਹ 390 ਦਾ ਹੋ ਜਾਣਾ ਹੈਗਾ। ਉਹ ਕਹਿੰਦਾ ਮੈਂ 3 ਲਾਇਆ ਵੀ ਚਲੋ ਮੇਰੇ 3-4 ਮਹੀਨੇ ਲੰਘ ਜਾਣਗੇ, ਵੀ ਚਲੋ ਜਿੰਨੀ ਦੇਰ ਹੋ ਸਕੇ ਮੈਂ ਬਚਾ ਕਰਾਂ। ਸੋ ਇਸ ਲੈਵਲ ਤੇ ਮਹਿੰਗਾਈ ਆ, ਦੁੱਧ ਦੀਆਂ ਕੀਮਤਾਂ ਮਦਰ ਡੈਰੀ ਨੇ ਵਧਾਤੀਆਂ, ਅਮੁੱਲ ਨੇ ਵਧਾਤੀਆਂ। ਜਦੋਂ ਦੁੱਧ ਦੀ 2 ਰੁਪਏ ਕਿਲੋ ਦੀ ਕੀਮਤ ਨਾਲ ਵੱਧ ਗਈ, ਉਹਦੇ ਨਾਲ ਕਿੰਨੀ ਮਹਿੰਗਾਈ ਆ, ਡੀਜ਼ਲ ਪੈਟਰੋਲ ਦਾ। ਸੋ ਜਿਹੜੇ ਡੈਰੀ ਪ੍ਰੋਡਕਟਸ ਆ, ਸਬਜ਼ੀਆਂ ਜਿਹੜੀਆਂ ਹੈਗੀਆਂ ਉਹ ਚੰਗੀਆਂ ਜਾਂ ਮਾੜੀਆਂ, ਉਹ ਲਗਾਤਾਰ ਆ ਜਿਹੜੀਆਂ ਵਧ ਰਹੀਆਂ। ਸੋ ਆਮ ਵਿਅਕਤੀ ਦਾ ਜਿਹੜਾ ਹੈਗਾ ਜਿਉਣਾ ਔਖਾ ਹੋ ਰਿਹਾ ਹੈਗਾ, ਬੜੀ ਸਟਰਗਲ ਆ ਲਾਈਫ ਦੀ। ਤੁਸੀਂ ਦੇਖੋ ਹੁਣ ਨੋਇਡਾ ਵਿੱਚ ਜਿਹੜੇ ਫੈਕਟਰੀ ਮਜ਼ਦੂਰ ਆ। ਵਰਕਰ, ਉਹਨਾਂ ਨੇ ਬੜੀ ਵੱਡੀ ਹੜਤਾਲ ਕਰੀ। ਉਹ ਕਹਿੰਦੇ ਵੀ ਸਾਨੂੰ 11 ਜਾਂ 12,000 ਰੁਪਇਆ ਮਹੀਨੇ ਦਾ ਦਿੱਤਾ ਜਾਂਦਾ ਹਨਾ, 12 ਘੰਟੇ ਦੀ ਜਾਂ 10 ਘੰਟੇ ਦੀ ਸ਼ਿਫਟ ਦਾ। ਵੀ ਤੁਸੀਂ ਦੱਸੋ ਵੀ 11-12,000 ਚ ਅਸੀਂ ਸਰਵਾਈਵ ਕਰ ਸਕਦੇ ਹਾਂ? ਉਹਨਾਂ ਦਾ ਨਾਰਾ ਸੀ ਵੀ ਐਟਲੀਸਟ 20,000 ਚਾਹੀਦਾ, ਪਰ ਉਹ ਨਹੀਂ, ਮੇਰੇ ਖਿਆਲ ਬਹੁਤੇ ਉਹਨਾਂ ਨੂੰ ਇਹ ਕਿਹਾ ਗਿਆ ਵੀ ISI ਜਾਂ ਪਾਕਿਸਤਾਨ ਦੀ ਏਜੰਸੀ ਆ, ਇਹਨਾਂ ਨੂੰ ਬਸ ਇੱਕ ਹੀ ਉਹਨਾਂ ਦੇ ਕੋਲ ਹੈਗੀ ਗੱਲ, ਇਹੀ ਕਹਿਣਾ ਹੁੰਦਾ ਉਹਨਾਂ ਨੇ ਵੀ ਸਾਰੇ ਹਿੰਦੂ ਮਜ਼ਦੂਰ ਨੇ ਹਨਾ, ਹਿੰਦੂ ਬੈਲਟ ਤੋਂ ਆਏ ਹੋਏ ਨੇ, ਉਹ ਆਪਣੀ ਮਜ਼ਦੂਰੀ ਮੰਗ ਰਹੇ ਆ ਤੇ ਉਹਨਾਂ ਨੂੰ ਪਾਕਿਸਤਾਨ ਨਾਲ ਜਾਂ ISI ਨਾਲ ਜਿਹੜਾ ਜੋੜ ਦੋ। ਸੋ ਜਦੋਂ ਇੱਕ ਤਰ੍ਹਾਂ ਨਾਲ ਤੁਹਾਡਾ ਆਪਣਾ ਹਿੰਦੂ ਭਾਈਚਾਰਾ ਹੀ ਟਾਰਗੇਟ ਹੋਊਗਾ ISI ਦਾ ਹਮਾਇਤੀ ਬਣ ਕੇ, ਇਹਦੇ ਫਿਰ ਜਿਹੜੇ ਲੌਂਗ ਟਰਮ ਤੇ ਜਿਹੜੇ ਪੋਲੀਟੀਕਲ ਜਿਹੜੇ ਇਫੈਕਟ ਆ, ਜਿਹੜਾ ਤੁਸੀਂ ਸਵਾਲ ਪੁੱਛਿਆ, ਉਹਦੇ ਪੋਲੀਟੀਕਲ ਇਫੈਕਟ ਤਾਂ ਪੈਣਗੇ ਹਨਾ। ਸੋ ਅੱਜ ਜਦੋਂ ਤੁਸੀਂ ਹਰੇਕ ਨੂੰ ਹੀ ਪਾਕਿਸਤਾਨ ਦਾ ਜਾਂ ISI ਦਾ ਏਜੰਟ, ਸਿਰਫ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਸਰ, ਵੀ ਇੱਕ ਸਿਆਣੀ ਜਿਹੜੀ ਧਿਰ ਹੁੰਦੀ ਆ, ਹਰ ਸਾਲ ਜਿਹੜੀਆਂ ਵੈਸਟਰਨ ਕੰਟਰੀ ਵਿੱਚ ਹਰ ਸਾਲ ਆ ਜਿਹੜੀ ਮਿਨੀਮਮ ਵੇਜ ਆ ਉਹ ਵੱਧਦੀ ਹੈਗੀ ਆ, ਲੇਬਰ ਦੀ ਜਿਹੜੀ ਮਿਨੀਮਮ ਵੇਜ ਹੈਗੀ ਆ ਨਾ। ਸੋ ਇੰਡੀਆ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਲੇਬਰ ਲਾਅ ਨਹੀਂ ਹੈਗਾ। 11-12,000 ਚ ਜਿਹੜਾ ਨੋਇਡਾ ਵਿੱਚ ਬੰਦਾ ਰਹਿੰਦਾ ਹੈਗਾ ਹਨਾ, ਜਿਹਨੂੰ 1000 ਰੁਪਏ ਦਾ ਸਿਲੰਡਰ ਪੈਂਦਾ, ਜੇ ਉਹ 2 ਸਿਲੰਡਰ ਵੀ ਲਾ ਲੈਂਦਾ ਮਹੀਨੇ ਦੇ, ਤੁਸੀਂ ਦੇਖੋ ਵੀ 2000 ਦੇ ਦਾ ਸਿਲੰਡਰ ਗਏ, ਫਿਰ ਉਹ ਕਿਰਾਇਆ ਵੀ ਦਿੰਦਾ ਹੋਊਗਾ 2-2.5 ਰੁਪਏ ਹਨਾ, ਕੋਈ ਸਬਜ਼ੀ ਦਾਲ ਸਬਜ਼ੀ ਵੀ ਖਾਂਦਾ, 2 ਬੱਚੇ ਵੀ, 11-12,000 ਚ ਕਿਸੇ ਦਾ ਕੀ ਬਣਦਾ ਹੋਊਗਾ? ਤੇ ਜੇ ਉਹ ਪ੍ਰੋਟੈਸਟ ਕਰਦੇ ਆ ਤਾਂ ਕਿਹਾ ਜਾਂਦਾ ISI ਦੇ। ਸੋ ਇਹਦੇ ਜਿਹੜੇ ਹੈਗੇ ਆ, ਸੋ ਜਦੋਂ ਜਿਹੜੀਆਂ ਸਰਕਾਰਾਂ ਡੈਮੋਕ੍ਰੈਟਿਕ ਸੈਟਅਪ ਲਈ ਬਣੀਆਂ ਹੀ ਨਹੀਂ, ਆਪਾਂ ਪਹਿਲਾਂ ਗੱਲ ਕਰਕੇ ਆ ਵੀ ਉਹਨਾਂ ਦਾ ਡੈਮੋਕ੍ਰੈਟਿਕ ਸੈਟਅਪ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਫਿਰ ਉਹ ਇਸ ਤਰ੍ਹਾਂ ਹੀ ਹੈ ਵੀ ਬੰਦੂਕ ਦੀ ਨੋਕ ਤੇ ਬਸ ਰਾਜ ਕਰਦੇ ਚਲੋ। ਇਹ ਬੰਦੂਕ ਦੀ ਨੋਕ ਤੇ ਰਾਜ ਕਰਨ ਵਾਲੀ ਗੱਲ ਹੈਗੀ ਆ ਵੀ ਜਿਹੜਾ ਮਜ਼ਦੂਰਾਂ ਨੂੰ ਮਜ਼ਦੂਰੀ ਦੇਣ ਤੋਂ ਭੱਜਣਾ ਔਰ ਇਹ ਕਹਿਣਾ ਵੀ ਇਹ ISI ਦੇ ਧੱਕੇ ਚੜ ਕੇ ਪ੍ਰੋਟੈਸਟ ਆ ਜਿਹੜਾ ਕਰ ਰਹੇ ਹੈਗੇ। ਸੋ ਇਹਦੇ ਪੋਲੀਟੀਕਲ ਜਿਹੜੇ ਫਰਕ ਆ ਆਉਣ ਵਾਲੇ ਸਮੇਂ 'ਚ ਜਿਹੜੇ ਹੈਗੇ ਆ ਉਹ ਦਿਸਣਗੇ। ਪਰ ਫਿਰ ਵੀ ਅਵਤਾਰ ਸਿੰਘ ਜੀ ਇਹ ਜਿੱਤੀ ਜਾਂਦੇ ਆ। ਹੁਣ ਦੇਖੋ SIR ਵੋਟਾਂ ਕੱਟਣੀਆਂ, ਹੁਣ ਪੰਜਾਬ ਦੀ ਵਾਰੀ ਆ ਗਈ ਆ। ਸੋ ਇਹ ਇਹਨਾਂ ਨੇ ਹਰ ਹੱਥ ਕੰਡਾ ਅਪਣਾਉਣਾ ਆ ਵੀ ਬਸ ਕਿਸੇ ਨਾ ਕਿਸੇ ਤਰੀਕੇ ਇਲੈਕਸ਼ਨ ਮੈਨੂਪੂਲੇਟ ਕਰਕੇ ਜਿੱਤਦੇ ਰਹੀਏ। ਹਾਂਜੀ, ਸੋ ਇੱਕ ਵਾਰੀ ਤਾਂ ਕਰਨਗੇ ਉਹ, ਇੱਕ ਵਾਰੀ ਤਾਂ ਸਿਰੇ ਜਾਂਦੀ ਹੈਗੀ। ਇੰਦਰਾ ਗਾਂਧੀ ਵੀ ਸਿਰੇ ਜਾ ਕੇ ਮੁੜੀ ਆ ਨਾ, ਪੱਥਰ ਜੱਟ ਕੇ ਮੁੜੀ ਆ। ਸੋ ਇੱਕ ਵਾਰੀ ਤਾਂ ਪੀਕ ਆ ਜਿਹੜੀ ਹੁੰਦੀ ਹੈਗੀ, ਉਹ ਤੋਂ ਬਾਅਦ ਜਿਹੜਾ ਡਾਊਨਫਾਲ ਆਏਗਾ। ਹਾਲੇ ਤਾਂ ਇਹ ਕਰਨਗੇ ਕੁਝ ਦੇਰ ਤਾਂ ਹਨਾ। ਸੋ ਉਹਦੇ ਚੋਂ ਡਿਪੈਂਡ ਕਰਦਾ ਹੈਗਾ ਵੀ ਹੁਣ ਇਹਦੇ ਚੋਂ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਉਹ ਹਿੰਦੂ ਸਿਟੀਜ਼ੈਂਟਰੀ ਦੀ ਹੈਗੀ ਆ, ਜਿਹੜੀ ਹਿੰਦੂ ਸਿਵਲ ਸੁਸਾਇਟੀ ਆ। ਜੇ ਉਹ ਨਹੀਂ ਜਾਗਦੇ, ਕਿਉਂਕਿ ਜਦੋਂ ਸਿੱਖ ਜਾਗਦੇ ਆ ਤਾਂ ਫਿਰ ਸਿੱਖਾਂ ਨੂੰ ਤਾਂ ਅੱਤਵਾਦੀ ਕਹਿ ਕੇ ਉਹ ਹਿੰਦੂਆਂ ਨੂੰ ਡਰਾ ਲੈਂਦੇ ਹੈਗੇ ਆ। ਹੁਣ ਕਿਉਂਕਿ ਸਿੱਖ ਤਾਂ ਬਹੁਤੇ ਹੋ ਸਕਦਾ ਤੰਗ ਨਾ ਹੁਣ, ਖੇਤੀਬਾੜੀ ਦਾ ਚਲੋ ਇੰਨਾ ਕੁ ਕੰਮ ਹੈਗਾ, ਪਰ ਜਿਹੜੀ ਹਿੰਦੂ ਸਿਟੀਜ਼ੈਂਟਰੀ ਆ, ਜਿਹਦੀਆਂ AI ਨੇ ਵਾਈਟ ਕਾਲਰ ਜੌਬਾਂ ਖਾਣੀਆਂ ਨੇ, ਜਿਹੜੀ ਲਗਾਤਾਰ ਜੌਬਲੈਸਨੈਸ ਦਾ ਸਾਹਮਣਾ ਕਰਨਾ, ਜਿਨ੍ਹਾਂ ਨੇ ਹੋਰ ਬਹੁਤ ਸਾਰੇ ਸੰਕਟ ਆ, ਪੇਪਰ ਲੀਕ ਦਾ ਹੈਗਾ, ਹੋਰ ਕਿੰਨੇ ਹੈਗੇ, ਇਹ ਸਾਹਮਣੇ ਜਦੋਂ ਤੱਕ ਹਿੰਦੂ ਸਿਟੀਜ਼ੈਂਟਰੀ ਨਹੀਂ ਜਾਗੇਗੀ ਤਾਂ ਉਦੋਂ ਤੱਕ ਆ ਜਿਹੜਾ ਇਹਨਾਂ ਦਾ ਰਾਈਜ਼ ਹੋਏਗਾ। ਜਦੋਂ ਹਿੰਦੂ ਸਿਟੀਜ਼ੈਂਟਰੀ ਜਾਗੇਗੀ, ਲੰਬੀ ਵੱਡੀ ਪੱਧਰ ਤੇ ਜਾਗੇਗੀ, ਫਿਰ ਜਿਹੜਾ ਹੈਗਾ ਵੀ ਇਹ ਜਿਹੜਾ ਡਾਊਨਫਾਲ ਆ ਸ਼ੁਰੂ ਹੋਏਗਾ। ਹਾਲੇ ਕਿਉਂਕਿ ਹਿੰਦੂ ਸਿਟੀਜ਼ੈਂਟਰੀ ਨੂੰ ਡਰਾਇਆ ਹੋਇਆ ਵੀ ਅਸੀਂ ਦੇਸ਼ ਦੇ ਦੇਸ਼ ਭਗਤਾਂ, ਦੇਸ਼ ਦੁਸ਼ਮਣ ਤਾਕਤਾਂ ਦੇ ਧੱਕੇ ਨਾ ਚੜੋ। ਸੋ ਇਸ ਤਰ੍ਹਾਂ ਕਰਕੇ ਸੋ ਇਹਦਾ ਜਿਹੜਾ ਹੱਲ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਨਾ ਵੀ ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ। ਜਿਹੜਾ ਦੀਰਘ ਰੋਗ ਹਉਮੈ ਦਾ, ਦਾਰੂ ਵੀ ਉਸੇ ਸੁਸਾਇਟੀ ਵਿੱਚ ਦਾਰੂ ਆ। ਜੇ ਆਪਾਂ ਕਹਿੰਦੇ ਹਿੰਦੂ ਸੁਸਾਇਟੀ ਵਿੱਚ ਹੀ ਦਾਰੂ ਹੈਗਾ, ਕਿਉਂਕਿ ਜੇ ਹਿੰਦੂ ਸੁਸਾਇਟੀ ਦਾ ਇੱਕ ਹਿੱਸਾ ਤਾਨਾਸ਼ਾਹੀ ਵਰਤਾ ਰਿਹਾ ਨਾ, ਪਰ ਉਹ ਤਾਨਾਸ਼ਾਹੀ ਦਾ ਤੋੜ ਵੀ ਹਿੰਦੂ ਸੁਸਾਇਟੀ 'ਚ। ਜਦੋਂ ਤੱਕ ਉਹ ਪੜ੍ਹੀ ਲਿਖੀ ਸੁਸਾਇਟੀ ਨਹੀਂ ਜਾਗੇਗੀ, ਉਦੋਂ ਤੱਕ ਆ ਜਿਹੜਾ ਇਹ ਤਾਨਾਸ਼ਾਹ ਵਰਤਾਰਾ ਅੱਗੇ ਵਧੇਗਾ। ਪਰ ਇਹਦਾ ਡਾਊਨਫਾਲ ਆਵੇਗਾ ਇੱਕ ਵਾਰੀ ਰਾਈਜ਼ ਤੇ ਜਾ ਕੇ। ਜਿੱਦਾਂ ਆਪਾਂ ਕਰੋਨਾ 'ਚ ਦੇਖਿਆ ਵੀ ਪੀਕ ਤੋਂ ਜਾ ਕੇ ਫਿਰ ਡਾਊਨ ਆਉਂਦਾ, ਇਸ ਤਰ੍ਹਾਂ ਹੀ ਸ਼ੇਅਰ ਮਾਰਕੀਟ ਆ ਪੀਕ ਤੇ ਜਾ ਕੇ ਥੱਲੇ ਡਿੱਗਦੀ ਹੈਗੀ ਆ। ਉਹ ਜ਼ਿਗ ਜ਼ੈਗ ਹੁੰਦਾ ਹੈ ਸ਼ੇਅਰ ਮਾਰਕੀਟ ਦਾ ਵੀ। ਸੋ ਇਹ ਆਵੇਗਾ, ਜ਼ਰੂਰ ਆਵੇਗਾ। ਉਦੋਂ ਰਵੀਸ਼ ਕੁਮਾਰ ਵਰਗੇ ਜਦੋਂ ਕਹਿੰਦੇ ਹੁੰਦੇ ਸੀਗੇ ਵੀ ਬੇਰੁਜ਼ਗਾਰੀ ਵੱਧ ਰਹੀ ਆ, ਵੀ ਨਿਆਣਿਆਂ ਨੂੰ
ਧਰਮ ਵਾਲੇ ਪਾਸੇ ਇਦਾਂ ਦੀਆਂ ਚੀਜ਼ਾਂ 'ਚ ਨਾ ਪਾਓ। ਤੇ ਹੁਣ ਆਪਾਂ ਦੇਖ ਹੀ ਰਹੇ ਜਿੱਦਾਂ 4 ਸਾਲ ਵਾਲੇ ਮੁੰਡੇ ਦੀ ਤੁਸੀਂ ਉਹ ਦੱਸੀ ਆ ਵੀ ਮੈਂ ਤਾਂ ਮਾਰੂੰਗਾ, ਚੌਥੀ ਜਮਾਤ ਵਾਲੇ ਹਾਂਜੀ ਸੋਚੀ ਸੌਰੀ ਜਮਾਤ ਦੀ ਵੀ ਉਹ ਕਰੇਗਾ। ਹੁਣ ਬੇਰੁਜ਼ਗਾਰੀ, ਨੀਟ ਦਾ ਪੇਪਰ ਲੀਕ, ਇਹ ਤਾਂ ਆਮ ਵਰਤਾਰਾ ਹੋ ਗਿਆ। ਉੱਤੋਂ ਤੁਸੀਂ ਦੇਖੋ ਵੀ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ, ਭਾਰਤੀ ਸੁਪਰੀਮ ਕੋਰਟ ਦੇ, ਕਿੱਡੀ ਗੈਰ ਸੰਵੇਦਨਸ਼ੀਲ ਟਿੱਪਣੀ ਨੌਜਵਾਨਾਂ ਨੂੰ ਲੈ ਕੇ, ਕਾਕਰੋਚ ਤੱਕ ਜਿਹੜਾ ਉਹ ਉਹਨਾਂ ਨੂੰ ਕਹਿੰਦੇ ਆ। ਸੋ ਇਹ ਟਿੱਪਣੀ ਕੀ ਸੰਕੇਤ ਜਿਹੜੀ ਉਹ ਦਿੰਦੀ ਆ ਵੀ ਇਹ ਤਾਂ ਬੜੇ ਪੜ੍ਹੇ ਲਿਖੇ ਸਿਆਣੇ ਮੰਨੇ ਜਾਂਦੇ ਆ ਵੀ ਜਿਹੜੇ ਸੁਪਰੀਮ ਕੋਰਟ ਦੇ ਜੱਜ ਆ, ਤੇ ਟਿੱਪਣੀਆਂ ਇਹਨਾਂ ਦੀਆਂ ਇੰਨੀਆਂ ਬੇਹੁਦਾ। ਜਦੋਂ ਆਪਾਂ ਪਹਿਲਾਂ ਕਿਹਾ ਵੀ ਜਦੋਂ ਜਿਹੜਾ ਸਮੁੱਚਾ ਸਿਸਟਮ ਆ ਉਹ ਪੁਲਿਸ ਬਣ ਜਾਵੇ, ਹਨਾ, ਇਟ ਇਜ਼ ਐਨ ਆਰਗੇਨਾਈਜ਼ਡ ਪੁਲਿਸ, ਤਾਂ ਸੁਪਰੀਮ ਕੋਰਟ ਦਾ ਜੱਜ ਵੀ ਪੁਲਿਸ ਵਾਲੀਆਂ ਜਿਹੜੀਆਂ ਟਿੱਪਣੀਆਂ ਕਰੂਗਾ। ਸੋ ਇਹ ਪੁਲਿਸ ਦੀ ਟਿੱਪਣੀਆਂ ਵੀ ਉਹ ਕਾਕਰੋਚ ਆ, ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਉਹ ਕਾਕਰੋਚ। ਇਹ ਇੱਕ ਸੰਵਿਧਾਨਕ ਐਡੇ ਵੱਡੇ ਅਹੁਦੇ ਤੇ ਬੈਠਾ ਜਿਹਨੇ ਇਨਸਾਫ ਦੇਣਾ ਸਮੁੱਚੇ ਮੁਲਕ ਨੂੰ, ਇਹ ਉਸ ਬੰਦੇ ਦੇ ਸ਼ਬਦ ਨਹੀਂ ਹੈ। ਸੋ ਇਟ ਮੀਨਸ ਉਹ ਵੀ ਆਰਗੇਨਾਈਜ਼ਡ ਪੁਲਿਸ ਦਾ ਹਿੱਸਾ ਹੈ, ਜਿਹੜਾ ਉਹ ਬਣਦਾ ਜਾ ਰਿਹਾ ਹੈਗਾ। ਉਹਨਾਂ ਦੀਆਂ ਟਿੱਪਣੀਆਂ ਜਿਹੜੀਆਂ ਹੈਗੀਆਂ, ਇਸ ਤਰ੍ਹਾਂ ਅੱਗ ਭਰਾਉਣੀ ਕਿਸੇ ਸੁਪਰੀਮ ਕੋਰਟ ਦੇ ਜੱਜ ਵੱਲੋਂ, ਮੇਰਾ ਖਿਆਲ ਦੁਨੀਆ ਵਿੱਚ ਇਸ ਤਰ੍ਹਾਂ ਕਦੇ ਨਹੀਂ ਹੋਇਆ ਹੋਣਾ ਕਿਸੇ ਵੀ ਕੰਟਰੀ ਦਾ। ਕਿਉਂਕਿ ਚਾਹੇ ਤਾਨਾਸ਼ਾਹ ਤੋਂ ਤਾਨਾਸ਼ਾਹ ਹੋਵੇ, ਉਹਦੇ ਚੋਂ ਜਿਹੜੀਆਂ ਕੋਰਟਾਂ ਦੇ ਹੁੰਦੇ ਆ ਜਿਹੜੇ ਮੁਖੀ, ਮੈਨੂੰ ਯਾਦ ਹੈਗਾ ਉਦੋਂ ਪਰਵੇਜ਼ ਮੁਸ਼ਰਫ ਪਾਕਿਸਤਾਨ ਦੇ ਜਿਹੜੇ ਹੈਗੇ ਰਾਸ਼ਟਰਪਤੀ ਸੀ, ਉਹਨਾਂ ਦੇ ਆਖਰੀ ਦਿਨ ਸੀਗੇ। ਉਦੋਂ ਪਾਕਿਸਤਾਨ ਵਿੱਚ ਵਕੀਲਾਂ ਦੀ ਹੜਤਾਲ ਹੋਈ ਸੀ ਤੇ ਬਹੁਤ ਸਾਰੇ ਵਕੀਲ ਆ ਜਿਹੜੇ ਉਹ ਗ੍ਰਿਫਤਾਰ ਕਰ ਲਏ ਸੀ। ਸੁਪਰੀਮ ਕੋਰਟ ਦਾ ਇੱਕੋ ਇੱਕ ਜੱਜ ਸੀ ਜਿਹੜਾ ਪਰਵੇਜ਼ ਮੁਸ਼ਰਫ ਦੀਆਂ ਤਾਨਾਸ਼ਾਹੀਆਂ ਦੇ ਖਿਲਾਫ ਖੜਾ। ਪਾਕਿਸਤਾਨ ਦੀ ਸੁਪਰੀਮ ਕੋਰਟ ਇਸ ਤਰ੍ਹਾਂ ਖੜੀ ਨਾ ਤਾਨਾਸ਼ਾਹੀ ਦੇ ਖਿਲਾਫ, ਉਹ ਜੱਜ ਨੇ ਕਮਾਲ ਕਰਤੀ। ਤੇ ਉਹ ਤੋਂ ਬਾਅਦ ਆ ਜਿਹੜਾ ਪਰਵੇਜ਼ ਮੁਸ਼ਰਫ ਦਾ ਉਹ ਖਤਮ ਹੋਇਆ। ਸੋ ਇੱਕ ਇਹ ਦੇਖੋ ਵੀ ਇੱਕ ਆਪਾਂ ਕਹਿ ਸਕਦੇ ਵੀ ਹਮੇਸ਼ਾ ਪਾਕਿਸਤਾਨ ਦੀ ਗਵਰਨਮੈਂਟ ਜਿਹੜੀ ਨੌਨ ਡੈਮੋਕ੍ਰੈਟਿਕ ਰਹੀ ਹੈ। ਕਦੀ ਕੋਈ ਤਾਨਾਸ਼ਾਹ ਆ ਗਿਆ, ਕਦੀ ਕੋਈ ਤਾਨਾਸ਼ਾਹ ਆ ਗਿਆ। ਇਹਦੇ ਬਾਵਜੂਦ ਵੀ ਉਹਦੀ ਸੁਪਰੀਮ ਕੋਰਟ ਦਾ ਇੰਨਾ ਵਧੀਆ ਰੋਲ ਨਿਭਾਉਣਾ, ਇੰਨਾ ਡੈਮੋਕ੍ਰੈਟਿਕ ਰੋਲ ਨਿਭਾਉਣਾ, ਇੰਨਾ ਨਿਆਂ ਸੰਗਤ ਤੇ ਜਸਟੀਫਾਈਏਬਲ ਰੋਲ ਨਿਭਾਉਣਾ, ਇਹ ਬਹੁਤ ਵੱਡੀ ਗੱਲ ਸੀ। ਸੋ ਜਿਹੜੀ ਅਦਾਲਤ, ਜੇ ਹੁਣ ਕੋਈ ਅਦਾਲਤ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਜਿਹੜੀ ਹੈਗੀ ਕਾਕਰੋਚ ਕਹਿੰਦੀ ਆ, ਵਿਹਲੜ ਕਹਿੰਦੀ ਹੈ ਕਿ ਉਹਦਾ ਤਾਂ ਮਜ਼ਾਕ ਉਡਾਉਂਦੀ ਹੈਗੀ ਆ। ਸੋ ਇਹ ਉਹਦੀ ਸਿਧਾਂਤਕ ਗਰਮਾ ਤੇ ਜਿਹੜੀ ਸੰਵਿਧਾਨਕ ਗਰਮਾ ਹੈ ਉਹਦਾ ਆਪਣੇ ਆਪ ਭੋਗ ਪਾਉਣ ਵਾਲੀ ਗੱਲ ਹੈਗੀ ਆ। ਸੋ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਹੀ ਇਹ ਟਿੱਪਣੀਆਂ ਹੀ ਦੱਸਦੀਆਂ ਹੈਗੀਆਂ ਵੀ ਸਟੇਟ ਇਜ਼ ਗੋਇੰਗ ਟੂ ਬੀ ਐਨ ਆਰਗੇਨਾਈਜ਼ਡ ਪੁਲਿਸ, ਹੈ ਨਾ। ਸੋ ਇਹ ਪੁਲਿਸ ਵਾਲਾ ਵਰਤਾਰਾ ਜਿਹੜਾ ਉਹ ਅਦਾਲਤਾਂ ਵੀ ਜਿਹੜੀਆਂ ਹੈਗੀਆਂ, ਸਾਰਾ ਸਟੇਟ ਦੇ ਸਾਰੇ ਅੰਗ ਆ, ਉਹ ਸਾਨੂੰ ਦਿਖਾਉਣ ਲੱਗ ਗਏ। ਇਸ ਟਿੱਪਣੀ ਤੋਂ ਬਾਅਦ ਅਵਤਾਰ ਸਿੰਘ ਜੀ ਆਪਾਂ ਦੇਖਦੇ ਹਾਂ ਉੱਥੇ ਇੱਕ ਆਨਲਾਈਨ ਮੂਵਮੈਂਟ ਨੌਜਵਾਨਾਂ ਦੀ ਸ਼ੁਰੂ ਹੁੰਦੀ ਆ। ਕਾਕਰੋਚ ਜਨਤਾ ਪਾਰਟੀ ਜਿਹੜੀ ਉਹ ਬਣਾ ਦਿੱਤੀ ਜਾਂਦੀ ਆ। ਸੋ ਇਹ ਨੌਜਵਾਨਾਂ ਦੇ ਦੁਆਰਾ ਉੱਥੇ ਵਿਰੋਧ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ, ਇਕੱਠ ਜਿਹੜਾ ਉਹ ਆਇਆ ਹੈ, ਇਹਨੂੰ ਕਿਵੇਂ ਦੇਖਿਆ ਜਾਂਦਾ ਹੈ? ਹਾਂਜੀ। ਸੋ ਇਹ ਬਹੁਤ ਵੱਡਾ, ਇੰਡੀਆ ਇਸ ਵੇਲੇ ਬਹੁਤ ਵੱਡੇ ਪੋਲੀਟੀਕਲ ਜਿਹੜਾ ਹੈਗਾ ਟਾਈਮ ਬੰਬ ਤੇ ਬੈਠਾ ਹੈਗਾ। ਸੋ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਪਿਛਲੀ ਵਾਰ ਦੇਖਿਆ ਵੀ 8 ਲੱਖ ਵਿਦਿਆਰਥੀ ਆਉਂਦਾ ਹੈਗਾ ਹਰ ਸਾਲ, 80 ਲੱਖ ਕੇ ਜਿਹੜਾ ਗ੍ਰੈਜੂਏਟ, 80 ਲੱਖ ਗ੍ਰੈਜੂਏਟ ਆਉਂਦਾ ਜਿਹੜਾ 24-25 ਸਾਲ ਦਾ ਹੈਗਾ। ਉਹ ਗ੍ਰੈਜੂਏਟ ਜਦੋਂ ਸ਼ਾਮ ਨੂੰ ਟੈਲੀਵਿਜ਼ਨ ਚੈਨਲਾਂ ਦੇ ਸਾਹਮਣੇ ਬੈਠਦਾ ਤਾਂ ਉਹਨੂੰ ਦਿਖਾਇਆ ਜਾਂਦਾ ਅਸੀਂ ਤਾਂ ਜੀ ਜਿੱਦਾਂ ਪੂਰੀ ਦੁਨੀਆ 'ਚ ਸਭ ਤੋਂ ਮਹਾਨ ਮੁਲਕ ਹੈਗਾ, ਅਸੀਂ ਵਿਸ਼ਵ ਗੁਰੂ ਹੈਗੇ ਆ, ਸਾਡੀ ਬਹੁਤ ਵੱਡੀ ਸੱਭਿਅਤਾ ਰਹੀ ਹੈਗੀ ਆ, ਅਸੀਂ ਤਾਂ ਬਹੁਤ ਪਤਾ ਨਹੀਂ ਕਿੱਥੇ ਪਹੁੰਚ ਜਾਣਾ। ਉਹਨੂੰ ਜਿਹੜੇ ਸੁਪਨੇ ਦਿਖਾਏ ਜਾਂਦੇ ਆ, ਜਦੋਂ ਟੈਲੀਵਿਜ਼ਨ ਚੈਨਲ ਬੰਦ ਕਰਦਾ ਉਹ ਆਪਣੀ ਰਿਐਲਿਟੀ ਦੇ ਸਾਹਮਣੇ ਆਉਂਦਾ ਵੀ ਹਾਂ ਵੀ ਮੈਂ ਜਾਣਾ ਕਿੱਥੇ ਆ, ਮੈਂ ਜਿਹੜੀ ਮੇਰੀ ਪੜ੍ਹਾਈ ਕਰੀ ਆ ਇਹਨੇ ਮੈਨੂੰ ਰੁਜ਼ਗਾਰ ਦੇਣਾ ਜਾਂ ਨਹੀਂ ਦੇਣਾ, ਮੇਰੇ ਰੋਟੀ ਪਾਣੀ ਦੇ ਮਸਲੇ ਕੀ ਨੇ, ਮੇਰਾ ਅੱਗੇ ਪਰਿਵਾਰ ਵਧੇਗਾ ਜਾਂ ਨਹੀਂ, ਮੈਂ ਸ਼ਾਦੀ ਵੀ ਕਰ ਸਕੂੰਗਾ ਜੇ ਆਰਥਿਕ ਤੌਰ ਤੇ ਮੈਂ ਤੰਗ ਰਿਹਾ, ਮੈਂ ਘਰ ਕਿੱਥੋਂ ਲਵਾਂਗਾ, ਮੈਂ ਜਿਹੜੇ ਆਪਣੇ ਬਜ਼ੁਰਗਾਂ ਦੇ ਟੁੱਟੇ ਜੇ ਘਰ ਵਿੱਚ ਰਹਿਣੇ ਆ ਇਹਨੂੰ ਮੈਂ ਕਦੋਂ ਉਸਾਰੂੰਗਾ। ਸੋ ਜਦੋਂ ਉਹ ਆਪਣੀਆਂ ਰਿਐਲਿਟੀਜ਼ ਦੇ ਸਾਹਮਣੇ ਜਦੋਂ ਸਾਹਮਣਾ ਹੁੰਦਾ ਤਾਂ ਉਹ ਫਿਰ ਸਿਰਫ ਉੱਠਦਾ ਜਿਹੜਾ ਰੋਹ ਹੈ ਉਹ ਕਾਕਰੋਚ ਜਨਤਾ ਪਾਰਟੀ ਦੇ ਰੂਪ ਵਿੱਚ ਨਿਕਲਿਆ। ਸੋ ਜਿਹੜੀ ਭਾਰਤੀ ਜਨਤਾ ਪਾਰਟੀ ਨੇ 15-20 ਸਾਲਾਂ ਵਿੱਚ 9.4 ਮਿਲੀਅਨ ਫਾਲੋਅਰ ਕਰੇ ਸੀ, ਕਾਕਰੋਚ ਜਨਤਾ ਪਾਰਟੀ ਨੇ 4 ਦਿਨਾਂ ਵਿੱਚ 22 ਮਿਲੀਅਨ ਫਾਲੋਅਰ ਕਰ ਲਏ। ਭਾਰਤ ਇਸ ਵੇਲੇ ਨੌਜਵਾਨਾਂ ਦੇ, ਬੇਰੁਜ਼ਗਾਰ ਨੌਜਵਾਨਾਂ ਦੇ ਇੰਨੇ ਵੱਡੇ ਟਾਈਮ ਬੰਬ ਤੇ ਬੈਠਾ ਹੈ। ਜੇ ਇਸ ਟਾਈਮ ਬੰਬ ਨੂੰ ਜਿਹੜਾ ਹੈਗਾ ਸੰਬੋਧਨ ਨਾ ਹੋਇਆ, ਸੰਬੋਧਨ ਹੋਣਗੀਆਂ ਡੈਮੋਕ੍ਰੈਟਿਕ ਸੰਸਥਾ। ਆਪਾਂ ਵਾਰ-ਵਾਰ ਕਹਿ ਰਹੇ ਹਾਂ ਵੀ ਜੇ ਲੀਡਰ ਡੈਮੋਕ੍ਰੈਟਿਕ ਨਹੀਂ ਹੈਗਾ, ਸਟੇਟ ਡੈਮੋਕ੍ਰੈਟਿਕ ਨਹੀਂ ਹੈਗੀ, ਉਹ ਫਿਰ ਐਡੇ ਵੱਡੇ ਅਸੰਤੋਸ਼ ਨੂੰ ਡੈਮੋਕ੍ਰੇਸੀ ਦੇ ਢੰਗ ਨਾਲ ਜਿਹੜਾ ਉਹ ਸੰਬੋਧਿਤ ਨਹੀਂ ਹੋਣਗੀਆਂ। ਸੋ ਇਹ ਡੈਮੋਕ੍ਰੇਸੀ ਹੀ ਹੈ ਜਿਹੜੀ ਇੰਨੇ ਵੱਡੇ ਟਾਈਮ ਬੰਬ ਤੇ ਬੈਠਾ, ਬੇਰੁਜ਼ਗਾਰ ਆ, ਪੜ੍ਹੇ ਲਿਖੇ ਆ,
ਦੁਨੀਆ ਦੀਆਂ ਸੱਚਾਈਆਂ ਨੂੰ ਜਾਣਦੇ ਹੈਗੇ ਆ। ਇੰਟਰਨੈਟ ਦੇ ਆਉਣ ਨਾਲ ਬੇਸ਼ੱਕ ਐਜੂਕੇਸ਼ਨ ਨੇ ਉੱਥੇ ਕਲੋਜ਼ ਸੋਸਾਇਟੀ ਕ੍ਰੀਏਟ ਕੀਤੀ ਆ, ਪਰ ਇੰਟਰਨੈਸ਼ਨਲ ਸੰਸਥਾਵਾਂ ਨਾਲ ਹੁਣ ਸੌਖਾ ਰਾਬਤਾ ਬਣਨ ਨਾਲ ਜਿਹੜੀ ਉਹਨਾਂ ਦੇ ਮਨਾਂ ਵਿੱਚ ਓਪਨਨੈਸ ਆਈ ਆ ਰਾਜਨੀਤੀ ਬਾਰੇ ਜਿਹੜੀ ਆਈ ਹੈਗੀ ਆ। ਸੋ ਇਹ ਬਹੁਤ ਵੱਡਾ ਜਿਹੜਾ ਹੈਗਾ, ਬਹੁਤ ਵੱਡੇ ਪੋਲੀਟੀਕਲ ਟਾਈਮ ਬੰਬ ਤੇ ਹੁਣ ਤੁਸੀਂ ਦੇਖੋ ਉਸ ਪੋਲੀਟੀਕਲ ਟਾਈਮ ਬੰਬ ਨੂੰ ਡਾਇਫਿਊਜ਼ ਰੱਖਣ ਲਈ ਫਿਰ ਸਟੇਟ ਕਰ ਕੀ ਰਹੀ ਆ। 3 ਜਾਂ 4 ਮਹੀਨੇ ਕ੍ਰਿਕਟ ਦੀ IPL ਚੱਲਦੀ ਆ, 4 ਮਹੀਨੇ ਨੌਜਵਾਨਾਂ ਨੂੰ ਉੱਧਰ ਲਾਈ ਰੱਖਦੇ ਆ ਵੀ ਉਹ ਰਿਐਲਿਟੀ ਵੱਲ ਆਉਣ। ਬੰਦੇ ਇਹੀ ਆ ਵੀ ਮੈਂ ਉਹ ਕਲੱਬ ਨੂੰ ਫੋਲੋ ਕਰਦਾ, ਮੈਂ ਉਹ ਕਲੱਬ ਨੂੰ, ਉਹਨੇ ਮੈਚ ਜਿੱਤ ਲਿਆ ਨਹੀਂ, ਫਿਰ ਟਿਕਟੌਕ ਤੇ ਜਾਂ ਹੋਰ ਸੋਸ਼ਲ ਮੀਡੀਆ ਚੈਨਲਾਂ ਤੇ ਆ ਕੇ ਦੂਜੇ ਨੂੰ ਗਾਲਾਂ ਕੱਢਦੇ ਆ। ਸੋ ਜਿਹੜੇ ਨੌਜਵਾਨਾਂ ਨੇ ਕ੍ਰੀਏਟੀਵਿਟੀ ਕਰਨੀ ਸੀ, ਜਿਨ੍ਹਾਂ ਨੇ ਕੁਝ ਸਿਰਜਣਾ ਸੀ ਦੇਸ਼ ਲਈ, ਜਿਨ੍ਹਾਂ ਨੇ ਦੇਸ਼ ਦੀ ਆਰਥਿਕਤਾ ਲਈ, ਐਜੂਕੇਸ਼ਨ ਲਈ, ਦੇਸ਼ ਦੀ ਸੋਸ਼ਲ ਸੁਸਾਇਟੀ ਲਈ, ਦੇਸ਼ ਦੀ ਪੋਲਿਟਿਕਸ ਲਈ, ਦੇਸ਼ ਦੇ ਮੀਡੀਆ ਲਈ, ਦੇਸ਼ ਦੀ ਫਿਲਮਾਂ ਲਈ ਜੋ ਕੁਝ ਸਿਰਜਣਾ ਸੀ, ਉਹ ਨੌਜਵਾਨ ਬੱਚੇ ਨੂੰ ਤੁਸੀਂ 4 ਮਹੀਨੇ ਸਾਲ ਵਿੱਚ ਆ ਕ੍ਰਿਕਟ ਦੇ ਮਗਰ ਪਾ ਕੇ, ਤਾਂ ਕਿ ਉਹਦੇ ਵਿੱਚ ਉਹ ਕ੍ਰੀਏਟੀਵਿਟੀ ਨਾ ਆਵੇ। ਜਦੋਂ ਕ੍ਰੀਏਟੀਵਿਟੀ ਆਵੇਗੀ ਫਿਰ ਉਹ ਪੋਲਿਟਿਕਸ ਵਿੱਚ ਆਪਣੇ ਹੱਕ ਮੰਗੇਗਾ। ਸੋ ਪੋਲਿਟਿਕਸ ਵਿੱਚੋਂ ਉਹਦੇ ਹੱਕਾਂ ਨੂੰ ਖਤਮ ਕਰਨ ਲਈ, ਸਿਰਫ ਐਕਸਕਲੂਸਿਵ ਪੋਲਿਟਿਕਸ ਕਰਨ ਲਈ ਦੂਜੇ ਨੰਬਰ ਤੇ ਮੀਡੀਆ। ਸੋ ਮੀਡੀਆ ਰਾਹੀਂ ਜਿਹੜਾ ਜ਼ਹਿਰ ਪਿਲਾਇਆ ਜਾ ਰਿਹਾ, ਜਿਹੜਾ ਹਿੰਦੂ ਨੌਜਵਾਨਾਂ ਨੂੰ ਜ਼ਹਿਰ ਪਿਲਾਇਆ ਜਾ ਰਿਹਾ ਘੱਟ ਗਿਣਤੀਆਂ ਦੇ ਖਿਲਾਫ, ਜਦੋਂ ਉਸ ਜ਼ਹਿਰ ਦੀ ਪੀਕ ਆਉਣੀ ਆ, ਜਦੋਂ ਇਹਨਾਂ ਨੌਜਵਾਨਾਂ ਨੇ ਆਪਣੇ ਜਿਹੜੇ ਹੈਗੇ ਹੱਕ ਮੰਗਣੇ ਹੈਗੇ ਆ, ਤੇ ਹੁਣੇ ਤੁਸੀਂ ਦੇਖੋ ਕਹਿਣ ਲੱਗਿਆ ਉਹਨਾਂ ਕਾਕਰੋਚ ਜਨਤਾ ਪਾਰਟੀ ਦੀ ਵੈਬਸਾਈਟ ਡਾਊਨ ਕਰ ਦਿੱਤੀ ਗਈ ਆ ਵੀ ਇਹ ਜਿਹੜੀ ਹੈਗੀ ਐਂਟੀ ਨੈਸ਼ਨਲ ਐਕਟੀਵਿਟੀ ਆ। ਹੁਣ ਜਦੋਂ 2 ਕਰੋੜ ਹਿੰਦੂ ਨੌਜਵਾਨ ਨੂੰ ਤੁਸੀਂ ਐਂਟੀ ਨੈਸ਼ਨਲ ਐਲਾਨ ਦੋਗੇ, ਹੁਣ ਸਿੱਖ ਤਾਂ ਹੈ ਨਹੀਂ ਉਹਦੇ ਵਿੱਚ, ਜਦੋਂ 2 ਕਰੋੜ ਹਿੰਦੂ ਨੌਜਵਾਨ ਨੂੰ ਤੁਸੀਂ ਐਂਟੀ ਨੈਸ਼ਨਲ ਜਾਂ ਦੇਸ਼ ਧਰੋਹੀ ਐਲਾਨ ਕੇ ਉਹਨਾਂ ਨੂੰ ਕਹੋਗੇ ਵੀ ਦੇ ਆਰ ਨਾਟ ਪਾਰਟ ਆਫ ਅਸ, ਜਿਹੜਾ ਉਹਨਾਂ ਵਿੱਚ ਉਹ ਰੋਹ ਡਬਲ ਹੋਣਾ ਹੈ, ਬੇਰੁਜ਼ਗਾਰੀ ਕਾਰਨ ਪੈਦਾ ਹੋਇਆ ਰੋਹ, ਮੌਕੇ ਨਾ ਮਿਲਣ ਕਾਰਨ ਪੈਦਾ ਹੋਇਆ ਰੋਹ, ਜਦੋਂ ਉਹਨੂੰ ਟੈਗ ਲੱਗ ਜਾਣਾ ਦੇਸ਼ ਧਰੋਹੀ ਦਾ। ਸਿੱਖਾਂ ਨੇ ਤਾਂ ਇਹ ਹੰਢਾਇਆ, ਸਿੱਖਾਂ ਨੇ ਸ਼ਹਾਦਤਾਂ ਦੇ ਕੇ ਤੇ ਤਸ਼ੱਦਦ ਸਹਿ ਕੇ ਉਹ ਹੰਢਾ ਲਿਆ, ਪਰ ਕੀ ਹਿੰਦੂ ਨੌਜਵਾਨ ਵੀ ਉਹ ਹੰਢਾਉਣਗੇ? ਹਨਾ, ਜਿਨ੍ਹਾਂ ਤੇ ਹੁਣ ਟੈਗ ਲੱਗਣਾ ਉਹਨਾਂ ਦਾ ਜਿਹੜਾ ਹੈਗਾ ਉਹ ਸਾਰਾ ਸਿਸਟਮ ਆ ਜਿਹੜਾ ਉਹ ਆਉਣਾ। ਤੀਜਾ, ਫਿਲਮਾਂ। ਹੁਣ ਧੁਰੰਦਰ ਫਿਲਮ ਬਣਾ ਕੇ ਬਸ ਉਹ ਨੌਜਵਾਨਾਂ ਨੂੰ ਇੱਕ ਗਧੇ ਗੇਟ ਚ ਪਾਇਆ ਹੋਇਆ ਵੀ ਅਸੀਂ ਬਹੁਤ ਵੱਡੇ ਬਹਾਦਰ ਆ, ਅਸੀਂ ਥਾਂ ਥਾਂ ਤੇ ਜਾ ਕੇ ਬੰਦੇ ਮਾਰ ਦਿੰਦੇ ਆ। ਸੋ ਨੌਜਵਾਨ ਜਿਹੜਾ ਗ੍ਰੈਜੂਏਸ਼ਨ ਕਰਕੇ ਆ ਰਿਹਾ, ਪੋਸਟ ਗ੍ਰੈਜੂਏਸ਼ਨ ਕਰਕੇ ਆ ਰਿਹਾ, IT ਦੀਆਂ ਡਿਗਰੀਆਂ ਕਰਕੇ ਆ ਰਿਹਾ ਹੈਗਾ, ਜਿਹਦੇ ਲਈ ਭਵਿੱਖ ਧੁੰਦਲਾ ਹੋਇਆ, ਉਹਨੂੰ IPL ਰਾਹੀਂ, ਮੀਡੀਆ ਦੇ ਜ਼ਹਿਰ ਰਾਹੀਂ ਤੇ ਧੁਰੰਦਰ ਵਰਗੀਆਂ ਫਿਲਮਾਂ ਰਾਹੀਂ ਸਿਰਫ ਇਸੇ ਕਰਕੇ ਗਧੀ ਗੇਟ ਚ ਪਾਇਆ ਹੋਇਆ ਵੀ ਉਹ ਆਪਣੀ ਅਸਲੀ ਸੱਚਾਈ ਲਈ ਜਿਹੜਾ ਹੱਕ ਆ ਉਹਨਾਂ। ਸੋ ਇਹ ਬਹੁਤ ਵੱਡਾ ਵਿਦਰੋਹ ਹੋ ਸਕਦਾ ਹੈ, ਕਿਉਂਕਿ ਇੰਨੇ ਵੱਡੀ ਨੌਜਵਾਨ ਜਿਹੜਾ ਯੂਥ ਪਾਵਰ ਹੈਗੀ ਆ ਕਿਸੇ ਵੀ ਮੁਲਕ ਵਿੱਚ ਨਹੀਂ, ਔਰ ਜਿਹੜੀ ਭਟਕੀ ਹੋਈ ਆ, ਜਿਹਨੂੰ ਕੋਈ ਵੀ ਆਪਣਾ ਰਾਹ ਨਹੀਂ ਦਿਖ ਰਿਹਾ। ਜੇ 4 ਦਿਨਾਂ ਵਿੱਚ 2-2.5 ਕਰੋੜ ਨੌਜਵਾਨ ਇੱਕ ਸੰਸਥਾ ਨਾਲ ਜੁੜ ਸਕਦਾ ਹੈ, ਔਰ ਰਵੀਸ਼ ਕੁਮਾਰ ਨੇ ਜਾਂ ਯੁਗਿੰਦਰ ਯਾਦਵ ਨੂੰ ਮੈਂ ਸੁਣ ਰਿਹਾ ਸੀ, ਯੁਗਿੰਦਰ ਯਾਦਵ ਕਹਿੰਦਾ ਵੀ ਮੈਂ ਹਾਲ ਦੀ ਘੜੀ ਕਾਕਰੋਚ ਜਨਤਾ ਪਾਰਟੀ ਨੂੰ ਇਹ ਸਮਝਦਾ ਵੀ ਉਹ ਇੱਕ ਚੁਟਕਲਾ ਹੈ ਨਾ, ਵੀ ਹਲੇ ਉਹਦਾ ਕੋਈ ਆਰਗੇਨਾਈਜੇਸ਼ਨ ਨਹੀਂ। ਕਹਿੰਦਾ ਜਿਹੜੀ ਇੱਕ ਸਰਕਾਰ ਐਡੀ ਵੱਡੀ ਇੱਕ ਚੁਟਕਲੇ ਤੋਂ ਡਰ ਗਈ, ਉਹ ਸਰਕਾਰ ਕਿੰਨੀ ਕਮਜ਼ੋਰ ਆ ਤੇ ਇੱਕ ਚੁਟਕਲੇ ਵਿੱਚ ਕਿੰਨੀ ਵੱਡੀ ਤਾਕਤ ਆ। ਕਹਿੰਦਾ ਇਹ ਦੇਖਣ ਵਾਲੀ ਗੱਲ। ਜਿਹੜੀ ਸਰਕਾਰ ਨੂੰ 4 ਦਿਨਾਂ ਵਿੱਚ ਹੀ ਐਂਟੀ ਨੈਸ਼ਨਲ ਸ਼ੁਰੂ ਹੋ ਗਈ ਕਾਕਰੋਚ ਜਨਤਾ ਪਾਰਟੀ, ਵੀ ਉਹ ਕਿਸ ਤਰ੍ਹਾਂ ਦੀ ਸਰਕਾਰ ਹੈਗੀ ਜਿਹੜੀ ਇੰਨੀ ਡਰੀ ਪਈ ਹੈਗੀ। ਸੋ ਜਿਹੜਾ ਨੌਜਵਾਨਾਂ ਦਾ ਰੋਹ ਆ ਉਹਨੂੰ ਡੈਮੋਕ੍ਰੈਟਿਕ ਸੰਸਥਾਵਾਂ ਹੀ ਹੈ ਜਿਹੜੀਆਂ ਉਹ ਜਿਹੜੀ ਹੈਗੀ ਹੈ ਇਨਕਲੂਸਿਵ ਪੋਲਿਟਿਕਸ ਆ ਜਿਹੜੀ ਆਪਾਂ ਕਹਿੰਦੇ ਹੈਗੇ। ਨੌਜਵਾਨਾਂ ਨੂੰ ਤੁਹਾਨੂੰ ਪੋਲਿਟਿਕਸ ਵਿੱਚ ਥਾਂ ਦੇਣੀ ਪਵੇਗੀ। ਅੱਜ ਮੈਂ ਟੋਨੀ ਬਲੇਅਰ ਦਾ ਸੁਣ ਰਿਹਾ ਸੀਗਾ, ਕਿਉਂਕਿ BBC ਨੇ ਉਹਨਾਂ ਦੇ ਲੰਬੇ ਇੰਟਰਵਿਊ ਕਰੀ ਹੈਗੀ ਹੈ। ਟੋਨੀ ਬਲੇਅਰ ਨੂੰ ਪੁੱਛਿਆ ਉਹਨਾਂ ਨੂੰ ਵੀ ਆਹ ਜਿਹੜੇ ਪੋਲਿਟਿਕਸ ਦੇ ਵਿੱਚ ਬੜੇ ਵੱਡੇ ਗਲੋਬਲ ਪੋਲਿਟਿਕਸ ਵਿੱਚ ਅੜਕੇ ਆ ਰਹੇ ਹੈਗੇ ਆ, ਹਨਾ, ਵੀ ਇਹ ਟੋਨੀ ਬਲੇਅਰ ਕਹਿੰਦਾ ਵੀ ਹੁਣ ਲੀਡਰ ਬਦਲਣ ਨਾਲ ਜਿਹੜੀ ਹੈਗੀ ਆ ਇਹ ਖੇਡ ਨਹੀਂ ਬਦਲੇਗੀ। ਉਹ ਕਹਿੰਦਾ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਜਾਂ ਇੰਟਰਨੈਟ ਬੇਸਡ ਅਸੀਂ ਦੁਨੀਆ ਵਿੱਚ ਪਹੁੰਚ ਚੁੱਕੇ ਹਾਂ 21ਵੀਂ ਸਦੀ ਵਿੱਚ, it is equivalent to industrial revolution of 18th and 19th century, ਜਿਹੜਾ ਫਰਾਂਸ ਵਾਲਾ ਸੀ। ਨਹੀਂ, ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਸੀਗਾ, ਇਹ ਇੰਨੀ ਵੱਡੀ ਪ੍ਰਾਪਤੀ ਆ, ਇਹ 21ਵੀਂ ਸਦੀ ਦਾ ਇੰਡਸਟਰੀਅਲ ਰੈਵੋਲੂਸ਼ਨ ਆ। ਕਹਿੰਦਾ 21ਵੀਂ ਸਦੀ ਦੇ ਇੰਡਸਟਰੀਅਲ ਰੈਵੋਲੂਸ਼ਨ ਨੂੰ ਤੁਸੀਂ 18ਵੀਂ ਜਾਂ 19ਵੀਂ ਸਦੀ ਦੀ ਪੋਲਿਟਿਕਸ ਨਾਲ ਨਹੀਂ ਚਲਾ ਸਕਦੇ। ਯੂ ਨੀਡ ਏ policy change, paradigm shift in politics। ਸੋ ਭਾਰਤ ਵਿੱਚ ਜਿਹੜਾ ਇਹ ਸੰਕਟ ਆ ਰਿਹਾ ਹੈਗਾ,
ਸੋ ਭਾਰਤ ਵੀ ਇੱਕ ਇੰਟਰਨੈਟ ਦੀ ਏਜ ਵਿੱਚ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਏਜ ਵਿੱਚ ਰਹਿ ਰਹੇ ਨੌਜਵਾਨੀ ਨੂੰ 18ਵੀਂ ਸਦੀ ਦੀ ਤੇ 19ਵੀਂ ਸਦੀ ਦੀ ਪੋਲਿਟਿਕਸ ਕਰਕੇ ਉਹਨੂੰ ਕਾਬੂ ਰੱਖਣਾ ਚਾਹੁੰਦਾ, ਵਿਚ ਇਜ਼ ਨਾਟ ਗੋਇੰਗ ਟੂ ਹੈਪਨ। ਇਹ ਕੀ ਜਿਹੜਾ ਸੋਸ਼ਲ ਮੀਡੀਆ ਦਾ ਇਹ ਜਿਹੜਾ ਅੰਦੋਲਨ ਆ, ਕੀ ਇਹ ਅਸਲ ਰਾਜਨੀਤੀ ਤਬਦੀਲੀ ਲੈ ਕੇ ਆਊਗਾ? ਆਪਾਂ ਜੈਨ ਜ਼ੀ ਰੈਵੋਲੂਸ਼ਨ ਦੇਖੇ, ਪਾਕਿਸਤਾਨ 'ਚ ਦੇਖਿਆ, ਬੰਗਲਾਦੇਸ਼ 'ਚ ਦੇਖਿਆ, ਹੋਰ ਮੁਲਕਾਂ ਦੇ ਵਿੱਚ ਜਿਹੜੇ ਉਹ ਦੇਖੇ ਆ, ਕਿ ਭਾਰਤ ਵਿੱਚ ਅਸਲ 'ਚ ਜੈਨ ਜ਼ੀ ਰੈਵੋਲੂਸ਼ਨ ਆ ਰਿਹਾ? ਹਾਂਜੀ ਹਾਂਜੀ, ਉਹਦੀ ਪਹਿਲਾ ਸਟੈਪ ਆ ਜਿਹੜਾ ਸ਼ੁਰੂ ਹੋਇਆ, ਜਿੰਨੇ ਪੋਲਿਟਿਕਸ ਦੇ ਮੈਨੂੰ ਸਮਝ ਆ। ਸੋ ਪਹਿਲੇ ਸਟੈਪ 'ਚ ਸਰਕਾਰ ਆ ਜਿਹੜੀ ਉਹ ਰਿਐਕਸ਼ਨਰੀ ਹੋ ਗਈ ਆ। ਸੋ ਪਹਿਲੇ ਸਟੈਪ 'ਚ ਹੋ ਸਕਦਾ ਸਰਕਾਰ ਸਕਸੈਸਫੁਲ ਹੋ ਜੇ, ਉਹਨਾਂ ਨੂੰ ਡਰਾ ਲੇ, ਉਹਨਾਂ ਤੇ ਪਾਬੰਦੀਆਂ ਲਾ ਦੇ, ਸਾਰਾ ਸੋਸ਼ਲ ਮੀਡੀਆ ਜਿਹੜਾ ਬੈਨ ਕਰ ਦੇ। ਪਰ ਜਿਹੜਾ ਨੈਕਸਟ ਸਟੈਪ ਵਿੱਚ ਹੋਊਗਾ ਉਹ ਵੱਧ ਆਰਗੇਨਾਈਜ਼ ਹੋ ਕੇ ਆਉਣਗੇ। ਸੋ ਇਹ ਕਈ ਸਟੈਪਸ ਵਿੱਚ ਆਉਣਾ। ਭਾਰਤ ਦੀ ਸਰਕਾਰ ਜਿਹੜੀ ਆਪਾਂ ਕਹਿੰਦੇ ਵੀ ਆਰਗੇਨਾਈਜ਼ਡ ਪੁਲਿਸ ਆ, ਇਹ ਇੰਦਰਾ ਗਾਂਧੀ ਦੀ ਐਮਰਜੈਂਸੀ ਤੋਂ ਹੀ ਆਰਗੇਨਾਈਜ਼ਡ ਪੁਲਿਸ ਆ, ਪਿਛਲੇ 12 ਸਾਲਾਂ 'ਚ ਨਹੀਂ ਬਣੀ। ਆਰਗੇਨਾਈਜ਼ਡ ਪੁਲਿਸ ਇਹ ਬਹੁਤ ਸਾਲਾਂ ਤੋਂ ਆ, ਇਹ ਜਿੱਦਾਂ 50 ਸਾਲਾਂ ਤੋਂ ਹੀ ਹੈਗੀ ਆ। ਇਹ ਦਬਾ ਦੇਵੇਗੀ, ਹਲੇ ਜੇ ਇੰਨਾ ਵੱਡਾ ਵਿਦਰੋਹ ਹਲੇ ਦਬਾਵੇਗੀ। ਹੋ ਸਕਦਾ ਗੋਲੀਆਂ ਵੀ ਚੱਲਣ, ਕੁਝ ਨੌਜਵਾਨਾਂ ਨੂੰ ਮਾਰਿਆ ਵੀ ਜਾਵੇ, ਪਰ ਇਹ ਪਹਿਲੀ ਵਾਰ ਹੋਊਗਾ ਵੀ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਤੇ ਭੰਗੜੇ ਪਾਉਣ ਵਾਲੀ ਜਿਹੜੀ ਪੂਰੀ ਕਮਿਊਨਿਟੀ ਆ, ਜਦੋਂ ਉਹਨਾਂ ਦੇ ਆਪਣੇ ਬੱਚੇ ਦੀਆਂ ਲਾਸ਼ਾਂ ਗਰਾਊਂਡ ਤੇ ਗਿਰੀਆਂ ਦਿਖਣਗੀਆਂ, ਉਹ ਕਿੱਦਾਂ ਰਿਐਕਟ ਕਰੂਗੀ। ਉਹ ਪੋਲਿਟਿਕਸ ਜਿਹੜੀ ਉਦੋਂ ਪੋਲਿਟਿਕਸ ਹੋਊਗੀ ਜਿਹੜੀ ਅੱਜ ਜਿਹੜੀ ਸਿਰਫ ਇੰਟਰਨੈਟ ਤੇ ਹੈ, ਜਦੋਂ ਉਹ ਪੋਲਿਟਿਕਸ ਰਿਐਲਿਟੀ ਵਿੱਚ ਆਊਗੀ ਤਾਂ ਉਹ ਪੋਲਿਟਿਕਸ ਕਹੀ ਜੀ ਹੋਊਗੀ ਵੀ ਹਰ ਬੱਚੇ ਨੂੰ ਜਿਹੜਾ ਹੈਗਾ ਤੁਸੀਂ ਉਹ ਅੱਤਵਾਦੀ ਤੇ ਦੇਸ਼ ਧਰੋਹੀ ਕਹਿ ਕੇ, ਫਿਰ ਸਿੱਖਾਂ ਦਾ ਦਰਦ ਵੀ ਸਮਝ ਆਊਗਾ ਵੀ ਸਿੱਖਾਂ ਨੇ ਕੀ ਹੰਢਾਇਆ ਹੋਊਗਾ। ਬਿਲਕੁਲ ਹਨਾ, ਉਹ ਵੀ ਕੋਈ ਨਾ ਕੋਈ ਜਿਹੜਾ ਸਿਆਣਾ ਹੋਊਗਾ ਉਹ ਤਾਂ ਇੰਟਰੋਸਪੈਕਟ ਕਰੂਗਾ ਹੀ ਵੀ ਜਿਵੇਂ ਅੱਜ ਸਾਡੇ ਹੱਕ ਮੰਗਦੇ ਬੱਚਿਆਂ ਨੂੰ ਦੇਸ਼ ਧਰੋਹੀ ਕਹਿ ਕੇ ਮਾਰਿਆ ਜਾ ਰਿਹਾ, ਇਹ ਸਿੱਖਾਂ ਨੂੰ ਵੀ ਇਸ ਤਰ੍ਹਾਂ ਹੀ ਮਾਰਿਆ ਜਾਊਗਾ। ਸੋ ਇਹ ਬਹੁਤ ਵੱਡੀ ਇਹ ਪਾਲਿਸੀ ਸ਼ਿਫਟ ਹੈਗੀ ਆ। ਇਹ ਅਸੀਂ ਇੱਕ ਨਵੇਂ ਰੈਵੋਲੂਸ਼ਨ ਦੇ ਵਿੱਚ ਰਹਿ ਰਹੇ ਹਾਂ, ਸੋਸ਼ਲ ਰੈਵੋਲੂਸ਼ਨ ਵਿੱਚ। ਉਹਦੇ ਨਾਲ ਪੋਲੀਟੀਕਲ ਰੈਵੋਲੂਸ਼ਨ ਵੀ ਜੁੜਿਆ ਹੋਇਆ। ਹੁਣ ਪੋਲੀਟੀਕਲ ਰੈਵੋਲੂਸ਼ਨ ਆ ਜਿਹੜਾ ਇੱਕ ਕਲੋਜ਼ਡ ਸੋਸਾਇਟੀ, ਇੱਕ ਤਾਨਾਸ਼ਾਹ ਸੋਸਾਇਟੀ ਦੇ ਤੌਰ ਤੇ ਅੱਗੇ ਨਹੀਂ ਵਧੇਗਾ। ਇਟ ਕੁਡ ਬੀ ਅ ਓਪਨ ਸੋਸਾਇਟੀ ਜਿਹਦੇ ਵਿੱਚ ਨੌਜਵਾਨਾਂ ਨੂੰ ਬਹੁਤ ਵੱਡੀ ਪੱਧਰ ਤੇ ਤੁਹਾਨੂੰ ਜਿਹੜਾ ਹੈਗਾ ਉਹ ਹੱਕ ਦੇਣੇ ਪੈਣਗੇ। ਉਹਨਾਂ ਨੂੰ ਜਿਹੜਾ ਹੈਗਾ ਬਹੁਤ ਵੱਡੀ ਪੱਧਰ ਤੇ ਮੈਂਬਰ ਆਫ ਪਾਰਲੀਮੈਂਟ, MLA ਤੇ ਪੋਲਿਟਿਕਸ ਵਿੱਚ ਆ ਜਿਹੜੀ ਤੁਹਾਨੂੰ ਥਾਂ ਦੇਣੀ ਪਵੇਗੀ। ਵਰਨਾ ਇਹ ਸੁਨਾਮੀ ਹੈ ਭਾਰਤ ਵਿੱਚ ਨੌਜਵਾਨਾਂ ਦੀ। ਇਹ ਜਿਉਂ-ਜਿਉਂ ਵੱਧ ਰਹੇ 80 ਲੱਖ ਨੌਜਵਾਨ ਹਰੇਕ ਸਾਲ ਵੱਧ ਰਿਹਾ ਜਿਹੜਾ ਗ੍ਰੈਜੂਏਟ ਹੋ ਕੇ ਆ ਰਿਹਾ, ਇਹਨੇ ਅਗਲੇ 5-6 ਸਾਲਾਂ ਵਿੱਚ ਜਿਹੜੀ ਵਰਕ ਫੋਰਸ ਬਣਨਾ ਹੈ। ਸੋ ਇਟ ਕੁਡ ਬੀ ਵੈਰੀ ਡੇਂਜਰਸ ਫॉर ਦੀ ਜਿਹੜਾ ਕਰੰਟ ਪੋਲੀਟੀਕਲ ਸਿਸਟਮ ਹੈ। ਨਾਲੇ ਦੇਖੋ ਇੱਕ ਚੀਜ਼ ਹੋਰ ਹੋ ਰਹੀ ਹੈ, ਜਿਹੜਾ ਤੁਸੀਂ AI ਦਾ ਜ਼ਿਕਰ ਕੀਤਾ। ਭਾਰਤ ਦੇ ਵਿੱਚ ਬਹੁਤੀ ਇੰਡਸਟਰੀ ਸਰਵਿਸ ਇੰਡਸਟਰੀ ਆ, ਉਹ 'ਚੋਂ ਸੌਫਟਵੇਅਰ ਵੇਚਦੇ ਆ ਤੇ ਜਾਂ ਫਿਰ ਇੱਥੋਂ ਦੀਆਂ ਕੰਪਨੀਆਂ ਉੱਥੇ ਸਸਤੇ ਭਾਅ ਦੇ ਉੱਤੇ ਲੋਕ ਹਾਇਰ ਕਰਦੀਆਂ। ਜਦੋਂ AI ਆਊਗੀ ਤੇ ਜਦੋਂ ਉਹ ਲੋਕ ਵੀ ਕਹਿ ਲਓ ਵੀ ਅਨਇੰਪਲਾਇਡ ਹੋਣਗੇ, ਉਹਨਾਂ ਦੀ ਨੌਕਰੀ ਜਾਊਗੀ ਤੇ ਉਹਨਾਂ ਨੇ ਵੀ ਤਾਂ ਰੌਲਾ ਹੀ ਪਾਉਣਾ। ਹਾਂਜੀ ਬਿਲਕੁਲ। ਜਿਨ੍ਹਾਂ ਨੇ ਵੱਡੇ ਘਰ ਲੈ ਰੱਖੇ ਆ, ਬੰਬੇ, ਪੂਨੇ, ਬੰਗਲੌਰ ਰਹਿ ਰਹੇ ਆ, ਗੁੜਗਾਵਾਂ ਰਹਿ ਰਹੇ ਹੈਗੇ ਆ, ਸੋ ਕਿਸ਼ਤਾਂ ਤੇ ਘਰ ਲੈ ਰੱਖਿਆ, ਜਦੋਂ ਉਹ ਜੌਬਸ ਜਾਣੀਆਂ ਹੈਗੀਆਂ ਉਹ ਤੋਂ ਬਾਅਦ ਇੱਕਦਮ ਹੀ ਅਗਲੇ ਮਹੀਨੇ ਹੀ ਅਗਲੇ ਦਿਨ ਹੀ ਤੁਸੀਂ ਅਗਲੀ ਜੌਬ ਲੱਭ ਲਓਗੇ ਜਾਂ ਨਹੀਂ ਲੱਭ ਲਓਗੇ। ਉਹ ਕਿੰਨੀ ਕੁ ਵਾਇਬਲ ਜੌਬ ਹੋਊਗੀ ਤੁਹਾਡੇ ਅੱਜ ਦੇ ਸਟੈਂਡਰਡ ਦੇ ਹਿਸਾਬ ਨਾਲ। ਬਹੁਤ ਵੱਡੇ ਜਿਹੜੇ ਇਸੇ ਲਈ ਇਹ ਹੈਗਾ ਵੀ ਟੋਨੀ ਬਲੇਅਰ ਦਾ ਬਿਲਕੁਲ ਕਹਿਣਾ ਵੀ ਲੀਡਰ ਨਹੀਂ ਬਦਲਨੇ, ਹੁਣ ਪਾਲਿਸੀ ਬਦਲਣੀ ਪੈਣੀ ਹੈ। ਯੂ ਨੀਡ ਟੂ ਸ਼ਿਫਟ ਇਹ ਪੈਰਾਡਾਈਮ ਸ਼ਿਫਟ ਇਨ ਪੋਲਿਟਿਕਸ। ਹੁਣ ਪੈਰਾਡਾਈਮ ਸ਼ਿਫਟ ਚਾਹੀਦੀ ਹੈ ਇੰਡੀਆ ਵਿੱਚ, ਤਾਂ ਅੱਗੇ ਜਾ ਕੇ ਗੱਲ ਬਣਨੀ। ਅੱਛਾ, ਇਹ ਜਿੱਦਾਂ ਤੁਸੀਂ ਕਿਹਾ ਵੀ ਇਹ ISI ਪਾਕਿਸਤਾਨੀ ਇਹ ਆਹ ਵਾਲੀ ਪਾਰਟੀ ਦੇ ਉੱਤੇ ਵੀ ਆਹ ਅੰਦੋਲਨ ਨੂੰ ਲੈ ਕੇ ਵੀ ਉਹਨਾਂ ਨੇ ਬਥੇਰੇ ਚਲਾਏ ਵੀ ਆਹ ਦੇਖੋ ਇਹਨਾਂ ਦੇ ਜਿਹੜੇ ਯੂਜ਼ਰ ਆ ਇਹ ਤਾਂ ਸਾਰੇ ਬਾਹਰ ਦੇ ਆ, ਇਹ ਤੇ ਇਦਾਂ ਆ, ਇਹ ਤਾਂ ਉਦਾਂ ਆ। ਵਿੱਚ ਇਹ ਵੀ ਦੋਸ਼ ਲਾਏ ਵੀ ਇਹ CIA ਦੇ ਦੁਆਰਾ ਫੰਡਡ ਕਰਕੇ ਜਾਂ ਉਹਨਾਂ ਦੇ ਦੁਆਰਾ ਇਹ ਚੀਜ਼ ਜਿਹੜੀ ਉਹ ਲਿਆਂਦੀ ਜਾ ਰਹੀ ਆ। ਅਕਸਰ ਸੋਰੋਸ ਦਾ ਵੀ ਨਾਮ ਆਉਂਦਾ ਰਿਹਾ ਆ ਜਦੋਂ ਰਾਹੁਲ ਗਾਂਧੀ ਦੇ ਉਭਾਰ ਦੀ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ। ਸੋ ਇਹ ਸਾਰੇ ਕਾਸੇ ਦੇ ਵਿੱਚ ਸਿਰਫ ਇਹ ਦੱਬਣ ਦੀ ਹੋਈ ਕੋਸ਼ਿਸ਼ ਆ ਵੀ ਵੱਖ-ਵੱਖ ਨਾਂ ਲਾ ਦਈਏ, ISI ਵੀ ਕਹਿ ਦਈਏ, CIA ਵੀ ਕਹਿ ਦਈਏ, ਕਿ ਅਸਲ ਦੇ ਵਿੱਚ ਵੀ ਇਹ ਚੀਜ਼ਾਂ ਹੋ ਸਕਦੀਆਂ? ਨਹੀਂ ਜੀ ਨਹੀਂ। ਸੋ ਜਿਹੜੀ ਹੁਣ ਤੱਕ ਮੈਨੂੰ ਲੱਗਦਾ ਜਿੰਨੇ ਕੁ ਪੋਲਿਟਿਕਸ ਨੂੰ ਮੈਂ ਸਮਝਦਾ, ਇੱਕ ਇਹ ਨੌਜਵਾਨਾਂ ਦਾ ਆਪ ਮੁਹਾਰਾ ਗੁੱਸਾ ਹੈ। ਸੋ ਜਿਹੜੇ ਬਹੁਤ ਬੁਰੀ ਤਰ੍ਹਾਂ ਝੰਬੇ ਪਏ ਆ ਸਿਸਟਮ ਤੇ। ਸੋ ਅਸੀਂ ਵੀ ਝੰਬੇ ਹੋਏ ਸੀ, ਅਸੀਂ ਵੀ ਮਸੀਂ ਉਹਨਾਂ ਮੁਸ਼ਕਲਾਂ ਚੋਂ, ਮੁਸ਼ਕਲ ਹਾਲਾਤਾਂ ਚੋਂ, ਚਲੋ ਆਪਾਂ ਸਾਰੇ ਜਿਸ ਤਰ੍ਹਾਂ ਹੈਗੇ, ਤੁਸੀਂ ਵੀ ਮੈਂ ਵੀ, ਆਪਾਂ ਵੀ ਉਹਨਾਂ ਸੰਕਟਾਂ ਦਾ ਸਾਹਮਣਾ ਕਰਦੇ ਹਾਂ ਵੀ ਚਲੋ ਕਿਤੇ ਨਾ ਕਿਤੇ ਸੈਟਲ ਡਾਊਨ ਹੋਇਆ। ਪਰ ਨੌਜਵਾਨ ਜਿਹੜੇ ਹੁਣ ਬੱਚਾ ਐਡੀ ਵੱਡੀ ਪੱਧਰ ਤੇ ਜਿਹੜੇ ਹੈਗੇ ਉਹ ਚੁਣੌਤੀਆਂ ਦਾ ਉਸ ਤਰ੍ਹਾਂ ਸਾਹਮਣਾ ਕਰ ਸਕਣਗੇ, ਕਿਉਂਕਿ ਆਪਣੇ ਲਈ ਤਾਂ ਥੋੜੀ ਜਿਹੀ ਬੇਗਾਨਗੀ ਵੀ ਸੀਗੀ ਵੀ ਆਪਾਂ ਸਿੱਖ ਪਰਿਵਾਰਾਂ ਚੋਂ ਹੈਗੇ ਆ,
ਆਪਾਂ ਕਿਸੇ ਹੋਰ ਸਿਸਟਮ ਨਾਲ ਵੀ ਜਿੱਦਾਂ ਖਹਿ ਰਹੇ ਸੀਗੇ, ਪਰ ਹਿੰਦੂ ਪਰਿਵਾਰਾਂ ਲਈ ਇਹ ਸਾਰਾ ਕਰਨਾ ਵੀ ਇੰਨੀ ਵੱਡੀ ਪੱਧਰ ਤੇ ਉਹਨਾਂ ਦਾ ਪਲਾਇਨ ਹੋ ਜਾਣਾ ਜਾਂ ਇੰਨੀ ਵੱਡੀ ਪੱਧਰ ਤੇ ਉਹਨਾਂ ਦੀ ਚੁਣੌਤੀਆਂ, ਸੋ ਕੋਈ ਵੀ ਹਾਲ ਦੀ ਘੜੀ ਮੈਨੂੰ ਨਹੀਂ ਲੱਗਦਾ ਵੀ ਕੋਈ CIA ਜਾਂ ਕੋਈ ਹੋਰ ਆ ਉਹਨਾਂ ਦੀ ਹਮਾਇਤ ਕਰ ਰਿਹਾ। ਇਹ ਜਿਹੜੇ ਪੋਲੀਟੀਕਲ ਲੀਡਰਸ਼ਿਪ ਆ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ। ਬਿਲਕੁਲ ਉਹੀ ਗੱਲ ਆ ਵੀ ਇਹਨਾਂ ਦਾ ਡੈਮੋਕ੍ਰੈਟਿਕ ਸੈਟਅਪ ਰਹੀ ਇਹਨਾਂ ਦੀ ਉਸਾਰੀ ਨਹੀਂ ਹੋਈ। ਇਹ ਹਰ ਕਿਸਮ ਹਰ ਫੇਲਿਅਰ ਲਈ, ਹਰ ਚੁਣੌਤੀ ਲਈ ਜਿਹੜੀ ਉਹਨਾਂ ਦੇ ਰਾਹ ਵਿੱਚ ਆਵੇਗੀ, ਜਿਹੜੀ ਉਹਨਾਂ ਨੂੰ ਗੱਦੀ ਤੋਂ ਲਾਉਣ ਦਾ ਯਤਨ ਹੋਵੇਗਾ, ਉਹਦੇ ਤੇ ਵਿਦੇਸ਼ਾਂ ਤੇ ਜਿਹੜਾ ਹੈਗਾ ਉਹ ਦੋਸ਼ ਲਾਉਣਗੇ। ਇਹ ਭਾਰਤ ਦੇ ਹਿੰਦੂ ਨੌਜਵਾਨਾਂ ਦਾ ਇੱਕ ਪੂਰੀ ਤਰ੍ਹਾਂ ਪਿਓਰ ਤੇ ਜੈਨੂਅਨ ਜਿਹੜਾ ਰੋਹ ਹੈਗਾ, ਔਰ ਜਿਹੜਾ ਇਹ ਰੋਹ ਹੈਗਾ ਲਗਾਤਾਰ ਵਧੇਗਾ, ਕਿਉਂਕਿ ਬਹੁਤ ਵੱਡੀ ਪੱਧਰ ਤੇ ਨੌਜਵਾਨ ਆ ਜਿਹੜੇ ਉਹ ਇਸ ਸਿਸਟਮ ਤੋਂ ਅਸੰਤੁਸ਼ਟ ਹੋਏ ਆ। ਉਹਨਾਂ ਨੂੰ ਪੋਲਿਟਿਕਸ ਵਿੱਚ ਜਗ੍ਹਾ ਨਹੀਂ ਮਿਲ ਰਹੀ, ਉਹਨਾਂ ਨੂੰ ਸੋਸ਼ਲ ਸਾਇੰਸ ਵਿੱਚ ਔਰ ਜਿਹੜੀ ਹੈਗੀ ਆ ਰੋਜ਼ਗਾਰ ਦੇ ਮੌਕੇ ਜਿਹੜੇ ਉਹਨਾਂ ਦੇ ਖਤਮ ਹੋ ਰਹੇ ਹੈਗੇ ਆ। ਇਹ ਸਾਰੀ ਚੀਜ਼ ਦੇ ਵਿੱਚ ਅਵਤਾਰ ਸਿੰਘ ਜੀ ਆਪਾਂ ਇਹ ਦੇਖਿਆ ਪੰਜਾਬ ਵਾਲੇ ਜਿਹੜੇ ਨੌਜਵਾਨ ਆ, ਜਿੱਦਾਂ ਤੁਸੀਂ ਸਿੱਖਾਂ ਦੀ ਵੀ ਗੱਲ ਕੀਤੀ, ਪੰਜਾਬ ਦੇ ਓਵਰਆਲ ਜਿਹੜਾ ਆ ਇਹ ਇਸ ਵਾਰ ਇਹਨੂੰ ਚਿੱਥ ਕੇ ਦੇਖ ਰਹੇ ਆ। ਇਹਦੇ ਮਗਰ ਆਪ ਮੁਹਾਰੇ ਜਿਹੜੇ ਉਹ ਨਹੀਂ ਲੱਗ ਰਹੇ। ਪਹਿਲਾਂ ਤਾਂ ਜਦੋਂ ਆਮ ਆਦਮੀ ਪਾਰਟੀ ਆਈ, ਲੋਕਾਂ ਨੇ ਤਾਂ ਝਾੜੂ ਫੜ ਲਏ, ਕਈਆਂ ਨੇ ਤਾਂ ਸਿਰਾਂ ਤੇ ਵੀ ਬੰਨ੍ਹ ਲਏ, ਪਤਾ ਨਹੀਂ ਕੀ ਕੁਛ ਜਿਹੜਾ ਉਹ ਨਹੀਂ ਹੋਇਆ। ਪਰ ਇਸ ਵਾਰ ਪੰਜਾਬ 'ਚੋਂ ਇਹ ਆਵਾਜ਼ ਆਈ ਵੀ ਭਰਾਵਾ ਕਾਕਰੋਚ ਨਾ ਬਣੋ, ਵੀ ਆਹ ਚੀਜ਼ ਜਿਹੜੀ ਇਹ ਚੀਜ਼ ਨਾ ਜਿਹੜੀ ਬੜੀ ਪੋਜ਼ਿਟਿਵ ਆ, ਸਿੱਖਾਂ 'ਚ ਪੋਜ਼ਿਟਿਵ ਆ। ਸੋ ਕਿਉਂਕਿ ਇਹ ਹਿੰਦੁਸਤਾਨ ਦੇ ਨੌਜਵਾਨਾਂ ਲਈ ਵਧੀਆ ਪਲੇਟਫਾਰਮ ਹੋਊਗਾ, ਪਰ ਸਿੱਖਾਂ ਨੂੰ ਆਪਣਾ ਪੰਥਕ ਪਲੇਟਫਾਰਮ ਹੀ ਚਾਹੀਦਾ ਹੈਗਾ। ਸੋ ਵੀ ਆਰ ਨਾਟ ਕਾਕਰੋਚਸ, ਕਿਉਂਕਿ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਪਾਰਟੀਆਂ, ਇਹ ਨੌਜਵਾਨ ਵੀ ਕੱਲ ਨੂੰ ਸੱਤਾ ਵਿੱਚ ਆ ਜਾਣ, ਇਹਨਾਂ ਨੇ ਵੀ ਸਿੱਖਾਂ ਨਾਲ ਉਹੀ ਕੁਝ ਕਰਨਾ ਜੋ ਬਾਕੀ ਸਰਕਾਰਾਂ ਨੇ ਕਰਿਆ। ਸੋ ਸਿੱਖਾਂ ਲਈ ਉਹ ਕੋਈ ਵੀ ਲਾਹੇਵੰਦੀ ਨਹੀਂ ਹੈ। ਹਾਂ, ਭਾਰਤ ਦਾ ਜਿਹੜਾ ਨੌਜਵਾਨ ਹੈਗਾ, ਜਿਹੜਾ ਦੱਬਿਆ ਹੋਇਆ ਸਿਸਟਮ ਨੇ, ਕਿਉਂਕਿ ਅਸੀਂ ਉਹਦਾ ਵੀ ਦਰਦ ਦੇਖ ਰਹੇ ਹਾਂ। ਅਸੀਂ ਵੀ ਇਸ ਉਮਰ ਚੋਂ ਲੰਘੇ ਹੈਗੇ ਆ, ਜਿਸ ਪੀੜਾ ਚੋਂ ਉਹ ਨੌਜਵਾਨ ਲੰਘ ਰਹੇ, ਅਸੀਂ ਸਮਝਦਾ ਵੀ ਉਹਨਾਂ ਨੂੰ ਉਸ ਪੀੜਾ ਤੋਂ ਮੁਕਤੀ ਚਾਹੀਦੀ ਹੈ। ਸੋ ਇਹ ਉਹਨਾਂ ਲਈ ਬਹੁਤ ਵਧੀਆ ਹੋ ਸਕਦਾ ਸਿਸਟਮ, ਪਰ ਸਿੱਖਾਂ ਲਈ ਨਹੀਂ। ਸਿੱਖਾਂ ਨੂੰ ਆਪਣੀ ਪੰਥਕ ਪੋਲਿਟਿਕਸ ਜਿਹੜੀ ਹੈਗੀ ਆ, ਸਿੱਖ ਮਸਲਿਆਂ ਦੇ ਦੁਆਲੇ, ਪੰਜਾਬੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਉਹਦੇ ਦੁਆਲੇ, ਸੋ ਪਿਓਰਲੀ ਸਿੱਖਾਂ ਦੀ ਪੋਲਿਟਿਕਸ ਕਰਨੀ ਚਾਹੀਦੀ ਆ। ਕਿਸੇ ਦੇ ਮਗਰ ਲੱਗ ਕੇ ਆਮ ਆਦਮੀ ਪਾਰਟੀ ਵਾਂਗੂ ਆਪਣੇ ਪੈਰਾਂ ਤੇ ਕੁਹਾੜਾ ਨਹੀਂ ਮਾਰਨਾ ਚਾਹੀਦਾ। ਕੀ ਤੁਹਾਨੂੰ ਲੱਗਦਾ ਉਦਾਂ ਵੈਸੇ ਵੀ ਇਹ ਸਾਰੇ ਸਰਗਰਮੀ ਨੂੰ ਜਿਹੜੀ ਸਰਕਾਰ ਆ ਧੱਕੇ ਦੇ ਨਾਲ, ਜ਼ਬਰ ਦੇ ਨਾਲ ਬੰਨ ਲਾ ਲਵੇਗੀ? ਹਾਂਜੀ, ਇਨੀਸ਼ੀਅਲ ਲੈਵਲ ਤੇ ਤਾਂ ਉਹ ਬੰਨ ਲਾ ਲਵੇਗੀ ਸਰਕਾਰ, ਕਿਉਂਕਿ ਇੰਨੀ ਤਾਕਤਵਰ ਤਾਂ ਹੈ। ਸੋ ਹਾਲ ਦੀ ਘੜੀ ਉਹ ਬੰਨ ਲਾ ਲਵੇਗੀ, ਕੁਝ ਨੂੰ ਡਰਾਵੇਗੀ। ਹੋ ਸਕਦਾ ਜਿਹੜਾ ਉਹ ਲੀਡਰ ਹੈ ਬੋਸਟਨ 'ਚ ਰਹਿੰਦਾ, ਉਹਨੂੰ ਡਰਾਇਆ ਧਮਕਾਇਆ ਜਾਂ ਕੋਈ ਲਾਲਚ ਵਗੈਰਾ ਜਾਂ BJP ਸ਼ਾਮਲ ਕਰਾ ਲਿਆ ਜਾਵੇ। ਪਰ ਇਹ ਹੁੰਦਾ ਵੀ ਜਦੋਂ ਐਡਾ ਵੱਡਾ ਅਸੰਤੋਸ਼ ਹੋਵੇ ਤਾਂ ਜਿਹੜੀ ਲਹਿਰ ਹੁੰਦੀ ਆ ਉਹ ਦੁਬਾਰੇ ਨਵੀਂ ਲੀਡਰਸ਼ਿਪ ਦੇ ਦਿੰਦੀ ਹੁੰਦੀ ਆ। ਸੋ ਇਹ ਪੋਲਿਟਿਕਸ ਦਾ ਅਸੂਲ ਹੈਗਾ, ਬਾਉਂਸ ਬੈਕ ਆ ਜਿਹੜੀ ਹੁੰਦੀ ਹੈਗੀ ਆ। ਸੋ ਇੱਕਦਮ ਨਹੀਂ ਹੋਵੇਗਾ, ਹਾਲੇ 5-10 ਸਾਲ ਵੀ ਲੱਗ ਸਕਦੇ ਹੈਗੇ ਆ, ਕਿਉਂਕਿ ਸਟੇਟ ਹਾਲੇ 5-10 ਸਾਲਾਂ ਲਈ ਤਾਂ ਸਿਸਟਮ ਨੂੰ ਜਿਹੜਾ ਹੈਗਾ ਆਪਣੇ ਕਬਜ਼ੇ 'ਚ ਕਰਕੇ ਬੈਠੀ ਹੈਗੀ ਆ। ਕੋਈ ਬਹੁਤ ਵੱਡਾ ਵਿਦਰੋਹ ਹੋ ਜੇ, ਇੱਕਦਮ ਨੌਜਵਾਨ ਸੜਕਾਂ ਤੇ ਆ ਜਾਣ, ਤਾਂ ਉਹ ਕੋਈ ਵੱਖਰੀ ਗੱਲ ਨਹੀਂ। ਪਰ ਹਾਲ ਦੀ ਘੜੀ ਸਟੇਟ ਦੇ ਹੱਥਾਂ ਵਿੱਚ ਸਾਰੇ ਜਿਹੜੇ ਹੈਗੇ ਆ ਉਹ ਹੈਗੇ ਨੇ ਸਾਰੇ ਸਿਸਟਮ, ਤੇ ਉਹ ਜ਼ਬਰ ਵੀ ਕਰ ਸਕਦੀ ਆ। ਸੋ ਜ਼ਬਰ ਹੋਏਗਾ, ਪਰ ਉਸ ਜ਼ਬਰ ਦਾ ਜਿਹੜੇ ਕਨਸੀਕੁਐਂਸਿਸ ਆ, ਜਿਹੜੇ ਨਤੀਜੇ ਨਿਕਲਣੇ ਹੈਗੇ ਆ, ਉਹ ਬੜੇ ਖਤਰਨਾਕ ਹੋਣਗੇ। ਕਿਉਂਕਿ ਹਿੰਦੂਆਂ ਨਾਲ ਲੜਾਈ ਹੋਏਗੀ, ਹਿੰਦੂ ਸਟੇਟ ਦੀ ਆਪਣੇ ਹੀ ਹਿੰਦੂ ਬੱਚਿਆਂ ਨਾਲ ਲੜਾਈ ਹੋਏਗੀ, ਸਿੱਖੀ ਤੇ ਵੀ ਸ਼ਾਮਲ ਨਹੀਂ ਹੋਣਗੇ। ਸੋ ਸਟੇਟ ਉਦੋਂ ਫਿਰ ਕਿੱਦਾਂ ਰਿਐਕਟ ਕਰੂਗੀ, ਇਹ ਦੇਖ ਉਹ ਸਟੇਟ ਦੇ ਰਿਐਕਸ਼ਨ ਤੇ ਡਿਪੈਂਡ ਕਰਦਾ। ਜਿੰਨਾ ਜ਼ਬਰ ਕਰੇਗੀ ਉਹਨੇ ਨੌਜਵਾਨ ਵੱਧ ਆਰਗੇਨਾਈਜ਼ ਹੋਣਗੇ। ਉਦਾਂ ਚਲੋ ਇਹਨਾਂ ਨੇ ਇਸ਼ਾਰੇ ਜੇ ਤਾਂ ਦਿਖਾ ਹੀ ਦਿੱਤੇ ਆ, ਜਦੋਂ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਪਾਕਿਸਤਾਨੀ ISI CIA ਵੀ ਉਹ ਧੱਬਾ ਲਾ ਕੇ ਇਹਨਾਂ ਨੂੰ ਲਾਂਭੇ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕਰ ਰਹੇ ਆ। ਤੇ ਜਿੱਦਾਂ ਜੋਗਿੰਦਰ ਯਾਦਵ ਨੇ ਕਿਹਾ ਸੀਗਾ ਵੀ ਇਹ ਜੋਕ ਆ, ਇੱਕ ਮੈਨੂੰ ਕੋਟ 'ਚ ਯਾਦ ਆਉਂਦਾ ਆ, ਅਵਤਾਰ ਸਿੰਘ ਜੀ ਕਹਿੰਦੇ ਵੀ ਐਵਰੀ ਜੋਕ ਇਜ਼ ਅ ਟਾਈਨੀ ਰੈਵੋਲੂਸ਼ਨ ਇਨ ਇਟਸੈਲਫ। ਸੋ ਹੋ ਸਕਦਾ ਵੀ ਇਹ ਉੱਥੇ ਦੇ ਇੱਕ ਰੈਵੋਲੂਸ਼ਨ ਦਾ ਜਿਹੜਾ ਉਹ ਸੰਕੇਤ ਆਪਾਂ ਨੂੰ ਜਿਹੜਾ ਉਹ ਸਾਹਮਣੇ ਜਿਹੜਾ ਆਵੇ। ਤੁਸੀਂ ਇਹ ਥੋੜ੍ਹੀ ਗੱਲ ਨੂੰ ਹੋਰ ਖੋਲ ਕੇ ਸਮਝਾਉਣ ਦੀ ਕੋਸ਼ਿਸ਼ ਕਰਿਓ ਵੀ ਜਿਹੜੀਆਂ ਦੁਨੀਆ ਭਰ ਦੀਆਂ ਜਿਹੜੀਆਂ ਸਰਕਾਰਾਂ ਆ ਇਸ ਟਾਈਮ, ਜਿਹੜੇ ਜੈਨਜ਼ੀ ਆ, ਜਿਹੜੇ ਨੌਜਵਾਨ ਆ, ਉਹ ਇੱਕ ਚੁਣੌਤੀ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਇਹ ਦੇਖਦੇ ਆ। ਜਿੱਦਾਂ ਪ੍ਰੋਪੋਗੰਡਾ ਕਰਕੇ ਉਹਨਾਂ ਦਾ ਧਿਆਨ ਭਟਕਾਉਣਾ, ਉਹ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਆ। ਪਰ ਜੈਨਜ਼ੀ ਪਹਿਲਾਂ ਦੇ ਨੌਜਵਾਨਾਂ ਦੇ ਨਾਲੋਂ ਥੋੜ੍ਹਾ ਵੱਖਰਾ ਸੁਭਾਅ ਜਿਹੜਾ ਉਹ ਰੱਖਦੀ ਹੈ। ਜਦੋਂ ਉਹ ਸੱਤਾ ਤਬਦੀਲੀ ਕਰਨ ਦੇ ਉੱਤੇ ਆਉਂਦੀਆਂ, ਫਿਰ ਉਹ ਕਰ ਹੀ ਜਾਂਦੀਆਂ ਆ ਕਿਤੇ ਨਾ ਕਿਤੇ। ਸੋ ਇਹ ਚੁਣੌਤੀ ਨੂੰ ਸਰਕਾਰਾਂ, ਦੁਨੀਆ ਇਹ ਕਿਵੇਂ ਦੇਖ ਰਹੀ ਆ, ਤੇ ਕਿਵੇਂ ਉਹਨਾਂ ਨੂੰ ਇਹਨਾਂ ਨੂੰ ਸੋਚਿਆ ਵੀ ਇਹ ਪਾਲਿਸੀ ਚੇਂਜਸ ਅਸਲ 'ਚ ਆ ਸਕਣਗੀਆਂ?
ਹਾਂਜੀ ਹਾਂਜੀ, ਸੋ ਪਾਲਿਸੀ ਚੇਂਜਸ ਤਾਂ ਕਰਨੀਆਂ ਪੈਣਗੀਆਂ। ਹੁਣ ਪਿਛਲੇ 2 ਹਫ਼ਤੇ ਪਹਿਲਾਂ ਬਰਤਾਨੀਆ ਵਿੱਚ ਲੋਕਲ ਇਲੈਕਸ਼ਨਾਂ ਹੋਈਆਂ ਨੇ। ਹੂੰ ਹੂੰ ਸੋ ਹੂੰ ਦੋਹੇ ਮੇਨ ਪਾਰਟੀਆਂ ਦੇ ਹਜ਼ਾਰ ਹਜ਼ਾਰ ਕੈਂਡੀਡੇਟ ਹਾਰ ਗਿਆ। ਇੱਕ ਨਵੀਂ ਪਾਰਟੀ ਉੱਭਰ ਆਈ ਜਿਹੜੀ ਹੈ ਤਾਂ ਰਾਈਟ ਵਿੰਗ ਦੀ ਹੈ, ਹੂੰ ਪਰ ਹੂੰ ਉਹ ਉਹੀ ਆ ਵੀ ਉਹ ਜਿਹੜੀ ਜੈਨਜ਼ੀ ਜਿਹੜੇ ਨੌਜਵਾਨਾਂ ਵਿੱਚ ਸਿਸਟਮਾਂ ਪ੍ਰਤੀ ਰੋਹ ਭਰਿਆ ਹੋਇਆ, ਫਿਰ ਉਹ ਤੀਜੀਆਂ ਪਾਰਟੀਆਂ ਜਾਂ ਤੀਜੀਆਂ ਧਿਰਾਂ ਜਿਹੜੀਆਂ ਹੈਗੀਆਂ ਭਾਲ ਰਹੇ ਹੈਗੇ ਆ। ਸੋ ਉਹ ਨਵੀਂ ਪਾਰਟੀ ਆ, ਬਿਲਕੁਲ ਰਾਈਟ ਵਿੰਗ ਦੀ, ਥੋੜੀ ਜਿਹੀ ਐਂਟੀ ਇਮੀਗ੍ਰੇਸ਼ਨ ਪਾਰਟੀ ਹੈਗੀ, ਪਰ ਜਿੰਨੀ ਵੱਡੀ ਪੱਧਰ ਤੇ ਲੋਕਲ ਇਲੈਕਸ਼ਨ ਵਿੱਚ ਉਹਨੂੰ ਜਿਹੜਾ ਹਮਾਇਤ ਮਿਲੀ ਹੈਗੀ ਆ, ਸੋ ਬਰਤਾਨੀਆ ਦੇ ਨੌਜਵਾਨਾਂ ਦੇ ਰੋਹ ਨੂੰ ਜਿਹੜਾ ਹੈਗਾ ਰਿਪਰੈਜ਼ੈਂਟ ਕਰਦਾ ਹੈ। ਸੋ ਇਹ ਇਕੱਲੀ ਭਾਰਤ ਦੀ ਗੱਲ ਨਹੀਂ ਹੈ, ਇਹ ਪੂਰੀ ਦੁਨੀਆ ਵਿੱਚ ਆਏ ਵਰਤਾਰਾ, ਬਰਤਾਨੀਆ ਵਰਗੇ ਮੁਲਕ ਵਿੱਚ ਇਹ ਵਰਤਾਰਾ ਵਰਤ ਜਾਣਾ। ਤਾਂ ਹੀ ਟੋਨੀ ਬਲੇਅਰ ਦਾ ਬਿਆਨ ਆਇਆ ਨਾ ਵੀ ਤੁਹਾਨੂੰ ਪੈਰਾਡਾਈਮ ਸ਼ਿਫਟ ਚਾਹੀਦਾ ਹੈਗਾ ਪਾਲਿਸੀ ਵਿੱਚ, ਤੁਹਾਨੂੰ ਇਨਕਲੂਸਿਵਨੈਸ ਹੋਰ ਵਧਾਉਣੀ ਪੈਣੀ ਹੈਗੀ ਆ, ਬੱਚਿਆਂ ਵੱਲ, ਇਕੋਨਮੀ ਵੱਲ, NHS ਜਿਹੜਾ ਨੈਸ਼ਨਲ ਹੈਲਥ ਸਿਸਟਮ ਹੈ ਉਹਦੇ ਵੱਲ, ਤੇ ਜਿਹੜੀ ਇਕਨੋਮਿਕ ਪਾਲਿਸੀਜ਼ ਹੈਗੀਆਂ ਉਹਦੇ ਤੇ ਉਹਨੇ ਬਹੁਤ ਸਾਰੇ ਸਵਾਲ ਉਠਾਏ ਹੈਗੇ ਆ ਪਿਛਲੇ 25-30 ਸਾਲਾਂ ਦੀਆਂ ਇਕਨੋਮਿਕ ਪਾਲਿਸੀਆਂ ਬਾਰੇ, ਹਨਾ। ਸੋ ਉਹਨੇ, ਕਿਉਂਕਿ ਉਹ ਵੱਡਾ ਐਕਸਪਰਟ ਹੈਗਾ। ਹੁਣ ਤੁਸੀਂ ਦੇਖੋ, ਟੋਨੀ ਬਲੇਅਰ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਔਰ ਉਹ ਸਿਸਟਮ ਦਾ ਸਭ ਤੋਂ ਐਕਸਪਰਟ ਜਿਹੜਾ ਹੈਗਾ ਕੈਂਡੀਡੇਟ ਰਿਹਾ। ਅੱਜ ਜੇ ਉਹ ਬੈਠਾ, ਅੱਜ ਦੁਨੀਆ ਭਰ ਵਿੱਚ ਜਿਹੜੇ ਮੁਲਕ ਯੂਰਪ ਦੇ ਆਲੇ ਦੁਆਲੇ ਆ ਨਾ, ਜਿਹੜੇ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ, ਉਹਨਾਂ ਇਸ ਟੋਨੀ ਬਲੇਅਰ ਦੀ ਫਰਮ ਲੜਦੀ ਆ। ਉਹ ਸਭ ਤੋਂ ਪਹਿਲਾਂ ਟੋਨੀ ਬਲੇਅਰ ਦੀ ਫਰਮ ਕੋਲ ਆਉਂਦੇ ਹੈਗੇ ਵੀ ਸਾਡਾ ਕੇਸ ਕਰੋ। ਸੋ ਦੇਖੋ ਵੀ ਕਿੰਨਾ ਵੱਡਾ ਦਿਮਾਗ ਦਾ ਮਾਲਕ ਹੋਊਗਾ ਉਹ ਟੋਨੀ ਬਲੇਅਰ, ਜਿਹੜਾ ਪੂਰੇ ਮੁਲਕਾਂ ਲਈ ਕੰਮ ਕਰ ਰਿਹਾ, ਕਿਸੇ ਛੋਟੇ ਮੋਟੇ ਕਲਾਇੰਟ ਲਈ ਕੰਮ ਨਹੀਂ ਕਰ ਰਿਹਾ। ਇਹ ਉਹ ਬੰਦਾ ਕਹਿ ਰਿਹਾ ਵੀ ਸਾਨੂੰ ਸਮੁੱਚੀ ਦੁਨੀਆ ਵਿੱਚ ਪੋਲੀਟੀਕਲ ਪਾਲਿਸੀ ਸ਼ਿਫਟ ਕਰਨੀ ਪਵੇਗੀ। ਜਿਹੜਾ ਇਹ ਪੁਰਾਤਨਤਾ ਵਾਲਾ ਸਿਸਟਮ ਚੱਲ ਰਿਹਾ ਹੈਗਾ ਵੀ ਹਾਂ MP ਬਣੋ ਜੀ ਤੇ ਉਹ ਆਪਣਾ ਇੱਕ ਤਰ੍ਹਾਂ ਨਾਲ ਨਜ਼ਾਰੇ ਲਓ ਤੇ ਉਹਦੇ ਵਿੱਚ ਲੋਕ ਸਭਾ ਵਿੱਚ ਬੈਠ ਕੇ ਆ ਜਾਓ ਪਾਰਲੀਮੈਂਟ ਵਿੱਚ, ਇਟ ਇਜ਼ ਨਾਟ ਗੋਇੰਗ ਟੂ ਹੈਪਨ ਇਨ ਨੈਕਸਟ 5 years। ਇਹ ਨਵੀਂ ਕਿਸਮ ਦੀ ਪੋਲਿਟਿਕਸ ਹੈਗੀ ਆ। ਆਪਾਂ ਕਹਿ ਸਕਦੇ ਹਾਂ ਵੀ ਲੋਕਾਂ ਦਰਮਿਆਨ ਬੈਠੀ ਹੋਈ ਪੋਲਿਟਿਕਸ ਆ, ਜਿਸ ਨੂੰ ਗੁਰੂ ਸਾਹਿਬ ਨੇ ਵੀ ਕਿਤੇ ਪ੍ਰੋਜੈਕਟ ਕਰਿਆ ਵੀ ਹੰਨੇ ਹੰਨੇ ਪਾਤਸ਼ਾਹੀ, ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ। ਸੋ ਉਹ ਗੁਰੂ ਸਾਹਿਬ ਦੇ ਉਹ ਕਨਸੈਪਟ ਆ, ਘੱਟੋ ਘੱਟ ਵੈਸਟ ਵਿੱਚ ਤੁਹਾਨੂੰ ਅਨਫੋਲਡ ਹੁੰਦੇ ਦਿਖਣਗੇ। ਆਪਣੇ ਲੋਕਾਂ ਵਿੱਚ ਹਾਲੇ ਭਾਰਤ ਸਰਕਾਰ ਆ, ਜਿਹੜੀਆਂ ਹੋਰ ਥਰਡ ਵਰਲਡ ਕੰਟਰੀਆਂ, ਕੱਲੀ ਭਾਰਤ ਨਹੀਂ, ਪਾਕਿਸਤਾਨ ਵਗੈਰਾ ਹੋਰ ਜਿਹੜੀਆਂ ਕੰਜ਼ਰਵੇਟਿਵ ਸੁਸਾਇਟੀਜ਼ ਹੈਗੀਆਂ, ਉਹਨਾਂ ਵਿੱਚ ਜ਼ਬਰ ਹੋਵੇਗਾ। ਜ਼ਬਰ ਤੋਂ ਬਾਅਦ ਸ਼ਿਫਟ ਹੋ ਕੇ ਜਿਹੜੀ ਚੰਗੀ ਲੀਡਰਸ਼ਿਪ ਆਏਗੀ। ਪਰ ਵੈਸਟ ਵਿੱਚ, ਹੁਣ ਅਮਰੀਕਾ ਵਿੱਚ ਵੀ ਤੁਸੀਂ ਦੇਖੋ ਵੀ ਜਿਹੜੀ ਉਥਲ ਪੁਥਲਾ ਨੌਜਵਾਨਾਂ ਦੀ, ਚਾਹੇ ਮੈਗਾ ਦੀ ਹੈ, ਚਾਹੇ ਫਲਸਤੀਨ ਦੇ ਹੱਕ ਵਿੱਚ ਜਿਹੜੀ ਕਿੰਨਾ ਵੱਡੀ ਕੋਲੰਬੀਆ ਯੂਨੀਵਰਸਿਟੀ ਚ, ਹੋਰ ਹਾਰਵਰਡ ਚ ਕਿੰਨੇ ਵੱਡੇ ਵੱਡੇ ਪ੍ਰੋਟੈਸਟ ਹੁੰਦੇ ਆ। ਇਹ ਜਿੱਦਾਂ ਤੁਸੀਂ ਕਿਹਾ ਵੀ ਇੱਕ ਜੋਕ ਆ, ਇੱਕ ਰੈਵੋਲੂਸ਼ਨ ਦੀਆਂ ਜੜ੍ਹਾਂ ਹੁੰਦੀਆਂ ਨੇ। ਸੋ ਇਹ ਰੈਵੋਲੂਸ਼ਨ ਦੀਆਂ ਜੜ੍ਹਾਂ ਨੇ ਪੂਰੀ ਦੁਨੀਆ ਵਿੱਚ ਨੇ। ਸੋ ਪੂਰੀ ਦੁਨੀਆ ਦੀ ਪੋਲਿਟਿਕਸ ਨੂੰ ਜਿਹੜਾ ਹੈਗਾ ਇਹ ਚੁਣੌਤੀ ਸਾਹਮਣੇ ਆ ਰਹੀ ਹੈ। ਹਰ ਮੁਲਕ ਆਪਣੇ ਢੰਗ ਨਾਲ ਪਾਲਿਸੀ ਮੇਕਿੰਗ ਲਿਆਵੇਗਾ, ਪਰ ਜਿਹੜਾ ਹੈਗਾ ਭਾਰਤ ਕਿੰਨੀ ਜਲਦੀ ਇਸ ਨੂੰ ਅਡੈਪਟ ਕਰਦਾ ਨਵੀਂ ਪਾਲਿਸੀ ਨੂੰ, ਇਹ ਦੇਖਣ ਵਾਲੀ ਗੱਲ। ਨਹੀਂ ਬਿਲਕੁਲ, ਇਹ ਚੀਜ਼ ਜਿਹੜੀ ਉਹ ਦੇਖਦੇ ਹਾਂ। ਅੱਛਾ, ਇੱਥੇ ਅਵਤਾਰ ਸਿੰਘ ਜੀ ਜਾਂਦੇ ਜਾਂਦੇ ਆਪਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਹੋਰ ਖੋਲ੍ਹਦੇ ਹੋਏ ਗੱਲ ਕਰਕੇ ਜਾਂਦੇ ਹਾਂ। ਜੋ ਇਸ ਟਾਈਮ ਜਿੱਦਾਂ ਤੁਸੀਂ ਕਿਹਾ ਵੀ ਰਾਈਟ ਵਿੰਗ ਵਾਲੇ ਪਾਸੇ ਨੂੰ ਵੀ ਜਿਹੜੇ ਨਿਆਣੇ ਆ ਉਹ ਜ਼ਿਆਦਾ ਜਿਹੜਾ ਹੋ ਜਾ ਰਹੇ ਆ, ਇਹ ਜਿਹੜਾ ਪ੍ਰੋਪੋਗੰਡਾ ਕਰ ਕਰਕੇ ਇਹਨਾਂ ਨੂੰ ਵੱਖਰਾ ਕਰਨਾ, ਇਹਨਾਂ ਨੂੰ ਇੱਕ ਕਾਮਨ ਐਨਮੀ ਪਹਿਲਾਂ ਇਮੀਗ੍ਰੇਸ਼ਨ ਵਾਲਾ ਜਾਂ ਉਸ ਰੂਪ ਦੇ ਵਿੱਚ ਦੇ ਦਿੱਤਾ ਜਾਂਦਾ ਆ, ਫਿਰ ਉਹ ਉਸ ਦੇ ਉੱਤੇ ਇਕੱਠੇ ਹੋ ਜਾਂਦੇ ਆ, ਫਿਰ ਇਵੈਂਚੁਅਲੀ ਉਹ ਪੁੱਠਾ ਵੀ ਪੈ ਜਾਂਦਾ। ਕਿਤੇ ਇਹ ਪਾਲਿਸੀ ਚੇਂਜ ਕਰਨ ਦੇ ਨਾਂ ਤੇ ਉੱਤੇ ਇਹ ਜਿਹੜੀਆਂ ਸਰਕਾਰਾਂ ਆ ਜਾਂ ਇਹ ਪਾਲਿਸੀ ਸ਼ਿਫਟ ਆ, ਇਹ ਆਪਣੇ ਪੈਰ ਤੇ ਆਪ ਤਾਂ ਨਹੀਂ ਕੁਹਾੜਾ ਮਾਰੀ ਜਾ ਰਹੀਆਂ ਜੀ? ਦੇਖੋ, ਪਾਲਿਸੀ ਸ਼ਿਫਟ ਨੀਡ ਆਫ ਦੀ ਆਵਰ ਹੈਗੀ ਆ। ਹੁਣ ਇਹ ਸਰਕਾਰਾਂ ਦੇ ਡਿਪੈਂਡ ਕਰਦਾ ਵੀ ਉਹ ਐਗਜ਼ੈਕਟ ਪਾਲਿਸੀ ਸ਼ਿਫਟ ਕਰਦੇ ਆ ਜਾਂ ਹਲੇ ਵੀ ਲੋਕਾਂ ਦਾ ਧਿਆਨ ਜਾਂ ਨੌਜਵਾਨਾਂ ਦਾ ਧਿਆਨ ਭਟਕਾਉਣ ਲਈ ਰਾਈਟ ਵਿੰਗ ਦੀ ਪੋਲਿਟਿਕਸ ਨੂੰ ਉਭਾਰ ਦਿੰਦੇ ਹੈਗੇ ਆ। ਜੇ ਉਹ ਇਹ ਗਲਤੀ ਕਰਨਗੇ ਤਾਂ ਉਹ ਫੇਰ ਆਪਣੇ ਪੈਰਾਂ ਤੇ ਕੁਹਾੜਾ ਮਾਰ ਰਹੇ ਹੋਣਗੇ। ਜਿਹੜੀ ਰੀਅਲ ਉਹਨਾਂ ਦੇ ਥਿੰਕ ਟੈਂਕ ਹੈਗੇ ਆ, ਹਰੇਕ ਸਰਕਾਰ ਦੇ ਥਿੰਕ ਟੈਂਕ ਨੇ, ਉਹਨਾਂ ਥਿੰਕ ਟੈਂਕ ਦੀਆਂ ਰਿਪੋਰਟਸ ਹੋਣਗੀਆਂ ਵੀ ਨੌਜਵਾਨ ਕੀ ਚਾਹੁੰਦੇ ਆ। ਹਰ ਮਹੀਨੇ YouGov ਤੇ ਹੋਰ ਜਿਹੜੀਆਂ ਪੋਲ ਏਜੰਸੀਆਂ ਨੇ ਉਹ ਪੋਲ ਕਰਦੀਆਂ ਵੱਖ-ਵੱਖ ਵਿਸ਼ਿਆਂ ਤੇ, ਨੌਜਵਾਨਾਂ ਦੇ ਵੀ ਵਿਚਾਰ ਲੈਂਦੀਆਂ। ਸੋ ਉਹ ਥਿੰਕ ਟੈਂਕਸ ਨੂੰ ਉਹਨਾਂ ਵਿਚਾਰਾਂ ਦੇ ਮੱਦੇ ਨਜ਼ਰ ਹੈਗਾ ਜਿਹੜੀ ਆਪਣੀ ਪਾਲਿਸੀ ਹੈਗੀ, ਆਪਣੀ ਨੀਤੀ ਹੈਗੀ ਆ, ਉਹ ਸਰਕਾਰਾਂ ਦੇ ਸਾਹਮਣੇ ਅਨਫੋਲਡ ਕਰਨੀ ਚਾਹੀਦੀ ਹੈ। ਪਾਲਿਸੀ ਸ਼ਿਫਟ ਇਸ ਵੇਲੇ ਜ਼ਰੂਰਤ ਆ, ਪਰ ਜੇ ਸਰਕਾਰਾਂ ਹਾਲੇ ਆਪਣੀ ਗੱਦੀ ਬਚਾਉਣ ਲਈ ਗਲਤ ਕਿਸਮ ਦੀ ਪਾਲਿਸੀ ਸ਼ਿਫਟ ਕਰਦੀਆਂ, ਪਰ 21ਵੀਂ ਸਦੀ ਦੀ ਇਸ 25 ਸਾਲਾਂ ਦੇ ਦਹਾਕੇ ਉਹ ਤੋਂ ਬਾਅਦ ਜੇ ਉਹ ਵੱਡੀ ਗਲਤੀ ਕਰਦੀਆਂ ਤਾਂ ਬਹੁਤ ਵੱਡਾ ਬਲੰਡਰ ਕਰ ਰਹੀਆਂ ਹੋਗੀਆਂ। ਉਹਨਾਂ ਨੂੰ ਰੀਅਲ ਟਰਮਸ ਵਿੱਚ ਪੋਲਿਟਿਕਸ ਕਰਨੀ ਪਵੇਗੀ, ਸੱਚੀ ਪੋਲਿਟਿਕਸ ਕਰਨੀ ਪਵੇਗੀ ਔਰ ਟਰਾਂਸਪੇਰੈਂਟ ਪੋਲਿਟਿਕਸ ਕਰਨੀ ਪਵੇਗੀ, ਜਿਹਦੇ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਬਹੁਤ ਵੱਡੀ ਪੱਧਰ ਤੇ ਇੱਕ ਤਰ੍ਹਾਂ ਨਾਲ ਪੱਕੀ ਕਰਨੀ ਪਵੇਗੀ।
ਜਾਂਦੇ ਜਾਂਦੇ ਅਵਤਾਰ ਸਿੰਘ ਜੀ ਦੱਸਿਓ ਵੀ ਇਹ ਸਾਰੇ ਜੋ ਇਸ ਟਾਈਮ ਘਟਨਾਕ੍ਰਮ ਜਿਹੜਾ ਉਹ ਚੱਲ ਰਿਹਾ ਆ, ਇੱਥੇ ਸਿੱਖਾਂ ਦੇ ਸਿੱਖਣ ਲਈ ਕੀ ਆ ਤੇ ਕੀ ਰੋਲ ਜਿਹੜਾ ਉਹ ਸਿੱਖ ਲੀਡਰਸ਼ਿਪ ਦਾ ਇੱਥੇ ਹੋਣਾ ਚਾਹੀਦਾ? ਸਿੱਖਾਂ ਦੇ ਸਿੱਖਣ ਲਈ ਇਹ ਹੈਗਾ ਵੀ ਜਿਸ ਤਰ੍ਹਾਂ ਦੁਨੀਆ ਭਰ ਵਿੱਚ ਨੌਜਵਾਨੀ ਜਥੇਬੰਦ ਹੋ ਰਹੀ ਆ, ਆਪਣੇ ਹੱਕਾਂ ਲਈ, ਆਪਣੇ ਰਾਜਸੀ ਹੱਕਾਂ ਲਈ, ਆਪਣੀ ਹੋਂਦ ਲਈ ਤੇ ਆਪਣੇ ਧਾਰਮਿਕ ਹੱਕਾਂ ਲਈ। ਸੋ ਸਿੱਖ ਨੌਜਵਾਨ ਵੀ ਪਾਰਟੀਆਂ ਦੇ ਮਗਰ ਲੱਗ ਕੇ, ਛੋਟੇ ਛੋਟੇ ਟੁਕੜਿਆਂ ਦੇ ਮਗਰ ਲੱਗ ਕੇ ਜਿਹੜਾ ਹੈਗਾ ਉਹ ਆਪਣਾ ਸਮਾਂ ਬਰਬਾਦ ਨਾ ਕਰ। ਉਹਨਾਂ ਲਈ ਹੋਂਦ ਦੀ ਲੜਾਈ ਸਭ ਤੋਂ ਇੰਪੋਰਟੈਂਟ ਹੈਗੀ ਆ। ਆਪਣੀ ਹੋਂਦ ਦੀ ਲੜਾਈ ਲਈ, ਆਪਣੀ ਧਰਤੀ ਦੀ ਹੋਂਦ ਦੀ ਲੜਾਈ ਲਈ ਔਰ ਧਰਤੀ ਤੇ ਆਪਣੇ ਰਾਜਸੀ ਦਾਅਵੇ ਦੀ ਲੜਾਈ ਲਈ ਜਿਹੜਾ ਹੈਗਾ ਸਿੱਖ ਨੌਜਵਾਨ ਉਹ ਲਗਾਤਾਰ ਸਰਗਰਮੀ ਕਰਨ ਔਰ ਉਹ ਇੱਕ ਸਾਂਝੀ ਇਕੱਤਰਤਾ ਦੇ ਰੂਪ ਵਿੱਚ ਇਕੱਠੇ ਹੋਣ, ਨਾ ਕਿ ਖੰਡਵੇ ਰੂਪ ਵਿੱਚ ਵੀ ਕੋਈ ਕਿਸੇ ਪਾਰਟੀ ਨਾਲ ਆ, ਕੋਈ ਕਿਸੇ ਪਾਰਟੀ ਨਾਲ। ਹੁਣ ਜਿਹੜੀ ਹੈਗੀ ਆ ਇਹ 21ਵੀਂ ਸਦੀ ਦੇ 25 ਸਾਲ ਬੀਤ ਜਾਣ ਤੋਂ ਬਾਅਦ ਸਾਡੇ ਸਾਹਮਣੇ ਚੁਣੌਤੀ ਸਾਡੀ ਹੋਂਦ ਦੀ ਹੈ। ਸੋ ਸਭ ਤੋਂ ਪਹਿਲਾਂ ਆਪਣੀ ਹੋਂਦ ਨੂੰ ਬਚਾਉਣ ਲਈ ਜਿਹੜਾ ਹੈਗਾ ਸੰਘਰਸ਼ ਅੱਗੇ ਵਧਾਇਆ ਜਾਵੇ। ਉਹਦੇ ਲਈ ਕੌਮੀ ਜਜ਼ਬਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਣ ਦਾ ਮਾਣ ਔਰ ਜਿਹੜਾ ਹੈਗਾ ਖਾਲਸਾ ਪੰਥ ਦੇ ਜਿਹੜੇ ਹੈਗੇ ਆ ਸਿਪਾਹੀ ਹੋਣ ਦਾ ਮਾਣ ਔਰ ਜਿਹੜੇ ਸ਼ਹੀਦ, ਪੁਰਾਤਨ ਤੇ ਵਰਤਮਾਨ ਸ਼ਹੀਦ ਆ, ਉਹਨਾਂ ਨੇ ਜੋ ਸੁਪਨਾ ਲਿਆ ਹੈਗਾ ਖਾਲਸਾਈ ਪਰੰਪਰਾ ਦਾ, ਉਸ ਪਰੰਪਰਾ ਨੂੰ ਸਾਕਾਰ ਕਰਨ ਦਾ ਜਿਹੜੀ ਜ਼ਿੰਮੇਵਾਰੀ ਆ ਉਹ ਗੰਭੀਰਤਾ ਨਾਲ ਸਾਨੂੰ ਸਮਝਣੀ ਚਾਹੀਦੀ ਆ। ਤਾਂ ਹੀ ਜਿਹੜੇ ਸਿੱਖ ਨੌਜਵਾਨ ਆ ਉਹ 21ਵੀਂ ਸਦੀ ਦੇ ਇਹਨਾਂ ਅਗਲੇ 3 ਜਿਹੜੀਆਂ ਦਾ ਰਹਿੰਦੇ ਹੈਗੀਆਂ 75 ਸਾਲ ਰਹਿੰਦੇ ਆ, ਉਹਦੇ ਵਿੱਚ ਜਿਹੜਾ ਹੈਗਾ ਕਾਮਯਾਬੀ ਹਾਸਲ ਕਰ ਸਕਣਗੇ। ਵਰਨਾ ਜਿਹੜਾ ਹੈਗਾ ਵੀ ਉਹ ਪਾਰਟੀਆਂ ਵਿੱਚ ਫੁੱਟਬਾਲ ਵਾਂਗੂ ਵਰਤੇ ਜਾਣਗੇ, ਉਹਨਾਂ ਦਾ ਆਪਣਾ ਕੁਝ ਨਹੀਂ ਵਰਤੇਗਾ। ਅਸੀਂ ਫੁੱਟਬਾਲ ਵਾਂਗੂ ਨਹੀਂ ਵਰਤ ਹੋਣਾ, ਅਸੀਂ ਆਪਣਾ ਕੁਝ ਉਸਾਰਨ ਲਈ ਜਿਹੜਾ ਹੈਗਾ ਉਹ ਯਤਨ ਕਰਾਂਗੇ। ਜੀ, ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਇਸ ਗੱਲਬਾਤ ਦੇ ਲਈ। ਮਿਲਦੇ ਹਾਂ ਅਗਲੀ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।